ਵਿਜ਼ਨ ਪੰਜਾਬ ਟੀਵੀ ਨੂੰ ਔਨ ਕਰ ਚੁੱਕੇ ਸਾਰੇ ਭੈਣ ਭਰਾਵਾਂ ਨੂੰ ਟੋਨੀ ਜੌਬ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਟਿਊਜ਼ਡੇ ਦਾ ਪ੍ਰੋਗਰਾਮ ਲੈ ਕੇ ਸਾਡੀ ਟੀਮ ਹਾਜ਼ਰ ਹੋ ਚੁੱਕੀ ਹੈ ਔਰ ਹਮੇਸ਼ਾ ਦੀ ਤਰ੍ਹਾਂ ਹੀ ਕੁਛ ਨਾ ਕੁਛ ਨਵਾਂ ਪਰੋਸਣ ਦੀ ਅਸੀਂ ਕੋਸ਼ਿਸ਼ ਕਰੀਦੀ ਆ। ਅੱਜ ਵੀ ਕੁਝ ਇਸ ਤਰ੍ਹਾਂ ਦਾ ਸ਼ੋਅ ਤੁਹਾਡੇ ਰੂਬਰੂ ਕਰਾਂਗੇ ਜਿਹੜਾ ਤੁਸੀਂ ਕਾਫੀ ਦੇਰ ਬਾਅਦ ਦੇਖਿਆ ਹੋਵੇਗਾ ਔਰ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਤੁਸੀਂ ਪ੍ਰੋਗਰਾਮ ਦੇ ਦੌਰਾਨ ਤੇ ਨੰਬਰ ਤੁਹਾਡੀ ਸਕਰੀਨ ਤੇ ਜੀ ਹਮੇਸ਼ਾ ਹੀ ਜਿਹੜਾ ਫਲੈਸ਼ ਹੁੰਦਾ ਆ 905 790 9099 ਤੇ ਤੁਹਾਡੀ ਤੇ ਸਾਡੀ ਜਿਹੜੀ ਆ ਗੱਲਬਾਤ ਹੋ ਸਕਦੀ ਆ। ਔਰ ਅੱਜ ਦੀ ਮਹਿਫਿਲ ਦੇ ਵਿੱਚ ਜਿਹੜੀ ਜੀ ਖਾਸ ਸ਼ਖਸੀਅਤ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ। ਡਾਕਟਰ ਦਵਿੰਦਰ ਲਿੱਧਰ ਉਹਨਾਂ ਦੇ ਨਾਲ ਅੱਜ ਤੁਹਾਡੀ ਗੱਲਬਾਤ ਆਪਾਂ ਕਰਾਵਾਂਗੇ। ਪ੍ਰੋਗਰਾਮ ਦੇ ਦੌਰਾਨ ਤੁਸੀਂ ਕੋਈ ਵੀ ਗੱਲਬਾਤ ਕਰਨੀ, ਕੋਈ ਵੀ ਤੁਹਾਡਾ ਕੁਐਸਚਨ ਹੋਵੇ ਤਾਂ ਨੰਬਰ ਜਿਹੜਾ ਜੀ ਤੁਹਾਡੀ ਸਕਰੀਨ ਤੇ ਆ ਰਿਹਾ ਔਰ ਵਿਜ਼ਨ ਪੰਜਾਬ ਟੀਵੀ ਤੁਸੀਂ ਫੇਸਬੁੱਕ ਪੇਜ ਸਾਡਾ ਜੀ ਆਫੀਸ਼ੀਅਲੀ ਜਿਹੜਾ ਆ ਉੱਥੇ ਜਾ ਕੇ ਵੀ ਤੁਸੀਂ ਦੇਖ ਸਕਦੇ ਆ ਜਾਂ ਫਿਰ ਟੋਨੀ ਜੌਹਲ, ਨਰਿੰਦਰ ਜਸਵਾਲ ਸਾਡੇ ਕਿਸੇ ਵੀ ਮੈਂਬਰ ਦੀ ਫੇਸਬੁੱਕ ਤੇ ਜਾ ਕੇ ਪ੍ਰੋਗਰਾਮ ਦਾ ਤੁਸੀਂ ਆਨੰਦ ਮਾਣ ਸਕਦੇ ਆ। ਔਰ ਪ੍ਰੋਗਰਾਮ ਜਿਹੜਾ ਜੀ 6 ਵਜੇ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਲਾਈਵ ਕਰ ਦਈਦਾ ਔਰ ਫੇਸਬੁੱਕ ਤੇ ਜਾਓ ਜਾਂ ਫਿਰ 24/7 ਜਿਹੜਾ ਜੀ ਵਿਜ਼ਨ ਪੰਜਾਬ ਟੀਵੀ 794 ਤੁਹਾਡੇ ਅੰਗ ਸੰਗ ਉੱਥੇ ਜਾ ਕੇ ਵੀ ਪ੍ਰੋਗਰਾਮ ਦਾ ਤੁਸੀਂ ਲੁਤਫ ਜਿਹੜਾ ਮਾਣ ਸਕਦੇ ਆ। ਆਪਾਂ ਗੱਲਾਂ ਬਾਤਾਂ ਜਿੱਥੇ ਕਰਨੀਆਂ ਉੱਥੇ ਹੀ ਪਹਿਲਾਂ ਆਪਾਂ ਦਵਿੰਦਰ ਲਿੱਧਰ ਹੋਣਾ ਦੇ ਨਾਲ ਤੁਹਾਡੀ ਕਰਦੇ ਹਾਂ ਗੱਲਬਾਤ ਸ਼ੁਰੂ ਤੇ ਆਪਾਂ ਇਹਨਾਂ ਦੇ ਕੋਲ ਕੁਝ ਗੱਲਾਂ ਬਾਤਾਂ ਪੰਜਾਬ ਦੀਆਂ ਤੇ ਕੁਝ ਕੈਨੇਡਾ ਦੀਆਂ ਜਿਹੜੀਆਂ ਕਰਾਂਗੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਜੀ ਵਿਜ਼ਨ ਪੰਜਾਬ ਟੀਵੀ ਦੇ ਵਿਹੜੇ 'ਚ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਤੇ ਜਿਹੜੇ ਦਰਸ਼ਕ ਇਹ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਸਾਰਿਆਂ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਮੇਰੀ ਸਤਿ ਸ੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਜੀ ਪਹਿਲਾਂ ਤਾਂ ਤੁਸੀਂ ਅੱਜ ਸਾਨੂੰ ਟਾਈਮ ਦਿੱਤਾ ਜੀ ਔਰ ਕਾਫੀ ਦਿਨਾਂ ਤੋਂ ਸਾਡੀ ਗੱਲਾਂ ਬਾਤਾਂ ਹੁੰਦੀਆਂ ਸੀ ਕਿ ਤੁਹਾਡੇ ਨਾਲ ਜਿਹੜੀ ਗੱਲਬਾਤ ਖੁੱਲੀ ਜਿਹੜੀ ਕੀਤੀ ਜਾਵੇ। ਬਹੁਤ ਸਾਰੇ ਭੈਣ ਭਰਾ ਜਿਹੜੇ ਕੈਨੇਡਾ ਦੇ ਵਿੱਚ ਆ ਬੜੀ ਡਿਪਰੈਸ਼ਨ ਵਾਲੀ ਜ਼ਿੰਦਗੀ ਤੁਹਾਨੂੰ ਪਤਾ ਇੱਥੇ ਦੀ ਆ। ਕੁਛ ਜਿਹੜਾ ਹਾਲਾਤ ਹੀ ਪਿਛਲੇ 5-4 ਮਹੀਨਿਆਂ ਦੇ ਇਸ ਤਰ੍ਹਾਂ ਦੇ ਹੋ ਗਏ ਸੀਗੇ ਕਿ ਲੋਕ ਬਾਹਰ ਨਿਕਲਣ ਤੋਂ ਡਰਨ ਲੱਗ ਪਏ ਸੀਗੇ ਪਰ ਥੋੜਾ ਜਿਹਾ ਰੱਬ ਨੇ ਜਿਹੜੀ ਆ ਜੀ ਉਸ ਪ੍ਰਕਿਰਿਆ ਤੋਂ ਸਾਨੂੰ ਥੋੜਾ ਜਿਹਾ ਬਾਹਰ ਕੱਢਿਆ ਆ ਤੇ ਹੌਲੀ ਹੌਲੀ ਜਿਹੜੀ ਗੱਡੀ ਲੀਹ ਤੇ ਆ ਰਹੀ ਆ। ਔਰ ਤੁਸੀਂ ਪੰਜਾਬ ਦੀ ਕਾਫੀ ਲੰਬੀ ਫੇਰੀ ਤੋਂ ਬਾਅਦ ਜਿਹੜਾ ਦੁਬਾਰਾ ਜੀ ਟੋਰਾਂਟੋ ਦੀ ਧਰਤੀ ਤੇ ਆਏ ਹੋ। ਪਹਿਲਾਂ ਤਾਂ ਤੁਸੀਂ ਪੰਜਾਬ ਦੇ ਹਾਲਾਤਾਂ ਤੇ ਅੱਜ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇ ਨੇ ਇਸ ਵੇਲੇ? ਦੇਖੋ ਜੀ ਬਹੁਤ ਵਧੀਆ ਤੁਸੀਂ ਮੈਨੂੰ ਸਵਾਲ ਕੀਤਾ ਹੈ, ਕਰਨਾ ਬਣਦਾ ਵੀ ਸੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਆਪਾਂ ਗੱਲਬਾਤ ਕਰ ਰਹੇ ਸੀ ਕਿ ਹੁਣੇ ਹੀ ਮੈਂ ਪੰਜਾਬ ਤੋਂ ਆਇਆ ਤਕਰੀਬਨ 20-25 ਦਿਨ ਹੀ ਹੋਏ ਮੈਨੂੰ ਆਉਂਦੇ। ਮੈਂ ਕੁਆਰੰਟਾਈਨ ਕੀਤੀ ਪਹਿਲਾਂ 14 ਦਿਨ ਬਹੁਤ ਜ਼ਰੂਰੀ ਸੀ ਜੀ ਉਹ ਮੇਰੇ ਵਾਸਤੇ ਵੀ ਤੇ ਜਿਹੜੇ ਬਾਕੀ ਜਿਹੜੇ ਆਸ-ਪਾਸੇ ਮੇਰੇ ਪਰਿਵਾਰ ਦੇ ਲੋਕ ਸੀ, ਮੇਰੇ ਸੱਜਣ ਮਿੱਤਰ ਸੀ, ਮੇਰੇ ਦੋਸਤ ਸੀ, ਉਹਨਾਂ ਵਾਸਤੇ ਬਹੁਤ ਜ਼ਰੂਰੀ ਸੀ। ਸੋ ਜਿਵੇਂ ਤੁਸੀਂ ਕਿਹਾ ਕਿ ਜਿਹੜਾ ਪੰਜਾਬ ਆ ਆਪਾਂ ਸਾਰੇ ਪੰਜਾਬ ਤੋਂ ਹੀ ਉੱਥੋਂ ਆਏ ਆ ਪਰ ਸਾਡਾ ਜਿਹੜਾ ਮੋਹ ਆ ਉਹ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ, ਉਹਦੀ ਸੱਭਿਆਚਾਰਕ ਜੀਵਨ ਨਾਲ ਜੁੜਿਆ ਹੋਇਆ। ਮੈਂ ਉੱਥੇ ਸਿਰਫ 15 ਦਿਨਾਂ ਵਾਸਤੇ ਗਿਆ ਸੀ, ਸਿੰਪਲੀ ਥੋੜ੍ਹਾ ਜਿਹਾ ਮੈਨੂੰ ਕੰਮ ਸੀ ਉੱਥੇ। ਪਰ ਜੇ ਮੈਂ ਕਹਿੰਦੇ ਵੀ ਸਾਰੇ ਆਪਣੇ ਜਿਹੜੇ ਜਗ੍ਹਾ 'ਚ ਫਸ ਗਏ, ਮੈਂ ਜਾ ਕੇ ਪੰਜਾਬ ਫਸ ਗਿਆ। ਪਰ ਮੈਂ ਫਸ ਗਿਆ ਇਸ ਕਰਕੇ ਨਹੀਂ ਕਹਿੰਦਾ ਵੀ ਚਲੋ ਆਪਣੇ ਦੇਸ਼ 'ਚ ਹੀ ਗਿਆ ਸੀਗਾ, ਆਪਣੇ ਸ਼ਹਿਰ 'ਚ ਹੀ ਗਿਆ ਸੀਗਾ। ਪਰ ਇਹ ਆ ਵੀ 15 ਦਿਨ ਦੀ ਬਜਾਏ ਮੈਨੂੰ ਉੱਥੇ 4.5 ਮਹੀਨੇ ਲੱਗ ਗਏ। ਤੇ ਪਰ ਉੱਥੇ ਦੀ ਜਿਹੜੀ ਲਾਈਫ ਮੈਂ ਦੇਖੀ ਨਾ, ਮੈਂ ਤੇ ਕਹੂੰਗਾ ਜੀ ਨਵਾਂ ਜਿਹੜਾ 1947 ਦਾ ਸਾਕਾ ਹੋਇਆ ਸੀ ਨਾ ਉਹ ਬਿਲਕੁਲ ਉਹਦੇ ਬਰਾਬਰ ਹੀ ਸੀ। ਵਾਹ ਜੀ ਵਾਹ। ਬਹੁਤ ਜਿਸ ਤਰ੍ਹਾਂ ਆਪਾਂ ਗੱਲਾਂ ਬਾਤਾਂ ਕਰੀਦਾ ਸਾਡੇ ਜਿਹੜੇ ਰੂਟਸ ਆ, ਸਾਡੀਆਂ ਜਿਹੜੀਆਂ ਜੜ੍ਹਾਂ ਆ ਉਹ ਪੰਜਾਬ ਦੇ ਨਾਲ ਜੁੜੀਆਂ ਹੋਈਆਂ। ਕਈ ਵਾਰੀ ਜਦੋਂ ਅਸੀਂ ਸੁੱਤੇ ਵੀ ਉੱਠਦੇ ਹਾਂ ਤਾਂ ਜੇ ਕਿਤੇ ਸੁਪਨਾ ਵੀ ਆਵੇ ਨਾ ਤੇ ਉਹ ਪੰਜਾਬ ਦਾ ਹੀ ਆਉਂਦਾ ਜੀ ਕਿਉਂਕਿ ਸਾਡਾ ਮੋਹ ਉਸ ਮਿੱਟੀ ਦੇ ਨਾਲ ਬਹੁਤ ਜ਼ਿਆਦਾ ਆ। ਚਾਹੇ ਅਸੀਂ 7 ਸਮੁੰਦਰ ਪਾਰ ਆ ਕੇ ਬੈਠ ਗਏ ਹਾਂ ਪਰ ਜਿਹੜੇ ਸਾਡਾ ਪੰਜਾਬ ਹੈ ਨਾ ਉਹ ਸਾਡੇ ਦਿਲ ਚੋਂ ਕਦੀ ਨਹੀਂ ਨਿਕਲੇਗਾ। ਦੇਖੋ ਜੜ੍ਹਾਂ ਨਾਲੋਂ ਜੇ ਬੂਟਾ ਟੁੱਟ ਗਿਆ ਫਿਰ ਤਾਂ ਟੁੱਟ ਗਿਆ ਜੀ। ਫਿਰ ਤਾਂ ਨਾ ਉਹਦੇ ਪੱਤਰੇ ਨਾ ਤਣਾ ਰਿਹਾ ਤੇ ਨਾ ਉਹਨੂੰ ਕੋਈ ਫਲ ਲੱਗਿਆ। ਸੋ ਇਸ ਕਰਕੇ ਪੰਜਾਬ ਜਾਣਾ ਵੀ ਬਹੁਤ ਜ਼ਰੂਰੀ ਹੁੰਦਾ, ਉਹਨੂੰ ਯਾਦ ਕਰਨਾ ਵੀ ਬਹੁਤ ਜ਼ਰੂਰੀ ਆ। ਔਰ ਬੜੇ ਸੁਭਾਗੇ ਲੋਕ ਹੈਗੇ ਆ ਜਿਹਨਾਂ ਨੂੰ ਪੰਜਾਬ ਦਾ ਸੁਪਨਾ ਆਉਂਦਾ ਜਿਵੇਂ ਤੁਸੀਂ ਦੱਸੋ। ਠੀਕ ਹੈ, ਨਹੀਂ ਤਾਂ ਕਈ ਤਾਂ ਇੱਥੇ ਆ ਕੇ ਪੰਜਾਬ ਨੂੰ ਭੁੱਲ ਗਏ ਆ ਪਰ ਬਹੁਤ ਜਲਦੀ ਫਿਰ ਉਹ ਯਾਦ ਕਰਨਗੇ, ਏਡੀ ਕੋਈ ਗੱਲ ਨਹੀਂ ਹੈਗੀ। ਤੇ ਇਸ ਕਰਕੇ ਮੈਂ ਦੱਸਣਾ ਚਾਹੁੰਦਾ ਸੀ ਕਿ ਪਹਿਲਾਂ ਜਦੋਂ ਉੱਥੇ ਇਹ ਮਹਾਮਾਰੀ ਆਈ ਹੈ ਤੇ ਸਾਰੀ ਦੁਨੀਆ ਵਿੱਚ ਆਈ ਆ, ਵਰਲਡ ਵਿੱਚ ਆਈ ਹੈ, ਕੈਨੇਡਾ 'ਚ, ਅਮਰੀਕਾ 'ਚ, ਚਲੋ ਆਪਾਂ ਦੇਸ਼ਾਂ ਦੇ ਨਾਂ ਨਹੀਂ ਗਿਣਾਉਣੇ, ਇੱਥੇ ਸਾਰਿਆਂ 'ਚ ਆ ਗਈ। ਪਰ ਥੋੜ੍ਹਾ ਜਿਹਾ ਇੰਡੀਆ ਵਿੱਚ ਇਹ ਪ੍ਰੋਬਲਮ ਆ ਗਈ ਸੀ ਕਿ ਉੱਥੇ ਆਬਾਦੀ ਜ਼ਿਆਦਾ ਹੈ ਤੇ ਆਬਾਦੀ ਜਿਹੜੀ ਜ਼ਿਆਦਾ ਹੋਣ ਕਰਕੇ ਮੈਂ ਇਹ ਕਹਿਣ 'ਚ ਕੋਈ ਸੰਕੋਚ ਨਹੀਂ ਕਿ ਉੱਥੇ ਪੜ੍ਹਾਈ ਲਿਖਾਈ ਵੀ ਥੋੜ੍ਹੀ ਜਿਹੀ ਘੱਟ ਹੈਗੀ ਬਾਕੀ ਦੇਸ਼ਾਂ ਨਾਲੋਂ। ਔਰ ਤਾਂ ਹੀ ਇੱਥੇ ਅਸੀਂ ਬਾਹਰ ਆਏ ਹੈਗੇ। ਜਿਹੜੇ ਸਾਡੇ ਪ੍ਰਵਾਸੀ ਮਜ਼ਦੂਰ ਜਾਂ ਪ੍ਰਵਾਸੀ ਭਾਈ ਜਿਹੜੇ ਉਹ ਸਾਡੇ ਪੰਜਾਬ 'ਚ ਆਏ ਸੀ, ਪੰਜਾਬ ਦੀ ਗੱਲ ਹੀ ਆਪਾਂ ਕਰੀਏ ਉਹ ਵਿਚਾਰਿਆਂ ਨੂੰ ਬਿਲਕੁਲ ਉਜਾੜਾ ਹੋ ਗਿਆ। ਔਰ ਤੁਸੀਂ ਬਿਲੀਵ ਕਰੋ ਕਈ ਤਾਂ ਕਿੰਨੇ 100 ਕਿਲੋਮੀਟਰ ਤੁਰ ਕੇ ਵਾਪਸ ਗਏ। ਭਾਜੀ ਮੈਂ ਤੁਹਾਨੂੰ 1 ਮਿੰਟ ਲਈ ਇੱਥੇ ਰੋਕਦਾ। ਦੇਖੋ ਜਦੋਂ ਹਾਲਾਤ ਉੱਥੇ ਬੱਤਰ ਬਣੇ ਆ, ਖਰਾਬ ਤੋਂ ਖਰਾਬ ਹੁੰਦੇ ਚਲੇ ਗਏ। ਦੇਖੋ ਜਦੋਂ ਤਾਂ ਸਾਨੂੰ ਉਹਨਾਂ ਦੀ ਜ਼ਰੂਰਤ ਸੀਗੀ ਤੇ ਅਸੀਂ ਉਹਨਾਂ ਨੂੰ, ਮੈਂ ਇਹੀ ਕਹਿ ਸਕਦਾ ਕਿ ਅਸੀਂ ਆਪਣੀ ਫੈਮਿਲੀ ਦੀ ਤਰ੍ਹਾਂ ਉਹਨਾਂ ਨੂੰ ਰੱਖਿਆ ਤੇ ਜਿੱਦਣ ਮਾੜੀ ਜਿਹੀ ਕਿਤੇ ਭੀੜ ਪਈ ਆ ਤੇ ਉਹ ਦੇਖੋ ਜਿੱਦਾਂ ਤੁਸੀਂ ਕਿਹਾ ਕਿ 100-200 ਕਿਲੋਮੀਟਰ ਤੁਰ ਕੇ ਉਹਨਾਂ ਨੂੰ ਜਾਣਾ ਪਿਆ।
ਮੈਂ ਇਸ ਤਰ੍ਹਾਂ ਦੇ ਵੀ ਕੋਈ ਵਿੱਚੋਂ ਭਰਾ ਸਾਡੇ ਦੇਖੇ ਸੀ ਜਿਹੜੇ ਸਾਈਕਲ ਤੇ ਸੀ, ਛੋਟੇ ਛੋਟੇ ਬੱਚੇ ਸੀ ਉਹਨਾਂ ਦੇ ਨਾਲ, ਪਤਾ ਹੀ ਨਹੀਂ ਸੀ ਜਾਣਾ ਕਿੱਥੇ ਆ, ਬਿਲਕੁਲ, ਔਰ ਰਾਹ ਕੋਈ ਦਿਸਦਾ ਹੀ ਨਹੀਂ ਸੀਗਾ, ਉਹਨਾਂ ਦੀ ਕਿਸੇ ਨੇ ਬਾਂਹ ਨਹੀਂ ਫੜੀ ਜੀ, ਐਡੇ ਖੱਜਲ ਖਰਾਬ ਹੁੰਦੇ ਰਹੇ। ਦੇਖੋ ਬਾਂਹ ਜਿਹੜੀ ਸਰਕਾਰਾਂ ਹੈਗੀਆਂ ਉਹ ਤਾਂ ਕਹਿੰਦੀ ਅਸੀਂ ਬਾਹਾਂ ਫੜੀਆਂ, ਪਰ ਸਰਕਾਰਾਂ ਦੇ ਜਿਹੜੇ ਬਿਆਨ ਹੁੰਦੇ ਉਹ ਜ਼ਿਆਦਾ ਰਾਜਨੀਤਿਕ ਹੁੰਦੇ ਆ। ਹਾਂਜੀ। ਠੀਕ ਹੈ, ਉਹਨਾਂ ਨੇ ਕੋਸ਼ਿਸ਼ ਵੀ ਸਰਕਾਰ ਨੇ ਕੀਤੀ ਹੋਗੀ, ਪਰ ਇੱਕਦਮ ਜਦੋਂ ਮਹਾਮਾਰੀ ਦਾ ਜ਼ੋਰ ਪੈ ਗਿਆ ਤੇ ਸਰਕਾਰਾਂ ਤੋਂ ਵੀ ਸਾਂਭਿਆ ਨਹੀਂ ਗਿਆ, ਇੱਕਦਮ ਇਹਨਾਂ ਤੋਂ ਕੰਟਰੋਲ ਨਹੀਂ ਹੋਇਆ। ਹਾਂਜੀ। ਉਹ ਕਿਸੇ ਦੇਸ਼ ਵੀ ਨਹੀਂ ਹੋਇਆ, ਬਿਲਕੁਲ। ਇੰਨੀ ਕਿ ਸਾਡੇ ਉੱਥੇ ਨਹੀਂ ਹੋਇਆ। ਪਰ ਸਭ ਤੋਂ ਜ਼ਿਆਦਾ ਜਿਹੜੀ ਵੱਡੀ ਗੱਲ ਆ ਭਾਜੀ ਵੀ ਉਹ ਬੰਦੇ ਇੱਥੋਂ ਕਿਉਂ ਗਏ, ਹਾਂਜੀ, ਉਹ ਕੀ ਮਜਬੂਰੀ ਸੀ। ਮਜਬੂਰੀ ਇਹ ਹੋ ਗਈ ਕਿ ਸਾਰਾ ਬਿਜ਼ਨਸ ਬੰਦ ਹੋ ਗਿਆ, ਹਾਂਜੀ, ਜ਼ਿਮੀਂਦਾਰਾਂ ਦਾ ਸਾਰਾ ਕੰਮ ਬੰਦ ਹੋ ਗਿਆ, ਹਾਂਜੀ, ਸਭ ਦੁਕਾਨਾਂ ਬੰਦ ਹੋ ਗਈਆਂ, ਸਭ ਕੁਝ ਜਦੋਂ ਬੰਦ ਹੋ ਗਿਆ, ਜਦੋਂ ਮੇਰੇ ਕੋਲ ਆਪਣੇ ਕੋਲ ਆਮਦਨ ਹੈ ਨਹੀਂਗੀ ਹਾਂਜੀ। ਤੇ ਮੈਂ ਕਿਸੇ ਨੂੰ ਕਿਵੇਂ ਦਊਂਗਾ। ਬਿਲਕੁਲ ਬੜੇ ਦਾਨੀ ਪੁੱਛ ਕੇ ਆਪਣੀ ਰੋਟੀ ਦੇ ਲਾਲੇ ਪੈ ਹੋਇਆ ਤਾਂ ਦੂਜੇ ਨੂੰ ਸੋ ਜੇ ਮੇਰੇ ਕੋਲ 4 ਪੈਸੇ ਆਉਣਗੇ ਫੇਰ ਹੀ ਮੈਂ 2 ਪੈਸੇ ਅੱਗੇ ਵੰਡਾਂਗਾ ਨਾ। ਬਿਲਕੁਲ ਜੀ। ਸੋ ਪ੍ਰੋਬਲਮ ਮੇਨ ਪ੍ਰੋਬਲਮ ਇਹ ਆ ਗਈ ਕਿ ਜਿਹੜਾ ਉੱਥੇ ਦਾ ਆਪਣਾ ਪੰਜਾਬ ਦਾ ਵਾਸੀ ਸੀ, ਚਾਹੇ ਜ਼ਿਮੀਂਦਾਰ ਸੀ, ਉਹ ਚਾਹੇ ਵਪਾਰੀ ਸੀ, ਚਾਹੇ ਕੋਈ ਸਰਕਾਰੀ ਬੰਦਾ ਸੀ, ਹਾਂਜੀ। ਉਹਨੂੰ ਆਪਣੇ ਖਾਣ ਦੇ ਲਾਲੇ ਜਿਹਨੂੰ ਕਹਿੰਦੇ ਪੈ ਗਏ। ਬਿਲਕੁਲ। ਉਹ ਫਿਰ ਉਹ ਸਰਕਾਰਾਂ ਨੇ ਬੜਾ ਕਿਹਾ ਵੀ ਆ ਤੁਸੀਂ ਵੰਡੋ, ਤੇ ਜਿਹਦਾ ਮੇਰਾ ਵੀ ਜੇ ਦਿਲ ਕਰਦਾ ਹੋਵੇ ਕਿ ਮੈਂ ਹਾਂ ਵੀ ਮੈਂ ਇਹ ਜਿਹੜੇ ਸਾਡੇ ਪ੍ਰਵਾਸੀ ਬੰਦੇ ਉੱਥੋਂ ਆਏ ਹੈਗੇ ਆ ਉਹਨਾਂ ਨੂੰ ਕੁਝ ਨਾ ਕੁਝ ਦਵਾਂ, ਹਾਂਜੀ। ਪਰ ਮੈਂ ਦਵਾਂਗਾ ਉਦੋਂ ਜਦੋਂ ਮੇਰੇ ਕੋਲ ਕੁਝ ਹੋਊਗਾ। ਬਿਲਕੁਲ ਜੀ। ਜੇ ਮੇਰੀ ਦੁਕਾਨ ਖੁੱਲੂਗੀ, ਹਾਂਜੀ। ਮੇਰਾ ਵਪਾਰ ਚੱਲੂਗਾ, ਸ਼ਾਮ ਨੂੰ ਮੇਰੇ ਕੋਲ 4 ਪੈਸੇ ਹੋਣਗੇ, ਹਾਂਜੀ। ਤੇ ਉਹ 'ਚ ਮੈਂ ਕੁਝ ਦੱਸੂਗਾ ਨਾ। ਤੇ ਜੇ ਮੈਂ ਕਹੂੰਗਾ ਵੀ ਮੈਂ ਆਪਣੇ ਘਰ ਜੋ ਕੁਝ ਪਿਆ ਉਹ 'ਚ ਦੇ ਦਿਆਂ, ਤੇ ਉਹ ਬਹੁਤ ਹੀ ਮੁਸ਼ਕਲ ਹੈਗਾ। ਹਾਂਜੀ। ਉਹ ਮੈਂ ਨਹੀਂ ਕਹਿੰਦਾ ਮੇਰੇ ਵਾਸਤੇ ਮੁਸ਼ਕਲ ਆ, ਉਹ ਜਿਹੜਾ ਦਾਨ ਪੁੰਨ ਕਰਨਾ ਜ਼ਰੂਰੀ ਨਹੀਂ ਹਰ ਬੰਦੇ ਦੇ ਵੱਸ ਵਿੱਚ ਹੋਵੇ, ਬਿਲਕੁਲ। ਤੇ ਜ਼ਰੂਰੀ ਨਹੀਂ ਕਿ ਹਰ ਬੰਦੇ ਦਾ ਦਿਲ ਵੀ ਵੱਡਾ ਹੋਵੇ। ਹਾਂਜੀ। ਸੋ ਇਸ ਕਰਕੇ ਉਹਨਾਂ ਵਿਚਾਰਿਆਂ ਨੂੰ ਥੋੜਾ ਬਹੁਤਾ ਧੱਕਾ ਜ਼ਰੂਰ ਹੋਇਆ। ਹਾਂਜੀ। ਠੀਕ ਹੈ, ਉਹਨੇ ਸਰਕਾਰਾਂ ਨੇ ਬਾਹਾਂ ਜ਼ਰੂਰ ਫਿਰ ਖੀਚ ਤੇ ਫੜੀਆਂ, ਹਾਂਜੀ। ਪਰ ਜਿਹਦਾ ਕਿਸੇ ਨੂੰ ਡਰ ਪੈ ਗਿਆ ਨਾ, ਹੁਣ ਅੱਗੇ ਆਪਾਂ ਜਾ ਕੇ ਗੱਲ ਕਰਾਂਗੇ ਵੀ ਕਰੋਨਾ ਡਰ ਹੈ ਕਿ ਬਿਮਾਰੀ ਹੈ ਕਿ ਕੀ ਹੈ। ਕੀ ਆ? ਸੋ ਇਸ ਕਰਕੇ ਉਹਦੇ ਜੋ ਡਰ ਪੈ ਗਿਆ ਵੀ ਅਸੀਂ ਕਿਤੇ ਭੁੱਖੇ ਨਾ ਮਰ ਜਾਈਏ, ਹਾਂਜੀ। ਸਾਨੂੰ ਇੱਥੇ ਕੰਮ ਨਹੀਂ ਮਿਲਣਾ, ਜਾਂ ਅਸੀਂ ਆਪਣੇ ਮਾਪੇ ਬੱਚੇ ਜੋ ਰਿਸ਼ਤੇਦਾਰ ਉਹਨਾਂ ਕੋਲ ਜਾਈਏ, ਹਾਂਜੀ। ਤਾਂ ਉਹਨਾਂ ਨੇ ਇੱਕ ਕਿਸਮ ਦੀ ਭਗਦੜ ਜੀ ਮਚ ਗਈ। ਹਾਂਜੀ। ਜਿੱਦਾਂ ਆਮ ਤੌਰ ਤੇ ਕਈ ਵਾਰੀ ਮੇਲਿਆਂ 'ਚ ਹੁੰਦਾ ਇਹੀ ਹੁੰਦਾ ਨਾ ਕਿ ਮੇਲੇ 'ਚ ਦੌੜ ਭੱਜ ਇੱਕ ਵਾਰੀ ਸ਼ੁਰੂ ਹੋ ਜਾਏ, ਬੜਾ ਬੰਦਾ ਫਿਰ ਥੱਲੇ ਡਿੱਗ ਜਾਂਦਾ। ਬਿਲਕੁਲ। ਇਸ ਕਰਕੇ ਉਹਨਾਂ ਦਾ ਵੀ ਕਸੂਰ ਨਹੀਂ, ਸਰਕਾਰਾਂ ਦਾ ਵੀ ਕਸੂਰ ਨਹੀਂ, ਸਾਡਾ ਵੀ ਕੋਈ ਕਸੂਰ ਨਹੀਂ। ਇਹ ਹਾਲਾਤ ਹੀ ਐਸੇ ਬਣ ਗਏ ਸੀ ਕਿ ਉਹਨਾਂ ਨੂੰ ਮਜਬੂਰਨ ਜਾਣਾ ਪਿਆ। ਭਾਜੀ ਜਿੱਥੇ ਉਹਨਾਂ ਨੂੰ ਜਾਣਾ ਪਿਆ, ਦੇਖੋ ਅਸੀਂ ਜਿਹੜੀ ਕੰਟਰੀ ਦੇ ਵਿੱਚ ਬੈਠੇ ਆ, ਕੈਨੇਡਾ ਨੇ ਇਸ ਤਰ੍ਹਾਂ ਜਿਹੜੀਆਂ ਸਾਡੇ ਭੈਣ ਭਰਾਵਾਂ ਦੀਆਂ, ਸਾਡੀਆਂ ਲੋਕਾਂ ਦੀਆਂ ਬਾਹਾਂ ਫੜੀਆਂ ਕਿ ਮੇਰਾ ਖਿਆਲ ਆ ਕਈ ਬਿਜ਼ਨਸ ਇਦਾਂ ਦੇ ਸੀਗੇ ਇੱਥੇ ਕਿ ਜਿਹੜੇ ਟੋਟਲ ਸ਼ਟਡਾਊਨ ਹੋ ਗਏ। ਇੱਥੇ ਵੀ ਬਹੁਤ ਕੁਝ ਇਦਾਂ ਦਾ ਹੋਇਆ ਕਿ ਮੈਂ ਕਈ ਭੈਣ ਭਰਾਵਾਂ ਨੂੰ ਜਾਣਦਾ ਜਿਹੜੇ ਨਾ, ਜਦੋਂ ਆਪਾਂ ਵਿਆਹ ਸ਼ਾਦੀ ਕਰਦੇ ਆ, ਹਾਲ ਵਗੈਰਾ ਜਿਹੜੇ ਚਲਾਉਂਦੇ ਆ, ਟੈਕਸੀ ਵਾਲੇ ਵੀਰ ਸੀ ਸਾਡੇ, ਉਹਨਾਂ ਨੂੰ ਬਹੁਤ ਮੁਸ਼ਕਲਾਂ ਦੇ ਵਿੱਚ ਦੀ ਗੁਜ਼ਰਨਾ ਪਿਆ। ਸਾਡੇ ਰੈਸਟੋਰੈਂਟ ਸੀਗੇ, ਹੋਰ ਬਹੁਤ ਸਾਰੇ ਇਦਾਂ ਦੇ ਅਦਾਰੇ ਸੀਗੇ ਜਿਨ੍ਹਾਂ ਨੂੰ ਬਹੁਤ ਮੁਸ਼ਕਲਾਂ ਦੇ ਵਿੱਚ ਜਾਣਾ ਪਿਆ। ਪਰ ਕੁੱਲ ਮਿਲਾ ਕੇ ਕੁਝ ਸਰਕਾਰ ਨੇ ਇਸ ਤਰ੍ਹਾਂ ਵੀ ਬਾਂਹ ਫੜੀ ਕਿ ਘਰ ਭਰਤੀ, ਜੇ 2 ਜਣੇ ਕੰਮ ਕਰਦੇ ਸੀ, 3 ਜਣੇ ਕੰਮ ਕਰਦੇ ਸੀਗੇ, ਜਾਂ 1 ਜਣਾ ਕੰਮ ਕਰਦਾ ਸੀਗਾ, ਪਰ ਫੈਮਿਲੀ ਉਹਨਾਂ ਨੇ $2,000 ਜਿਹੜਾ ਦਿੱਤਾ। ਪਰ ਉਹਨਾਂ ਨੇ ਦਿੱਤਾ ਇਸ ਤਰ੍ਹਾਂ ਕਿ ਤੁਸੀਂ ਅਗਰ ਕੰਮ ਨਹੀਂ ਕਰਦੇ, ਜਾਂ COVID-19 ਕਰਕੇ ਨਹੀਂ ਤੁਸੀਂ ਕੰਮ ਕਰਦੇ, ਜਾਂ ਤੁਹਾਡੇ ਕੰਮ ਵਾਲਿਆਂ ਨੇ ਤੁਹਾਨੂੰ ਘਰ ਬਿਠਾ ਦਿੱਤਾ ਜਾ। ਪਰ ਲੋਕਾਂ ਨੇ ਇਸ ਤਰ੍ਹਾਂ ਦੀ ਵਧੀਆ ਕੰਟਰੀ ਨੂੰ ਵੀ ਬਖਸ਼ਿਆ ਨਹੀਂ। ਪਿਛਲੇ ਅਸੀਂ 1-2 ਪ੍ਰੋਗਰਾਮਾਂ ਦੇ ਵਿੱਚ ਲਿੱਦਰ ਸਾਹਿਬ ਗੱਲਬਾਤ ਕੀਤੀ ਸੀਗੀ ਕਿ ਸਰਕਾਰ ਨੇ ਜਦੋਂ ਦੁਬਾਰਾ ਦਬਕਾ ਮਾਰਿਆ ਨਾ ਉਹਨਾਂ ਨੂੰ, ਤੇ ਤਕਰੀਬਨ 2 ਵੀਕਾਂ ਦੇ ਵਿੱਚ 2 ਲੱਖ ਤੋਂ ਉੱਪਰ ਲੋਕਾਂ ਨੇ ਉਹ ਪੈਸਾ ਵਾਪਸ ਕੀਤਾ ਸਰਕਾਰ ਨੂੰ। ਤੇ ਫਿਰ ਜਦੋਂ 2 ਵੀਕਾਂ ਹੋਰ ਲੰਘਦੀਆਂ ਤਾਂ ਉਹ ਜਿਹੜਾ ਅਦਾਰਾ ਉਹ 3 ਲੱਖ ਤੋਂ ਵੀ ਉੱਪਰ ਚਲ ਗਿਆ ਜੀ। ਤਾਂ ਤੁਸੀਂ ਦੇਖੋ ਕਿ ਜੇ ਇਦਾਂ ਦੀ ਵਧੀਆ ਕੰਟਰੀ ਦੇ ਵਿੱਚ ਵੀ ਆ ਕੇ ਲੋਕਾਂ ਨੇ ਬਖਸ਼ਿਆ ਨਹੀਂ, ਜਿਹੜੀਆਂ ਮਾੜੇ ਕੰਮ ਸੀਗੇ ਉਹਨਾਂ ਤੋਂ ਪਿੱਛੇ ਨਹੀਂ ਹਟੇ ਜੀ। ਇਹ ਦੇਖੋ ਜਿੱਥੋਂ ਆਪਾਂ ਆਏ ਨਾ ਪੰਜਾਬ ਤੋਂ, ਉਹ ਦੇਸ਼ ਮਾੜਾ ਨਹੀਂ ਸੀਗਾ, ਪਰ ਉੱਥੇ ਵੀ ਕਈ ਵਾਰੀ ਆਪਾਂ ਦੇਖਿਆ ਗਲਤ ਅਨਸਰ ਹੁੰਦੇ ਸੀਗੇ। ਹਾਂਜੀ। ਉਹ ਵੀ ਹੁਣ ਆਪਾਂ ਮੈਂ ਕਹਿ ਸਕਦਾ ਕੋਈ ਸੰਕੋਚ ਨਹੀਂ ਹੈਗਾ, ਉਹ ਵੀ ਇੱਥੇ ਆ ਚੁੱਕੇ ਨੇ। ਹਾਂਜੀ। ਉਹ ਕਿਉਂਕਿ ਜਿਹੜੀ ਉਹਨੇ ਵਾਰਿਸ਼ਾਂ ਆਦਤਾਂ ਜਾਂਦੀਆਂ ਨੇ, ਚਾਹੇ ਕੱਟੀਏ ਪੂਰੀਆਂ ਜੀ, ਉਹਨਾਂ ਨੇ ਜੋ ਉੱਥੇ ਜਿਹੜਾ ਕਹਿੰਦੇ ਵੀ ਇਹ ਚੀਜ਼ਾਂ ਫਲਾਈਆਂ ਹੋਈਆਂ ਸੀਗੀਆਂ, ਇੱਥੇ ਆ ਕੇ ਉਹਨਾਂ ਨੇ ਕੋਸ਼ਿਸ਼ ਕੀਤੀ। ਪਰ ਮੈਂ ਬੜੀ ਖੁਸ਼ੀ ਨਾਲ ਤੁਹਾਨੂੰ ਗੱਲ ਦੱਸਦਾ, ਮੈਂ ਉੱਥੇ ਬੈਠਾ ਸੀ ਉਦੋਂ, ਮੈਂ ਇਹ ਗੱਲਾਂ ਦੇਖਦਾ ਹੁੰਦਾ ਸੀ ਵੀ ਜਿਹਨਾਂ ਨੇ 2-2 ਹਜ਼ਾਰ ਲੈ ਲਏ, ਬੜੇ ਭੱਜ ਕੇ ਲਏ ਆ, ਦੌੜ ਕੇ ਲਏ ਆ, ਪਰ ਜਦੋਂ ਸਰਕਾਰ ਦਾ ਛੋਟਾ ਜਿਹਾ ਦਬਕਾ ਪਿਆ, ਫਿਰ ਇੰਨੇ ਡਰਪੋਕ ਨਿਕਲ ਕੇ ਫਟਾਫਟ ਫਿਰ ਉਹ ਪੈਸੇ ਜਮ੍ਹਾਂ ਕਰਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਸੀ ਲਿੱਦਰ ਸਾਹਿਬ ਕਿ ਹੁਣ ਮੋੜੀਏ ਕਿਸ ਤਰ੍ਹਾਂ, ਕਿੱਧਰ ਨੂੰ ਭੱਜੀਏ, ਕਿੱਧਰ ਨੂੰ ਜਾਈਏ। ਪਰ ਐਨੀਵੇ ਚਲੋ, ਕਈ ਵਾਰੀ ਇਨਸਾਨ ਜਿਹੜਾ ਜੀ ਗਲਤੀਆਂ ਦਾ ਬਦਲਾ ਹੈ, ਗਲਤੀ ਕਰ ਬੈਂਦਾ ਆ। ਪਰ ਫਿਰ ਵੀ ਦੋਸਤੋ, ਜਿਨ੍ਹਾਂ ਨੂੰ ਜ਼ਰੂਰਤ ਸੀ, ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਭੈਣ ਭਰਾ ਸੀ ਜਿਨ੍ਹਾਂ ਨੂੰ ਮਿਲੇ ਹੀ ਨਹੀਂ। ਪਰ ਮੈਂ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਲਿੱਦਰ ਸਾਹਿਬ ਭੈਣ ਭਰਾਵਾਂ ਨੂੰ ਜਾਣਦਾ ਸੀ ਜਿਨ੍ਹਾਂ ਨੇ ਪਿਛਲੇ 2-3 ਸਾਲਾਂ ਤੋਂ ਟੈਕਸ ਵੀ ਨਹੀਂ ਭਰਿਆ ਸੀ, ਪੈਸੇ ਉਹਨਾਂ ਨੇ ਵੀ ਲੈ ਲਏ। ਪਰ ਗਵਰਨਮੈਂਟ ਦੀਆਂ ਜਦੋਂ ਇਹ ਇੱਕ ਰੂਲ ਬਣਾਇਆ ਨਾ ਉਹਨਾਂ ਨੇ ਕਿ ਅਸੀਂ $2,000 ਦੇਣਾ ਆ ਜਾਂ $3,000 ਦੇਣਾ ਆ, ਉਹਦੇ ਵਿੱਚ ਲੋ ਪੋਲ ਕਾਫੀ ਰਹਿ ਗਏ, ਕਿਉਂਕਿ ਇਹ ਜਿਹੜੇ ਫੈਸਲੇ ਲੈ ਗਏ ਸੀ ਇਹ ਕਾਹਲੀ ਦੇ ਵਿੱਚ ਲੈ ਗਏ ਸੀ। ਪਰ ਲੋਕ ਜਿਹੜੇ ਦੇਖੋ ਜੀ ਸਰਕਾਰ ਤੋਂ ਵੀ ਅੱਗੇ ਆ। ਮੈਂ ਇਸ ਤਰ੍ਹਾਂ ਦੇ ਕੁਝ ਬੰਦਿਆਂ ਨੂੰ ਜਾਣਦਾ ਲਿੱਦਰ ਸਾਹਿਬ ਜਿਨ੍ਹਾਂ ਨੇ 1 ਮੰਥ ਦੇ ਵਿੱਚ 3 ਵਾਰੀ ਪੈਸੇ ਲੈ ਲਏ।
ਹੁਣ ਜੇ ਅਸੀਂ ਕਹੀਏ ਇੱਥੇ ਸਰਕਾਰ ਦੀ ਨਾਕਾਮੀ ਸੀ ਜਾਂ ਉਹਨਾਂ ਬੰਦਿਆਂ ਦੀ ਨਾਕਾਮੀ ਸੀਗੀ, ਇਹ ਸਮਝ ਨਹੀਂ ਲੱਗਦੀ। ਜਦੋਂ ਉਹਨਾਂ ਨੇ ਦੇਖਿਆ ਕਿ ਇੱਕ ਨਾਂ ਵਾਲਾ ਬੰਦਾ, ਇੱਕ ਐਡਰੈਸ ਵਾਲਾ ਬੰਦਾ ਇੱਕ ਮਹੀਨੇ 'ਚ $6000 ਲੈ ਗਿਆ, ਵੀ ਇਹ ਕੀ ਹੋ ਰਿਹਾ। ਫਿਰ ਗਵਰਨਮੈਂਟ ਨੂੰ ਥੋੜੀ ਜਿਹੀ ਨੱਠ ਭੱਜ ਪਈ, ਕਿਉਂਕਿ ਗਵਰਨਮੈਂਟ ਦਾ ਇੱਕ ਮੈਂ ਇਹਨਾਂ ਦਾ ਨਿਊਜ਼ਪੇਪਰ ਦੇ ਵਿੱਚ ਇੱਕ ਲੇਖ ਛਾਪਿਆ ਸੀ, ਉਹ ਮੈਂ ਪੜ੍ਹਿਆ ਸੀ ਕਿ ਜੇ COVID-19 ਕਰਕੇ ਦੁਬਾਰਾ ਬਿਜ਼ਨਸ ਨਹੀਂ ਚੱਲਦੇ ਰੇਂਦਰ ਸਾਹਿਬ, ਇਸ ਤਰ੍ਹਾਂ ਹੀ ਰਹਿੰਦੀ ਆ, ਤੇ ਗਵਰਨਮੈਂਟ ਜਿਹੜੀ ਆ ਜੀ ਦਸੰਬਰ ਤੱਕ ਲੋਕਾਂ ਦੇ ਨਾਲ ਖੜਨ ਨੂੰ ਤਿਆਰ ਸੀ। ਪਰ ਜਿਹੜਾ ਪੈਸਾ ਉਹਨਾਂ ਨੇ ਲਿਖਿਆ ਸੀ ਕਿ ਅਸੀਂ ਇੰਨਾ ਕੁ ਦੇਣਾ, ਉਹ ਜਦੋਂ ਜੁਲਾਈ ਸ਼ੁਰੂ ਹੁੰਦੀ ਆ ਤਾਂ ਖਤਮ ਹੋ ਗਿਆ ਸੀ ਜੀ। ਫਿਰ ਉਹਨਾਂ ਨੇ ਦੇਖਿਆ ਕਿ ਜੇ ਅਸੀਂ ਦਸੰਬਰ ਤੱਕ ਲੈ ਕੇ ਚੱਲੇ ਸੀ, ਇਹ ਜੁਲਾਈ ਦੇ ਵਿੱਚ ਕਿੱਦਾਂ ਖਤਮ ਹੋ ਗਿਆ। ਫਿਰ ਉਹਨਾਂ ਨੇ ਵਿੱਚੋਂ ਜਿਹੜੇ ਉਹ ਭੱਦਰ ਥੋੜੇ ਕੱਢੇ ਜੀ। ਫਿਰ ਉਹਨਾਂ ਭੱਦਰ ਪੁਰਸ਼ਾਂ ਤੋਂ ਦੁਬਾਰਾ ਜਿਹੜੀ ਪੇਮੈਂਟ ਹੈ ਲਈ, ਪਰ ਗਵਰਨਮੈਂਟ ਨੇ ਹਲੇ ਤੱਕ ਕਿਸੇ ਦੀ ਅਰੈਸਟ ਨਹੀਂ ਕੀਤੀ, ਕਿਸੇ ਨੂੰ ਕੋਈ ਜ਼ਿਆਦਾ ਜਿਹੜਾ ਡਰਾਇਆ ਧਮਕਾਇਆ ਨਹੀਂ। ਇੱਕ ਛੋਟਾ ਜਿਹਾ ਪਿਆਰ ਦੇ ਨਾਲ ਹੀ ਕਹਿੰਦੇ ਵੀ ਆ ਜਾਓ ਵਾਪਸ। ਪਰ ਜੇ ਅਸੀਂ ਪੰਜਾਬ ਦੀ ਗੱਲਬਾਤ ਕਰਦੇ ਹਾਂ ਕਿ ਉੱਥੇ ਵੀ ਕੁਝ ਇਸ ਤਰ੍ਹਾਂ ਦਾ ਹੋਇਆ, ਭੈਣ ਭਰਾਵਾਂ ਨੇ ਇੱਕ ਕਾਲ ਹੈ ਜੀ, ਪਹਿਲਾਂ ਆਪਾਂ ਉਹਦੇ ਤੇ ਚੱਲਦੇ ਹਾਂ, ਅਗਲੀਆਂ ਗੱਲਬਾਤਾਂ ਦੇ ਬਾਅਦ ਚੱਲਦੇ ਹਾਂ ਜੀ। ਠੀਕ ਹੈ ਜੀ, ਸਵਾਗਤ ਹੈ ਜੀ ਤੁਹਾਡਾ ਵਿਜ਼ਨ ਪੰਜਾਬ ਟੀਵੀ ਤੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਦੋਨਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ। ਮੈਂ ਗਿਆਨ ਸਿੰਘ ਬੋਲ ਰਿਹਾ ਜੀ, ਇੱਥੋਂ ਬ੍ਰਿਸਬਨ ਆਸਟ੍ਰੇਲੀਆ ਤੋਂ। ਹਾਂਜੀ ਗਿਆਨ ਸਿੰਘ ਜੀ, ਸਵਾਗਤ ਹੈ ਤੁਹਾਡਾ ਇੱਕ ਵਾਰੀ ਫਿਰ ਜੀ ਵਿਜ਼ਨ ਪੰਜਾਬ ਟੀਵੀ ਦੇ ਵਿਹੜੇ ਵਿੱਚ। ਅੱਜ ਇੱਕ ਖਾਸ ਸ਼ਖਸੀਅਤ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ ਜੀ, ਡਾਕਟਰ ਦਵਿੰਦਰ ਲਿੱਦੜ ਹੋਣਾ ਦੇ ਨਾਲ ਜੀ। ਅੱਛਾ ਜੀ, ਡਾਕਟਰ ਸਾਹਿਬ ਨੇ? ਹਾਂਜੀ ਬਿਲਕੁਲ ਜੀ। ਮੈਂ ਇਹਨਾਂ ਨੂੰ ਆਪਣੀ ਤਕਲੀਫ ਦੱਸਣੀ ਆ। ਮੇਰੀ ਉਮਰ ਹੈਗੀ ਇਸ ਵੇਲੇ 86 ਸਾਲ ਦਾ, ਪੂਰੇ ਗੱਲ 87ਵਾਂ ਸਾਲ ਲੱਗਾ ਆ। ਅੱਛਾ ਜੀ। ਸ਼ਰਾਬ ਦਾ ਪੀਂਦਾ ਸੀ ਹੈ। ਠੀਕ ਹੈ ਜੀ। ਬਿਲਕੁਲ ਵੀ। ਅੱਛਾ ਜੀ। ਗੁਰੂ ਦੇ ਨਾਲ ਲੱਗਾ। ਸਿਰਫ ਮੇਰਾ ਜਿਹੜਾ ਲੱਤਾਂ ਦੇ ਥੱਲੇ ਜਿਹੜਾ ਬਲੱਡ ਦਾ ਪ੍ਰੈਸ਼ਰ ਹੈ ਜਾਂ ਫਲੋ ਆ, ਹਾਂਜੀ, ਉਹ ਘੱਟ ਆ। ਠੀਕ ਹੈ ਜੀ। ਮੈਂ ਨਾ ਇੱਕ ਗੱਲ ਤੁਹਾਨੂੰ ਮੈਂ ਅਲਟਰਾਸਾਊਂਡ ਕਰਾਈ ਸੀਗੀ। ਠੀਕ ਹੈ। ਉਹਨਾਂ ਨੇ ਕਿਹਾ ਵੀ ਤੇਰੀ ਸੱਜੀ ਲੱਤ ਦਾ ਜਿਹੜਾ ਫਲੋ ਆ ਉਹ ਘੱਟ ਹੈ, ਸਰਕੂਲੇਸ਼ਨ ਘੱਟ ਆ। ਅੱਛਾ ਜੀ। ਉਹਦੇ ਲਈ ਮੈਂ ਦਵਾ ਵੀ ਲੈ ਲਿਆ, ਦੀਪਿਕਾ ਵਗੈਰਾ। ਠੀਕ ਹੈ। ਤੇ ਡਾਕਟਰ ਸਾਹਿਬ ਅਗਰ ਕੋਈ ਚੰਗੀ ਹੋਰ ਚੀਜ਼ ਦੱਸ ਸਕਦੇ ਨੇ, ਬੜੀ ਮਿਹਰਬਾਨੀ ਇਹਨਾਂ ਦੀ। ਤੁਸੀਂ ਆਪਣੇ ਭਾਜੀ ਸੁਣੋ, ਡਾਕਟਰ ਸਾਹਿਬ ਜਵਾਬ ਦੇਣ ਲੱਗਿਆ ਜੀ। ਅੱਛਾ ਜੀ। ਪਹਿਲਾਂ ਤਾਂ ਭਾਜੀ ਮੈਂ ਤੁਹਾਨੂੰ ਇਹ ਗੱਲ ਬੜੀ ਅੱਛੇ ਤਰੀਕੇ ਨਾਲ ਕਲੀਅਰ ਕਰ ਦਿਆਂ ਕਿ ਜੋ ਤੁਹਾਡੇ ਹੈ ਨਾ ਅੱਖਾਂ ਦੇ ਡਾਕਟਰ ਜਿਨ੍ਹਾਂ ਨੇ ਆਪਰੇਸ਼ਨ ਕੀਤਾ ਜਾਂ ਜਿਹਨਾਂ ਕੋਲ ਜਾਣੇ, ਤੁਸੀਂ ਉਹਨਾਂ ਨੂੰ ਹੀ ਕੰਸਲਟ ਕਰੋ। ਇਹਦੇ ਨਾਲ ਦੂਜਾ ਪਾਰਟ ਹੈ ਕਿ ਮੈਂ ਜਿਹੜਾ ਡਾਕਟਰ ਹੈਗਾ ਜੀ, ਮੈਂ ਹੈਗਾ ਸਾਈਕੋਲੋਜੀ ਦਾ। ਤੁਹਾਡੀ ਮਾਨਸਿਕ ਸਥਿਤੀ ਜਿਹੜੀ ਆ ਉਹਦੇ 'ਚ ਮੈਂ PhD ਕੀਤੀ ਹੋਈ ਆ। ਮੈਂ ਉਸੇ ਦਾ ਡਾਕਟਰ ਹਾਂ, ਮੈਂ ਤੁਹਾਡੇ ਸਰੀਰ ਦਾ ਡਾਕਟਰ ਨਹੀਂ ਹੈਗਾ ਜੀ। ਇਸ ਦੀ ਮੈਂ ਮਾਫੀ ਮੰਗਦਾ। ਪਰ ਮੈਂ ਇਹਦੇ 'ਚ ਇਹ ਤੁਹਾਨੂੰ ਜ਼ਰੂਰ ਐਡ ਕਰਨਾ ਚਾਹੁੰਦਾ ਕਿ ਇਹ ਹੋ ਸਕਦਾ ਵੀ ਜਿਹੜੀ ਤੁਹਾਡੀ ਅੱਖਾਂ ਦੀ ਰੋਸ਼ਨੀ ਜਾਂਦੀ ਹੈ, ਜੋ ਕੁਛ ਜਾਂਦੀ ਆ, ਇਹ ਕਈ ਵਾਰੀ ਇੰਨੀ ਜਾ ਨਹੀਂ ਰਹੀ ਹੁੰਦੀ। ਕਈ ਵਾਰੀ ਆਪਾਂ ਮਨ ਦੇ ਵਿੱਚ ਨਾ ਆਪਣੀ ਸੋਚ ਨੂੰ ਇਸ ਤਰੀਕੇ ਨਾਲ ਕਰ ਲੈਂਦੇ ਕਿ ਲੱਗਦਾ ਵੀ ਰੋਜ਼ ਹੀ ਰੋਜ਼ ਸਾਡੇ ਨਿਗਰਦੀ ਜਾ ਰਹੀ ਆ। ਪਰ ਫਿਰ ਵੀ ਮੇਰਾ ਸਲਾਹ ਇਹੀ ਆ ਕਿ ਜਿਹੜੇ ਤੁਹਾਡੇ ਅੱਖਾਂ ਦੇ ਕੋਈ ਡਾਕਟਰ ਨੇ, ਤੁਸੀਂ ਅੱਛੇ ਡਾਕਟਰ ਜਿਹੜੇ ਨੇ, ਉਹਨਾਂ ਨੂੰ ਆਪਣੀ ਅੱਖਾਂ ਦੇ ਇੱਕ ਵਾਰੀ ਚੈੱਕਅਪ ਜ਼ਰੂਰ ਦੁਬਾਰਾ ਕਰਵਾ ਲਓ। ਆਪ ਕੋਈ ਐਕਸਪੈਰੀਮੈਂਟ ਨਾ ਕਰੋ। ਬਿਲਕੁਲ ਜੀ ਭਾਜੀ, ਉਹਨਾਂ ਨੇ ਜਿਸ ਤਰ੍ਹਾਂ ਕਿਹਾ ਕਿ 83 ਸਾਲ ਦੇ ਸਾਡੇ ਰੈਗੂਲਰ ਕਸਟਮਰ ਨੇ ਬ੍ਰਿਸਬਨ ਤੋਂ ਇਹ ਕਾਲ ਕਰਦੇ ਹੁੰਦੇ ਆ। ਮੇਰਾ ਖਿਆਲ ਕਿ ਤੁਹਾਨੂੰ ਬਹੁਤ ਵਧੀਆ ਲਿੱਦਰ ਸਾਹਿਬ ਨੇ ਜਿਹੜਾ ਜੀ ਆਨਸਰ ਦੇ ਦਿੱਤਾ ਕਿ ਤੁਸੀਂ ਬਿਲਕੁਲ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਫੋਲੋ ਕਰਕੇ ਦੇਖੋ। ਪਹਿਲੀ ਗੱਲ ਤਾਂ ਜੀ ਜਿਹੜੀ ਤੁਹਾਡੀ ਤੰਦਰੁਸਤੀ ਆ ਉਹ ਹੀ ਬਹੁਤ ਵਧੀਆ, 83 ਸਾਲ ਦੇ ਵਿੱਚ ਬਿਲਕੁਲ ਫਿੱਟ ਨੇ ਜੀ। ਇਹ ਆਵਾਜ਼ ਤੋਂ ਪਤਾ ਲੱਗ ਰਿਹਾ ਜੀ ਕਿ ਬਹੁਤ ਬਿਲਕੁਲ ਜੀ। ਔਰ ਦੋਸਤੋ, ਤੁਹਾਡਾ ਕੋਈ ਵੀ ਕੁਐਸਚਨ ਹੋਵੇ, ਅਗਰ ਤੁਸੀਂ ਡਾਕਟਰ ਲਿੱਦਰ ਸਾਹਿਬ ਦੇ ਨਾਲ ਇਨਪੁਟ ਕਰਨਾ ਹੋਵੇ ਤਾਂ ਸਟੂਡੀਓ ਦਾ ਨੰਬਰ ਤੁਹਾਡੀ ਸਕਰੀਨ ਤੇ ਵੀ ਆ ਰਿਹਾ, 905 790 9099 ਤੇ ਜਿਹੜੀ ਤੁਹਾਡੀ ਤੇ ਸਾਡੀ ਗੱਲਬਾਤ ਹੋ ਸਕਦੀ ਆ। ਲਿੱਦਰ ਸਾਹਿਬ ਅੱਗੇ ਵਧਦੇ ਆ ਆਪਾਂ। ਮੈਂ ਜਾਣਦਾ ਸੀ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਕੈਪਟਨ ਸਾਹਿਬ ਦੀ ਸਰਕਾਰ ਆ, ਕੋਈ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ ਕਿ ਕੋਈ ਭੈਣ ਭਰਾ ਅਗਰ ਉਹਦੇ ਕੋਲ, ਦੇਖੋ ਬਹੁਤ ਸਾਰੇ ਮੈਂ ਜਾਣਦਾ ਕਿ ਉੱਥੇ ਇਸ ਤਰ੍ਹਾਂ ਦੇ ਵੀ ਭੈਣ ਭਰਾ ਨੇ ਕਿ ਦਿਹਾੜੀਦਾਰ ਆ, ਸਵੇਰੇ ਜਾਂਦੇ ਆ, ਸ਼ਾਮ ਨੂੰ ਕਮਾ ਕੇ ਲਿਆਉਂਦੇ ਤਾਂ ਰੋਟੀ ਪਾਣੀ ਤਾਂ ਚੱਲਦਾ ਹੈ। ਦੇਖੋ ਜੀ, ਮੈਂ ਅੱਗੇ ਤੁਹਾਨੂੰ ਕਿਹਾ ਵੀ ਸਾਰੀ ਸਰਕਾਰਾਂ ਨੇ ਆਪਣਾ ਪੂਰਾ ਜ਼ੋਰ ਲਾਇਆ, ਉਹ ਚਾਹੇ ਕੈਨੇਡਾ ਹੈ, ਚਾਹੇ USA, ਚਾਹੇ ਇੰਡੀਆ ਹੈ। ਪਰ ਚੱਕਰ ਹੈ ਇਹ ਬਿਮਾਰੀ ਇੱਕਦਮ ਹੀ ਇੰਨੀ ਜ਼ੋਰ ਦੀ ਫੈਲ ਗਈ, ਇੰਨੀ ਜ਼ਿਆਦਾ ਭਿਆਨਕ ਸਥਿਤੀ ਵਿੱਚ ਆ ਗਈ ਕਿ ਸਰਕਾਰਾਂ ਤੋਂ ਇੱਕਦਮ ਚੀਜ਼ਾਂ ਨਹੀਂ ਸਾਂਭ ਹੋਈਆਂ। ਉਸ ਵੇਲੇ ਥੋੜ੍ਹੀਆਂ ਬਹੁਤੀਆਂ ਕੁਤਾਹੀਆਂ ਜ਼ਰੂਰ ਹੋਈਆਂ, ਉਸ ਵੇਲੇ ਥੋੜ੍ਹੀਆਂ ਦੇਰੀਆਂ ਜ਼ਰੂਰ ਹੋਈਆਂ। ਤੇ ਪਰ ਇਹ ਆ ਵੀ ਜੇ ਆਪਾਂ ਇਹ ਨਹੀਂ ਕਰ ਕਰਦੇ, ਕੈਪਟਨ ਸਰਕਾਰ ਜਾਂ ਕੋਈ ਵੀ ਸਰਕਾਰ ਕਿਸੇ ਇੱਕ ਸਟੇਟ ਦੀ ਸੀਗੀ, ਉਹਨਾਂ ਨੇ ਬਹੁਤ ਰਾਸ਼ਨ ਵੰਡਿਆ, ਉਹਨਾਂ ਨੇ ਬੜੀਆਂ ਦਵਾਈਆਂ ਵੰਡੀਆਂ, ਉਹਨਾਂ ਨੇ ਬੜਾ ਹੀ ਸਹਾਇਤਾ ਦਾ ਸਮਾਨ ਵੰਡਿਆ। ਤੇ ਪਰ ਇਹ ਆ ਵੀ ਕਿਉਂਕਿ ਉਹੀ ਗੱਲ ਹੋ ਗਈ ਜਿੱਦਾਂ ਪਹਿਲਾਂ ਆਪਾਂ ਕਹਿ ਘਟੇ ਵੀ 2000 ਜਿਹੜੀ ਸੀ ਉਹ ਬੜੇ ਬੰਦਿਆਂ ਨੇ ਲੈ ਲਿਆ। ਉਹ ਕਈ ਵਾਰੀ ਉਹ ਜਿਹੜੇ ਬੰਦੇ ਜ਼ਰੂਰਤਮੰਦ ਸੀ ਉਹਨਾਂ ਕੋਲ ਸਮਾਨ ਨਹੀਂ ਪਹੁੰਚ ਸਕਿਆ। ਠੀਕ ਹੈ ਨਾ, ਤੇ ਇਸ ਕਰਕੇ ਉਹ ਗੱਲ ਹੋ ਸਕਦੀ ਹੈ। ਹਾਂਜੀ ਠੀਕ ਹੈ ਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ ਗੁਰੂ ਪਿਆਰਿਓ, ਮੈਂ ਬਗੈਰ ਐਨਕਾਂ ਤੋਂ ਵੀ ਅਖਬਾਰ ਇਸ ਵੇਲੇ ਪੜ੍ਹ ਲੈਣਾ। ਅੱਛਾ ਜੀ, ਇੱਕ ਵਾਰੀ ਨਾ ਦੁਬਾਰਾ ਦੱਸਿਓ ਆਪਣੀ ਜਿਹੜੀ ਪ੍ਰੋਬਲਮ ਸੀਗੀ। ਮੇਰਾ ਖਿਆਲ ਅਸੀਂ ਥੋੜਾ ਜਿਹਾ ਮਿਸਪਲੇਸ ਕਰ ਗਏ ਜੀ ਉਹਨੂੰ। ਮੇਰਾ ਇਹ ਸੀਗਾ ਜੀ ਕਿ ਮੇਰੇ ਇੱਕ 10 ਸਾਲ ਹੋ ਗਏ, 11 ਸਾਲ ਮੈਂ ਸਕੂਟਰ ਤੋਂ ਡਿੱਗ ਪਿਆ ਸੀ ਪਿੰਡ। ਅੱਛਾ ਜੀ। ਉਹਦੇ
ਨਾਲ ਕੁਝ ਨਿਗਾਹ ਦਾ ਹੋ ਸਕਦਾ, ਕੋਈ ਨਾੜ ਪਿੰਚ ਹੋ ਗਈ ਹੋਵੇ, ਸਰਕੂਲੇਸ਼ਨ ਨਾ ਹੁੰਦਾ ਹੋਵੇ। ਹਾਂਜੀ ਇਹ ਗੱਲ ਆ ਕਿ ਹੋਰ ਕੁਝ ਨਹੀਂ ਹੁੰਦਾ, ਦਰਦ ਨਹੀਂ ਹੁੰਦਾ, ਕੁਝ ਨਹੀਂ ਹੁੰਦਾ। ਕਈ ਵਾਰ ਪੈਰ ਸੁੱਜ ਜਾਂਦੇ ਆ ਬੈਠੇ ਤੇ। ਠੀਕ ਹੈ ਜੀ, ਫਿਰ ਵਜ੍ਹਾ ਹਾਂ ਇਹ ਚੀਜ਼ ਹੈ ਜੀ। ਥੈਂਕ ਯੂ। ਓਕੇ ਡਾਕਟਰ ਸਾਹਿਬ, ਦਰਅਸਲ ਇਹਨਾਂ ਦਾ ਜਿਹੜਾ ਕੁਐਸਚਨ ਸੀਗਾ ਉਹ ਇਹ ਹੈ ਕਿ ਜਿਹੜੀਆਂ ਮੇਰੇ ਗੋਡਿਆਂ ਤੋਂ ਥੱਲੇ ਲੱਤਾਂ ਨੇ ਨਾ ਮੇਰੀਆਂ, ਉਹ ਕਈ ਵਾਰੀ ਜਿੱਦਾਂ ਸੁੱਜ ਜਾਂਦੀਆਂ ਆ, ਜਾਂ ਉਹਨਾਂ ਦਾ ਫਲੋ ਜਿਹੜਾ ਬਲੱਡ ਦਾ ਉਹ ਪ੍ਰੋਪਰ ਨਹੀਂ ਹੁੰਦਾ। ਇਹ ਮੇਰਾ ਗੱਲ ਸੀਗਾ। ਨਹੀਂ ਦੇਖੋ, ਉਹ ਤਾਂ ਗੱਲ ਠੀਕ ਹੈ, ਪਰ ਇਹ ਨਾਲ ਹੀ ਆਪਣੀ ਅੱਖ ਦੀ ਗੱਲ ਕਰੀ ਜਾਂਦੇ ਸੀ। ਹਾਂਜੀ। ਤੇ ਸਾਨੂੰ ਕਨਫਿਊਜ਼ ਹੋਣਾ ਬਣਦਾ ਸੀ, ਕਿਉਂਕਿ ਹਾਂਜੀ। ਅੱਖ ਦੇ ਨਾਲ ਲੱਤਾਂ ਦਾ, ਗੋਡਿਆਂ ਦਾ ਜਾਂ ਪੈਰਾਂ ਦਾ ਕੋਈ ਕਨੈਕਸ਼ਨ ਨਹੀਂ ਹੈਗਾ। ਹਾਂਜੀ। ਉਹ ਤਾਂ ਠੀਕ ਹੈ, ਜੇ ਅੱਖ ਨਾ ਕੰਮ ਕਰਦੀ ਹੋਵੇ ਤਾਂ ਆਪਾਂ ਦਰਵਾਜ਼ੇ 'ਚ ਵੱਜੀਏ ਤੇ ਪੈਰ ਤੇ ਸੱਟ ਲੱਗ ਬਿਲਕੁਲ। ਜਾਏ। ਸੋ ਇਹਨਾਂ ਵਾਸਤੇ ਤਾਂ ਇਹੀ ਹੈ ਜੀ, ਤੁਸੀਂ ਕਿਸੇ ਅੱਛੇ ਡਾਕਟਰ ਨੂੰ, ਕਿਸੇ ਚੰਗੇ ਡਾਕਟਰ ਨੂੰ ਮਿਲ ਕੇ ਕੋਈ ਵਿਟਾਮਿਨਸ ਐਸੇ ਲਓ ਜਿਹੜਾ ਕਿ ਤੁਹਾਡੀ ਲੱਤਾਂ ਦੇ ਵਿੱਚ ਜਿਹੜੀ ਸਵੈਲਿੰਗ ਆ ਉਹ ਠੀਕ ਹੋ ਜਾਏ। ਬਾਕੀ ਤੁਹਾਡੀ ਅੱਖਾਂ ਜੇ ਰੂਬਰੂ ਹੈਗੀ ਬਿਲਕੁਲ ਸਾਫ਼ ਸੁਥਰੀਆਂ ਹੈਗੀਆਂ, ਤੇ ਇਸ ਗੱਲ ਦੀ ਅਸੀਂ ਤੁਹਾਨੂੰ ਵਧਾਈ ਦਿੰਦੇ ਆ। ਸੋ ਇਹ ਦੋ ਚੀਜ਼ਾਂ ਵੱਖਰੀਆਂ ਵੱਖਰੀਆਂ ਹੈਗੀਆਂ ਜੀ। ਲੱਤਾਂ ਦੇ ਵਿੱਚ ਜਾਂ ਧੜ ਦੇ ਥੱਲੇ ਕੋਈ ਵੀ ਜੇ ਕੁਛ ਹੈਗਾ, ਉਹ ਕਈ ਵਾਰੀ ਆਪਾਂ ਨੂੰ ਡਾਕਟਰ ਨੂੰ ਦਿਖਾਉਣ ਦੀ ਲੋੜ ਪੈ ਜਾਂਦੀ ਹੈ। ਕਈ ਵਾਰੀ ਆਪਾਂ ਜ਼ਰੂਰਤ ਤੋਂ ਜ਼ਿਆਦਾ ਸੈਰ ਕਰ ਜਾਂਦੇ ਆ, ਕਈ ਵਾਰੀ ਕਸਰਤ ਆਪਾਂ ਜ਼ਿਆਦਾ ਕਰ ਜਾਂਦੇ ਆ, ਤੇ ਕਈ ਵਾਰੀ ਆਪਾਂ ਬਿਲਕੁਲ ਹੀ ਮੰਜੇ ਤੇ ਪੈ ਰਹਿੰਦੇ। ਸੋ ਇਹ ਡਿਫਰੈਂਟ ਸਿਚੁਏਸ਼ਨਸ ਹੈਗੀਆਂ। ਇਹ ਜਿਹੜਾ ਤੁਹਾਡਾ ਕੋਲ ਉੱਥੇ ਲੋਕਲ ਡਾਕਟਰ ਨੇੜੇ ਹੈਗਾ ਨਾ ਜੀ, ਉਹ ਤੁਹਾਡੀ ਸਿਚੁਏਸ਼ਨ ਦੇਖ ਕੇ, ਉਹ ਤੁਹਾਡੇ MRI ਕਰਕੇ ਜਾਂ ਤੁਹਾਡਾ ਕੋਈ ਵੀ ਐਕਸਰੇ ਵਗੈਰਾ ਕਰਕੇ ਉਹ ਤੁਹਾਨੂੰ ਸਹੀ ਰਾਹ ਦੱਸ ਸਕਦਾ ਜੀ। ਬਿਲਕੁਲ ਜੀ। ਔਰ ਇੱਕ ਗੱਲ ਹੋਰ ਰਜਤ ਸਾਹਿਬ ਮੈਂ ਕਰਨੀ ਚਾਹੁੰਦਾ ਕਿ ਜਦੋਂ ਪੰਜਾਬ ਦੇ ਵਿੱਚ ਲਾਈਕ ਲਾਕਡਾਊਨ ਹੋਇਆ, ਲੋਕ ਘਰਾਂ 'ਚ ਬਹਿ ਗਏ, ਮੈਂ ਇੱਕ ਦੋ ਇਸ ਤਰ੍ਹਾਂ ਦੇ ਵੀ ਮੈਂ ਇਹੀ ਕਹਿ ਸਕਦਾ ਭੈਣ ਭਰਾਵਾਂ ਨੂੰ ਵੇਖਿਆ ਕਿ ਜਿਹੜੇ ਕਿ ਬਾਹਰ ਖੜੇ ਰੋਡ ਤੇ ਬੈਠਦੇ ਸੀਗੇ ਕਿ ਸਾਡੇ ਕੋਲ ਖਾਣ ਪੀਣ ਨੂੰ ਕੁਝ ਨਹੀਂਗਾ, ਅਸੀਂ ਕਿੱਥੇ ਜਾਈਏ, ਸਾਡੇ 3 ਬੱਚੇ ਨੇ। ਤਾਂ ਉਹ ਪੁਲਿਸ ਵਾਲੇ ਜਦੋਂ ਉਹਨਾਂ ਦੇ ਘਰ ਜਾਂਦੇ ਆ ਤੇ ਉਹ ਘਰ ਉਹਨਾਂ ਦੇ ਗੋਡਰੇ 'ਚ ਡਿਆ ਹੁੰਦਾ ਜੀ, ਫਿਰ ਪੁਲਿਸ ਵਾਲੇ ਉਹਨਾਂ ਨੂੰ ਪੁੱਛਦੇ ਆ ਕਿ ਇਹ ਕੀ ਹੋ ਰਿਹਾ ਜੀ, ਇਹ ਕੀ ਹੈ। ਤੇ ਇਸ ਤਰ੍ਹਾਂ ਦੇ ਵੀ ਦੇਖੋ ਉਹ ਭੈਣ ਭਰਾ ਉਸ ਤਰ੍ਹਾਂ ਹੈਗੇ ਆ ਕਿ ਜਿਨ੍ਹਾਂ ਨੂੰ ਰੋਟੀ ਮਿਲ ਰਹੀ ਆ ਉਹ ਰੋਟੀ ਦਾ ਮਜ਼ਾਕ ਉਡਾ ਰਹੇ ਨੇ। ਦੇਖੋ ਜੀ, ਮੈਨੂੰ ਜਦੋਂ ਤੁਸੀਂ ਤਾਂ ਉੱਥੇ ਦੀ ਗੱਲ ਕੀਤੀ, ਮੈਂ ਲੋਕਲ ਇੱਥੇ ਦੀ ਗੱਲ ਕਰਦਾ। ਜਦ ਨਵਾਂ ਕੰਮ ਬਰੰਪਟਨ ਸ਼ੁਰੂ ਹੋਇਆ, ਹਾਂਜੀ, ਤੇ ਮੈਨੂੰ ਇੱਥੇ ਰਿਪੋਰਟਾਂ ਇਹੀ ਗਈਆਂ, ਕਿਉਂਕਿ ਮੈਂ ਵੀ ਉੱਥੇ ਪੱਤਰਕਾਰੀ ਕਰਦਾ ਸੀ, ਮੈਂ ਵੀ ਬੜੀ ਨਿਊਜ਼ ਵਗੈਰਾ ਦਿੰਦਾ ਸੀ। ਇੱਥੇ ਵੀ ਕਾਫੀ ਰੇਡੀਓ ਦੇ ਉੱਤੇ ਮੈਂ ਅਟੈਚ ਸੀਗਾ। ਵੀ ਇੱਥੇ ਸਾਰਾ ਸਮਾਨ ਹੀ ਮੁੱਕ ਗਿਆ, ਇੱਥੇ ਦੁੱਧ ਮੁੱਕ ਗਿਆ, ਇੱਥੇ ਇਹ ਆਟਾ ਮੁੱਕ ਗਿਆ, ਹੈ ਨਾ, ਇੱਥੇ ਖਾਣ ਪੀਣ ਦਾ ਹੋਰ ਜਿਹੜੀ ਵਸਤਾਂ ਸੀ ਉਹ ਮੁੱਕ ਗਈਆਂ। ਲੋਕਾਂ ਨੇ ਹੋਰਡਿੰਗ ਕਰਨੀ ਸ਼ੁਰੂ ਕਰ ਦਿੱਤੀ। ਇਹ ਜਦੋਂ ਲੋਕੀ ਡਰ ਨਾਲ ਹੋਰਡਿੰਗ ਸ਼ੁਰੂ ਕਰਦੇ ਆ, ਉਹ ਪੰਜਾਬ 'ਚ ਵੀ ਹੁੰਦੀ, ਇੱਥੇ ਵੀ ਹੁੰਦੀ ਹੈ। ਕਿਉਂਕਿ ਤੁਹਾਨੂੰ ਅੱਗੇ ਮੈਂ ਦੱਸ ਕਿਹੜਾ ਨੇਚਰ ਆਪਣੀ ਉਹੀ ਹੈਗੀ ਹੈ। ਇੱਕ ਥੈਲੀ ਲੈ ਲਈ ਉਹਨਾਂ ਨੇ ਤੇ ਦੂਜੀ ਥੈਲੀ ਲੈਣ ਫਿਰ ਬੱਚਾ ਬਾਹਰ ਖੜਾ ਕਰਤਾ। ਉਹ ਡਰ ਹੁੰਦਾ ਵੀ ਕੱਲ ਨੂੰ ਖਰੇ ਇਹ ਮਿਲਣੇ ਕਿ ਨਹੀਂ ਮਿਲਣੇ। ਸੋ ਇਸ ਕਰਕੇ ਥੋੜਾ ਫਰਕ ਪੈ ਗਿਆ ਸੀ। ਹਾਂਜੀ, ਇਸ ਫਰਕ ਜ਼ਰੂਰ ਪਿਆ। ਪਰ ਅੰਮ੍ਰਿਤ ਸਾਹਿਬ ਦੂਸਰੀ ਗੱਲ ਮੈਂ ਇਹ ਕਰਦਾ ਕਿ ਕਈ ਜਿਹੜੇ ਸਾਡੇ ਭੈਣ ਭਰਾਵਾਂ ਨੇ ਜਦੋਂ ਵੀਡੀਓ ਪਾਈਆਂ, ਜਿਹੜੀ ਉਹਨਾਂ ਦੀ ਕਿਚਨ ਸੀਗੀ ਉਹ ਥੱਲੇ ਤੋਂ ਲਾਖੇ ਟਿਸ਼ੂ ਪੇਪਰਾਂ ਨਾਲ ਭਰੀ ਪਈ ਸੀ। ਲੋਕ ਫਿਰ ਮੁੜ ਕੇ ਟੀਚਰਾਂ ਗੱਲ ਲੱਗ ਪੈਂਦੇ ਸਾਹਿਬ ਕਿ ਕਰੋਨਾ ਜਿਹੜਾ ਆ ਇਹ ਕਰੋਨਾ ਬੁਖਾਰ ਚੱਲਦਾ, ਜੇ ਗਲ ਦੁਖਦਾ ਤੁਹਾਨੂੰ ਵਾਰ-ਵਾਰ ਬਾਥਰੂਮ ਨਹੀਂ ਜਾਣਾ ਪੈਣਾ, ਜਿਹੜੇ ਤੁਸੀਂ ਇਹਨੇ ਪੇਪਰ ਇਕੱਠੇ ਕਰ ਲਏ ਆ। ਮਤਲਬ ਆਦਤ ਆ ਨਾ, ਜੇ ਗੁਆਂਢੀ ਲੈ ਕੇ ਆਇਆ ਨਾ ਟਿਸ਼ੂ ਪੇਪਰ, ਉਹ ਵੀ ਲੈ ਆਇਆ। ਜੇ ਗੁਆਂਢੀ ਦੁੱਧ ਲੈ ਕੇ ਆਇਆ ਤਾਂ ਉਹ ਵੀ ਲੈ ਆਇਆ। ਮੈਨੂੰ ਇੱਥੇ ਕੱਲ ਹੀ ਕੋਈ ਦੱਸ ਰਿਹਾ ਸੀ, ਉਹਨਾਂ ਨੇ ਜਾ ਕੇ ਦੁੱਧ ਕੈਲਡਨ ਤੋਂ ਲੈ ਕੇ ਆਏ। ਉਹ ਦੇਖੋ ਕਿੱਡਾ ਬਰੰਪਟਨ, ਕਿੱਡਾ ਪਿੱਛੇ ਜਗ੍ਹਾ, ਕਿੰਨਾ ਏਰੀਆ, ਉਹ ਕੈਲਡਨ, ਉਹ ਵੀ ਕਹਿੰਦੇ ਸਿਰਫ ਕਹਿੰਦੇ 5 ਥੈਲੀਆਂ ਮਿਲੀਆਂ। ਉਹ ਮੈਂ ਕਿਹਾ ਸਿਰਫ 5, ਤੁਸੀਂ ਇੱਕ ਲੈ ਆਉਂਦੇ, 5 ਬੰਦਿਆਂ ਨੂੰ ਇੱਕ ਮਿਲ ਜਾਂਦੀ, ਤੇ ਇੱਕ ਦਿਨ 'ਚ ਖਤਮ ਹੋਣੀ ਨਹੀਂ ਸੀ ਤੁਹਾਡੀ। ਸੋ ਮਤਲਬ ਉਹ ਕਹਿੰਦਾ ਉਹ ਵੀ ਸਿਰਫ 5 ਹੀ ਮਿਲੀਆਂ, ਉਹ ਵੀ ਕੈਲਡਨ ਤੋਂ। ਸੋ ਮਤਲਬ ਜੇ ਇਦਾਂ ਜੋ ਆਪਾਂ ਇੱਕ ਕਿਸਮ ਦਾ ਡਰ ਪੈਦਾ ਕਰ ਲੈਂਦੇ ਨਾ, ਇਹੀ ਗੱਲ ਉੱਥੇ ਪੰਜਾਬ 'ਚ ਹੋਈ ਆ ਵੀ ਜਿਹਨੂੰ ਗਵਰਨਮੈਂਟ ਨੇ ਕੋਈ ਸਮਾਨ ਦਿੱਤਾ, ਰੱਖਿਆ। ਪਹਿਲੀ ਗੱਲ ਤਾਂ ਉਹਨਾਂ ਜਿਹੜਾ ਵੰਡਣ ਦੇ ਲਾਏ ਬੰਦੇ ਜੋ ਵੀ ਲੈ, ਮੈਂ ਉਹ ਇਹ ਨਹੀਂ ਕਹਿੰਦਾ ਵੀ ਉਹ ਬੰਦੇ ਕੌਣ ਸੀ, ਕਿਵੇਂ ਨਹੀਂ ਸੀ। ਉਹ ਇਹ ਤਾਂ ਬੜਾ ਰੌਲਾ ਉੱਥੇ ਪਿਆ ਕਿ ਜਦੋਂ ਉਹਦੀ ਵੰਡ ਹੋਈ ਆ, ਉਹ ਠੀਕ ਨਹੀਂ ਹੋਈ। ਉਹ ਦੇਖੋ ਜਿਹੜਾ ਪ੍ਰਾਪਤੀ ਚੱਕਰ ਹੁੰਦਾ ਉਹ ਤਾਂ ਇੱਥੇ ਵੀ ਹੈਗਾ, ਉੱਥੇ ਵੀ ਹੈਗਾ, ਹਾਂ। ਇੱਕ ਜਗ੍ਹਾ 10 ਥੈਲੀ ਚਲ ਗਈ, ਇੱਕ ਜਗ੍ਹਾ ਇੱਕ ਵੀ ਨਹੀਂ ਗਈ। ਉਹ 10 ਵਾਲਿਆਂ ਨੂੰ ਚਾਹੀਦੇ ਸੀ ਇੱਕ ਲੈ ਕੇ 9 ਨੂੰ ਦੇ ਦਿੰਦੇ, ਫਿਰ ਤੇ ਕੰਮ ਹੀ ਨਹੀਂ ਹੋਣਾ ਸੀਗਾ ਜੀ ਜਿਹੜਾ ਹੋਇਆ। ਪਰ ਦੂਸਰੀ ਤਰ੍ਹਾਂ ਅੰਮ੍ਰਿਤ ਸਾਹਿਬ ਇੱਕ ਗੱਲ ਹੋਰ ਵੀ ਆ ਕਿ ਜਿਹੜੀ ਸਾਡੀ ਨਾ ਫਿਸਰਤ ਕੁਝ ਇਸ ਤਰ੍ਹਾਂ ਦੀ ਬਣ ਚੁੱਕੀ ਆ ਕਿ ਅਸੀਂ ਜਿਹੜਾ ਕਹਿੰਦੇ ਨਾ ਲੱਤਾਂ ਖਿੱਚਣ ਤੋਂ ਨਹੀਂ ਹਟਦੇ। ਉਹ ਜਿਹੜੀ ਜੇ ਅਗਰ ਇਹ ਗੱਲਾਂ ਬਾਤਾਂ ਨਾ ਹੁੰਦੀਆਂ, ਦੇਖੋ ਹੁਣ ਜਿਹੜਾ ਮਹੀਨਾ 1.5 ਮਹੀਨਾ ਅੰਮ੍ਰਿਤਸਰ ਸਾਹਿਬ ਲੰਘਿਆ ਆ, ਦੇਖੋ ਕਰੋਨਾ ਇੱਕ ਹਊਆ ਬਣਾ ਦਿੱਤਾ ਲੋਕਾਂ ਨੇ ਕਿ ਜੀ ਤੁਰਿਆ ਫਿਰਦਾ ਕਰੇ ਬੰਦੇ ਨੂੰ ਇਹਨੇ ਚੱਕ ਕੇ ਲੈ ਜਾਣਾ, ਤੁਰੇ ਫਿਰਦੇ ਬੰਦੇ ਨੂੰ ਮੌਤ ਆ ਜਾਣੀ ਆ। ਪਰ ਅੰਮ੍ਰਿਤਸਰ ਸਾਹਿਬ ਇੱਕ ਗੱਲ ਜਿਹੜੀ ਆ ਉਹ ਅਜੇ ਤੱਕ ਪੱਲੇ ਨਹੀਂ ਪੈ ਰਹੀ ਕਿ ਜਿੰਨੀਆਂ ਵੀ ਕਰੋਨਾ ਨਾਲ ਅਜੇ ਤੱਕ ਮੌਤਾਂ ਹੋਈਆਂ ਉਹ ਸਿਰਫ ਤੇ ਸਿਰਫ ਹਸਪੀਟਲਾਂ 'ਚ ਹੋਈਆਂ। ਕਿਸੇ ਦੀ ਮੌਤ ਜਿੰਨਾ ਕੁ ਮੈਨੂੰ ਪਤਾ, ਮੈਂ ਆਪਣੇ ਰਿਗਾਰਡਿੰਗ ਦੱਸ ਰਿਹਾ ਜੀ ਕਿ ਮੈਂ ਨਹੀਂ ਕਿਸੇ ਤੋਂ ਸੁਣਿਆ ਕਿ ਕੋਈ ਬੰਦਾ ਘਰ ਸੀ, ਉਹਨੂੰ ਬੁਖਾਰ ਚੜਿਆ ਜਾਂ ਉਹਦਾ ਗਲ ਦੁਖਿਆ ਤਾਂ ਉਹ ਇਸ ਫਾਨੀ ਜਾਨ ਨੂੰ ਛੱਡ ਕੇ ਚਲਾ ਗਿਆ। ਇਹ ਗੱਲ ਵੀ ਕੋਈ ਪੱਲੇ ਨਹੀਂ ਪੈ ਰਹੀ। ਤੇ ਜੇ ਕਿਤੇ ਇੰਡੀਆ ਹੀਰੋ ਕਿਸੇ ਨੂੰ ਜੀ ਕਰੋਨਾ ਹੋਇਆ ਤਾਂ ਉਹਨੂੰ ਕੁਝ ਨਹੀਂ ਹੋਣਾ, ਉਹ ਬਿਲਕੁਲ ਤੰਦਰੁਸਤ ਹੋ ਕੇ ਘਰ ਨੂੰ ਆ ਰਿਹਾ। ਤੇ ਜੇ ਕਿਸੇ ਗਰੀਬ ਨੂੰ ਕਰੋਨਾ ਹੋ ਰਿਹਾ ਤਾਂ ਗਰੀਬ ਮੁੜ ਕੇ ਘਰ ਨੂੰ ਨਹੀਂ ਆ ਰਿਹਾ ਜੀ, ਖਤਮ। ਅਮੀਰ ਵੀ ਨਹੀਂ ਆਇਆ ਜੀ। ਮੈਂ ਤੁਹਾਡੀ ਗੱਲ ਪਹਿਲੀ ਗੱਲ ਸਹਿਮਤ ਹਾਂ, ਜਿਹੜਾ ਗਿਆ ਹਸਪਤਾਲ ਉਹ ਮੁੜੇ ਹੀ ਨਹੀਂ। ਉਹਦੇ 'ਚ ਕਈ ਗੱਲਾਂ ਹੋਈਆਂ। ਇੱਕ ਤਾਂ ਸਾਡੇ ਹਸਪਤਾਲਾਂ 'ਚ ਇੰਨਾ ਇੰਤਜ਼ਾਮ ਹੀ ਨਹੀਂ ਸੀਗਾ। ਠੀਕ ਹੈ ਜੀ। ਜਿਹਦਾ ਮੈਂ ਇੱਥੇ ਦੀ ਗੱਲ ਨਹੀਂ ਕਰਦਾ, ਮੈਂ ਪੰਜਾਬ ਦੀ ਗੱਲ ਸ਼ੁਰੂ ਕੀਤੀ ਹੋਈ ਆ। ਵੈਂਟੀਲੇਟਰ ਚਾਹੀਦੇ ਹੁੰਦੇ ਆ ਕਿਉਂਕਿ ਤੁਹਾਡੇ ਫੇਫੜਿਆਂ ਤੇ ਇਫੈਕਟ ਕਰਦਾ, ਉਹ ਫੇਫੜਿਆਂ ਦਾ ਹਵਾ ਦੇਣ ਵਾਸਤੇ। ਪਹਿਲੀ ਗੱਲ ਤਾਂ ਵੈਂਟੀਲੇਟਰ ਪੂਰੇ ਨਹੀਂ ਮਿਲੇ ਉਹਨਾਂ ਨੂੰ। ਦੂਜੀ ਗੱਲ ਹੁਣ ਕੱਲ ਪਰਸੋਂ ਨਿਊਜ਼ 'ਚ ਦੇਖੀ ਹੋਣੀ ਕਿ ਨਵੇਂ ਵੈਂਟੀਲੇਟਰ ਆਏ ਆ,
ਉਹ ਤਾਂ ਮੋਦੀ ਸਰਕਾਰ ਨੇ ਭੇਜੇ ਪੰਜਾਬ ਦੇ ਵਿੱਚ, ਉਹ ਸਾਰੇ ਵਾਪਸ ਕਰਨੇ ਪੈ ਗਏ ਪੀਜੀਆਈ ਚੰਡੀਗੜ੍ਹ ਤੋਂ, ਉਹ ਕੰਮ ਹੀ ਨਹੀਂ ਕਰ ਰਹੇ ਸੀ। ਇਹਦਾ ਮਤਲਬ ਜਿਹੜੀ ਕੰਪਨੀ ਸੀ ਉਹਨੇ ਆਪਣੇ ਪੈਸੇ ਖਾਣ ਦੀ ਕੀਤੀ ਆ, ਜਾਂ ਜਿਹੜੇ ਵਿੱਚ ਬੰਦੇ ਇਨਵੋਲਵ ਹੋਣਗੇ ਉਹ ਤੁਹਾਨੂੰ ਪਤਾ ਹੀ ਮੈਂ ਕੀ ਕਹਿਣਾ ਚਾਹੁੰਦਾ, ਉਹ ਹੋ ਗਈ ਗੱਲ। ਤੇ ਤੀਜੀ ਗੱਲ ਇਹ ਹੈ ਵੀ ਕਈ ਵਾਰੀ ਜਿਹੜਾ ਬੰਦਾ ਵੈਂਟੀਲੇਟਰ ਉੱਤੇ ਆਪਰੇਟ ਕਰ ਰਿਹਾ ਆਪੇ ਤਾਂ ਚੱਲਣਾ ਨਹੀਂ ਉਹ, ਤੁਸੀਂ ਮੈਂ ਜਾਂ ਕਿਸੇ ਟੈਕਨੀਸ਼ੀਅਨ ਨੇ ਕਰਨਾ, ਉਹਨਾਂ ਕੋਲ ਕਿਉਂਕਿ ਇੰਨੀ ਪ੍ਰੈਕਟਿਸ ਨਹੀਂ ਸੀ ਜਾਂ ਉਹ ਇੰਨਾ ਸੀਰੀਅਸਲੀ ਨਹੀਂ ਲੈ ਰਹੇ ਸੀ, ਉਹ ਵੈਂਟੀਲੇਟਰ ਤੇਜ਼ ਕਰ ਦਿੰਦੇ ਸੀ, ਉਹ ਫੇਫੜੇ ਪਟ ਜਾਂਦੇ ਸੀ, ਉਹ ਕਈ ਵਾਰੀ ਇਹਨਾਂ ਸਲੋ ਕਰ ਦਿੰਦੇ ਕਿ ਫੇਫੜੇ ਨੂੰ ਨਹੀਂ ਹਵਾ ਨਹੀਂ ਜਾ ਰਹੀ ਸੀ, ਸੋ ਉਹਨਾਂ ਦਾ ਵੀ ਕਈ ਵਿੱਚ ਨੁਕਸ ਆ ਗਿਆ। ਸੈਕੰਡਲੀ ਉਹ ਸਾਰੇ ਬੰਦੇ ਡਰ ਕੇ ਕੰਮ ਕਰਦੇ ਸੀ, ਜਿਵੇਂ ਤੁਹਾਡੀ ਮੇਰੀ ਡਿਊਟੀ 'ਚ ਲੱਗੀ ਵੀ ਸੀ। ਹੁਣ ਤਾਂ ਖੈਰ ਇਹ ਗੱਲ ਪ੍ਰੂਵ ਵੀ ਹੋ ਗਈ ਆ ਕਿ ਜਿਹਨੇ ਟੈਕਨੀਸ਼ੀਅਨ ਸੀ, ਡਾਕਟਰ ਸੀ, ਈਵਨ ਪੁਲਿਸ ਵਾਲੇ ਸੀਗੇ, ਈਵਨ ਜਿਹੜੇ ਸਾਡੇ ਰਾਜਨੀਤਿਕ ਬੰਦੇ ਸੀ ਉਹਨਾਂ ਨੂੰ ਵੀ ਕਰੋਨਾ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਉਹ ਵਿੱਚ ਇਨਵੋਲਵ ਹੋਇਆ। ਉਹ ਡਾਕਟਰ ਜਾਂ ਟੈਕਨੀਸ਼ੀਅਨ ਡਰ ਕੇ ਜਾਂਦੇ ਸੀ ਕਿ ਮੈਨੂੰ ਹੋ ਨਾ ਜਾਏ। ਜਿਹੜਾ ਕੰਮ ਵੀ ਤੁਸੀਂ ਡਰ ਕੇ ਕਰੋਗੇ ਉਹ ਤੁਸੀਂ ਪੂਰੀ ਸਹਿਮਤੀ ਨਾਲ ਨਹੀਂ ਕਰ ਸਕਦੇ। ਬਿਲਕੁਲ। ਔਰ ਦੇਖੋ ਜੀ, ਜਦੋਂ ਡਾਕਟਰ ਸਾਹਿਬਾਨ ਨੂੰ ਹੋਇਆ, ਬਹੁਤ ਸਾਰੇ ਦੇਖੋ ਪਹਿਲਾਂ ਤੇ ਜੀ ਅਸੀਂ ਬਹੁਤ ਸਾਰੇ ਪ੍ਰੋਗਰਾਮਾਂ 'ਚ ਅਸੀਂ ਡਾਕਟਰ ਸਾਹਿਬਾਨ ਨੂੰ ਜਿਹੜੇ ਵੀ ਫਰੰਟ ਲਾਈਨ ਵਰਕਰ ਸੀਗੇ ਉਹਨਾਂ ਨੂੰ ਸ਼ਾਬਾਸ਼ ਦਿੱਤੀ ਸੀ ਹਰ ਤਰ੍ਹਾਂ ਕਿ ਦੇਖੋ ਉਹਨਾਂ ਨੇ ਦਿਨ ਰਾਤ ਲੋਕਾਂ ਦੀ ਬਹੁਤ ਮਦਦ ਕੀਤੀ, ਕਈਆਂ ਦੀਆਂ ਜਾਨਾਂ ਬਚੀਆਂ, ਕਈ ਇਸ ਫਾਨੀ ਜਾਨ ਨੂੰ ਛੱਡ ਕੇ ਵੀ ਚਲੇ ਗਏ। ਪਰ ਡਾਕਟਰ ਸਾਹਿਬ ਇੱਕ ਗੱਲ ਜਿਹੜੀ ਹੈ, ਦੇਖੋ ਜੀ ਦੁਨੀਆ ਦੀ ਮੇਨ ਪਾਵਰ, ਅਸੀਂ ਅਗਰ ਅਮਰੀਕਾ ਦੀ ਗੱਲਬਾਤ ਕਰਦੇ ਹਾਂ, ਜਦੋਂ ਵੀ ਕਿਤੇ ਕੋਈ ਗੱਲਬਾਤ ਹੁੰਦੀ ਹੈ ਦਬਕੇ ਬੜੇ ਵੱਡੇ ਵੱਜਦੇ, ਪਰ ਜਦੋਂ ਇਸ ਤਰ੍ਹਾਂ ਦੀ ਭੀੜ ਪਈ ਆ ਤੇ ਸਭ ਤੋਂ ਵੱਧ ਮੌਤਾਂ ਜਿਹੜੀਆਂ ਜੀ ਉਹ ਅਮਰੀਕਾ 'ਚ ਹੋਈਆਂ। ਉਹਦੇ ਦੋ ਰੀਜ਼ਨ ਆ। ਇੱਕ ਤਾਂ ਟਰੰਪ ਸਾਹਿਬ ਨੇ ਬਹੁਤਾ, ਮੈਂ ਤਾਂ ਸਾਫ਼ ਕਰਨਾ ਵੀ ਇੰਨਾ ਸੀਰੀਅਸ ਲਿਆ ਨਹੀਂ ਸੀ, ਬਿਲਕੁਲ ਉਹ ਆਪਣੀ ਇਲੈਕਸ਼ਨ 'ਚ ਲੱਗੇ ਹੋਏ ਆ। ਨੰਬਰ 2, ਤੁਸੀਂ ਦੇਖਿਆ ਹੋਣਾ ਬੜੇ ਉੱਥੇ ਪ੍ਰਦਰਸ਼ਨ ਹੋਏ ਆ, ਬੜੀਆਂ ਇੱਦਾਂ ਲੋਕਾਂ ਨੇ ਰੌਲਾ ਪਾਇਆ, ਉਹ ਕਹਿੰਦੇ ਅਸੀਂ ਮਾਸਕ ਲਾਉਣੇ ਹੀ ਨਹੀਂ, ਅਸੀਂ ਪੜ੍ਹੇ ਲਿਖੇ ਹਾਂ, ਅਸੀਂ ਬੜੇ ਸਿਆਣੇ ਹੈਗੇ ਆ, ਤੁਸੀਂ ਕੌਣ ਨੇ, ਅਸੀਂ ਆਪਣੀ ਮੌਤ ਦੀ ਜ਼ਿੰਦਗੀ ਖੁਦ ਜ਼ਿੰਮੇਵਾਰ ਆ। ਇਹ ਥੋੜਾ ਜਿਹਾ ਅਮਰੀਕਾ 'ਚ ਇਹ ਕੇਸ ਹੋਇਆ, ਇਹ ਕੇਸ ਆਸਟ੍ਰੇਲੀਆ 'ਚ ਵੀ ਹੋਇਆ, ਇਟਲੀ 'ਚ ਵੀ ਹੋਇਆ, ਤੇ ਜਦੋਂ ਇਟਲੀ ਦਾ ਦੇਖ ਲਿਆ ਸਵਾਦ ਲਿਆ ਗਿਆ, ਅਮਰੀਕਾ ਸਵਾਦ ਲੈ ਰਿਹਾ, ਤੇ ਲੇਟੈਸਟ ਨੂੰ ਆਸਟ੍ਰੇਲੀਆ 'ਚ ਹੋ ਰਿਹਾ, ਠੀਕ ਹੈ। ਪਰ ਇੰਡੀਆ ਵਿੱਚ ਇਹ ਅਸੀਂ ਲੋਕਾਂ ਨੇ ਨਾ ਨਹੀਂ ਕੀਤੀ, ਪਰ ਲੋਕਾਂ ਨੂੰ ਜਿਹੜੀ ਇਹਨਾਂ ਦਾ ਤਰੀਕਾ ਸੀ ਨਾ ਅਵੇਅਰਨੈਸ ਦਾ, ਉਹ ਠੀਕ ਨਹੀਂ ਸੀਗਾ। ਜੇ ਕੋਈ ਬੰਦਾ ਬਾਹਰ ਨਿਕਲਦਾ ਸੀ ਡਾਂਗਾ ਮਾਰਦੇ ਸੀ ਉਹਦੇ, ਜਾਂ ਮਾਰ ਕੇ ਕੁੱਟਦੇ ਸੀ, ਜਾਂ ਅੰਦਰ ਜੇਲ੍ਹ 'ਚ ਲੈ ਜਾਂਦੇ। ਇਹ ਕਈ ਕੰਮ, ਜਿਵੇਂ ਮੈਂ ਦੱਸਿਆ ਮੈਂ ਡਾਕਟਰ ਸਾਈਕੋਲੋਜੀ ਦਾ ਹੈਗਾ, ਮਾਨਸਿਕ ਰੋਗਾਂ ਦਾ ਮੈਂ ਇਲਾਜ ਕਰਦਾ, ਉਹ ਜਦੋਂ ਕਿਸੇ ਬੰਦੇ ਨੂੰ ਪਿਆਰ ਨਾਲ ਗੱਲ ਸਮਝਾਓਗੇ ਜਲਦੀ ਸਿੱਖਦਾ। ਬੱਚੇ ਨੂੰ ਚਪੇੜ ਮਾਰੋਗੇ, ਇੱਕ ਵਾਰੀ ਚਪੇੜ ਮਾਰ ਕੇ ਰੋਕੂਗਾ, ਦੂਜੀ ਵਾਰੀ ਉਹੀ ਗਲਤੀ ਕਰਕੇ ਤੁਹਾਡੇ ਅੱਗੇ ਫਿਰ ਗੱਲ ਕਰ ਦੂਗਾ, ਲੈ ਮਾਰ ਲਓ ਜੀ। ਜੇ ਉਹੀ ਗੱਲ ਉਹਨੂੰ ਪਿਆਰ ਨਾਲ ਸਮਝਾਈ ਜਾਏ ਤਾਂ ਉਹ ਕਦੀ ਗਲਤੀ ਨਹੀਂ ਕਰੂਗਾ। ਇਹਨਾਂ ਦਾ ਤਰੀਕਾ ਜਿਹਨੂੰ ਅਵੇਅਰਨੈਸ ਕਹਿੰਦੇ ਆ, ਉਹ ਥੋੜਾ ਜਿਹਾ ਇੰਡੀਆ ਵਿੱਚ ਗਲਤ ਸੀਗਾ। ਇਹ ਨਾ ਜ਼ਬਰਦਸਤੀ ਜ਼ਿਆਦਾ ਕਰਨ ਲੱਗ ਪਏ, ਇਹ ਸੋਚਿਆ ਨਹੀਂ ਕਿ ਜਿਹੜਾ ਸਾਡਾ ਅੱਗੇ ਕਲਾਇੰਟ ਹੈਗਾ ਉਹ ਕਿੰਨਾ ਕੁ ਪੜ੍ਹਿਆ ਲਿਖਿਆ ਹੈਗਾ, ਉਹ ਕਿੰਨਾ ਕੁ ਸਮਝਦਾਰ ਹੈਗਾ। ਕੁਛ ਇਹਨਾਂ ਨੂੰ ਆਪ ਨੂੰ ਵੀ ਨੌਲੇਜ ਨਹੀਂ ਸੀਗੀ। ਹੁਣ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਅੱਜ, ਹੁਣ ਆਪਾਂ ਸਾਰੇ ਕਹੀਏ ਨੇ ਮਾਸਕ ਪਾਓ, ਮਾਸਕ ਪਾਓ, ਮਾਸਕ ਪਾਓ, ਮੈਂ ਵੀ ਕਹਿੰਦਾ ਮਾਸਕ ਪਾਓ। ਕਦੀ ਕਿਸੇ ਨੇ ਇਹ ਦੱਸਿਆ ਵੀ ਕਿਹੜਾ ਮਾਸਕ ਪਾਉਣਾ? ਦੇਖੋ ਜੀ, ਨਾ ਤੇ ਇਹ ਦੱਸਿਆ ਕਿਹੜਾ ਮਾਸਕ ਪਾਉਣਾ, ਨਾ ਹੀ ਉਹਨਾਂ ਨੇ ਇਹ ਦੱਸਿਆ ਕਿ ਇਹ ਮਾਸਕ ਦੇ ਨਾਲ ਕਦੀ ਕਿਹੜੀ ਸੇਫਟੀ ਆ, ਕਿਸੇ ਨੂੰ ਕੋਈ ਅਵੇਅਰਨੈਸ ਕਿਸੇ ਨੇ ਨਹੀਂ ਕੀਤੀ ਜੀ। ਦਿੱਲੀ ਸਰਕਾਰ ਨੇ ਇੱਕ ਵਾਰੀ ਇਹ ਐਲਾਨ ਕੀਤਾ ਸੀ, ਹੁਣ ਵੀ ਉਹਦਾ ਜਾਰੀ ਹੈਗਾ। ਉਹ ਕਹਿੰਦੇ ਜਦੋਂ ਤੁਸੀਂ ਘਰ ਬੈਠੇ ਹੋ ਜਾਂ ਕਾਰ ਚਲਾ ਰਹੇ ਹੋ, ਜਾਂ ਤੁਸੀਂ ਘਰ ਦੇ ਵਿੱਚ ਜਾਂ ਕਿਤੇ ਤੁਸੀਂ ਮੀਆਂ ਬੀਬੀ ਜਾ ਰਹੇ ਹੋ, ਮਾਸਕ ਦੀ ਲੋੜ ਨਹੀਂ ਹੈਗੀ, ਕਿਉਂਕਿ ਤੁਸੀਂ ਘਰੋਂ ਤਾਂ ਜਾ ਕੇ ਗਏ ਹੋ। ਪਰ ਆਪਣੇ ਜਦੋਂ ਬਾਕੀ ਜਿਹੜੇ ਹੈਗੇ ਉਹ ਕਹਿੰਦੇ ਨਹੀਂ, ਘਰੋਂ ਬਾਹਰ ਨਿਕਲਣਗਾ ਮਾਸਕ ਪਾ ਕੇ ਨਿਕਲੋ। ਮਾਸਕ ਪੈ ਗਈ, ਦੇਖੋ ਮੈਂ ਕਹਿੰਦਾ ਮਾੜੀ ਗੱਲ ਨਹੀਂ। ਹੁਣ ਇਹ ਕਿਸੇ ਨੇ ਦੱਸਿਆ ਨਹੀਂ ਕਿ ਕੁਛ ਜੇ ਮਾਸਕ ਪਾਓਗੇ ਤੇ ਅੰਦਰ ਤੁਹਾਡੇ ਕਾਰਬਨ ਡਾਈਆਕਸਾਈਡ ਬਾਹਰ ਆ ਰਹੀ ਆ, ਤੁਸੀਂ ਲੈਣੀ ਹੈ ਆਕਸੀਜਨ, ਉਹ ਕਾਰਬਨ ਡਾਈਆਕਸਾਈਡ ਮੁੜ ਕੇ ਅੰਦਰ ਉਹੀ ਜਾ ਰਹੀ ਹੈ। ਬਹੁਤੇ ਕੇਸ ਡਾਕਟਰਾਂ ਨੇ ਕਿਹਾ ਹੈਗਾ ਕਿ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੋ ਗਈ ਹੈ ਮਾਸਕ ਪਹਿਨਣ ਨਾਲ, ਕਿਉਂਕਿ ਕਾਰਬਨ ਡਾਈਆਕਸਾਈਡ ਮੁੜ ਕੇ ਫਿਰ ਅੰਦਰ ਉਹੀ ਆਈ ਹੈ। ਉਹ ਜਿਹੜੀ ਤਾਜ਼ੀ ਹਵਾ ਤਾਂ ਮਿਲੀ ਨਹੀਂ ਉਹਨਾਂ ਨੂੰ। ਫਿਰ ਇਹ ਨਹੀਂ ਦੱਸਿਆ ਮਾਸਕ ਕਿਹੜਾ ਪਾਉਣਾ, ਕਿੱਦਾਂ ਦਾ ਪਾਉਣਾ, ਕਿਹੜੇ ਕੱਪੜੇ ਦਾ ਪਾਉਣਾ। ਲੋਕੀ ਉਹੀ ਗੂੜੇ ਲੈ ਕੇ, ਮੋਟੇ ਲੈ ਕੇ ਧੋ ਕੇ ਉਹੀ ਪਾਈ ਜਾਂਦੇ ਆ। ਫਿਰ ਉਹਨੇ ਕਿਹਾ ਵੀ 10 ਮਿੰਟ ਬਾਅਦ ਕੋਈ ਮਾਸਕ ਨਹੀਂ ਪਾਉਣਾ, ਪਾ ਕੇ ਸਿੱਟ ਦਿਓ, ਨਵਾਂ ਪਾ ਲਓ, ਤਾਂ ਕਿ ਉਹ ਜਿਹੜੀ ਕੰਟਾਮੀਨੇਸ਼ਨ ਅੰਦਰ ਹੋ ਗਈ ਆ, ਜਾਂ ਅੰਦਰ ਕੋਈ ਅੰਦਰ ਕੋਈ ਆ ਗਈ ਆ ਉਹਦਾ, ਤੇ ਉਹ ਬਾਹਰ ਡਿੱਗੂਗਾ, ਨਵਾਂ ਪਾ ਲਓ। ਇਹ ਕਹਿੰਦੇ ਨਵਾਂ ਲਓ ਯਾਰ, ਫਿਰ ਪੈਸੇ ਲੱਗਣਗੇ। ਸੋ ਇਹ ਚੀਜ਼ਾਂ ਅਸੀਂ ਤਰੀਕੇ ਨਹੀਂ, ਫਿਰ ਮਾਸਕ ਪਾਉਣਾ ਕਿ ਲੋਕੀ ਕਰਦੇ ਇੱਥੋਂ ਚੱਕ ਕੇ ਇੱਥੇ ਗਲ ਸਿੱਟ ਦਿੰਦੇ ਆ, ਠੀਕ ਹੈ। ਇਹ ਸਭ ਤੋਂ ਗਲਤ ਤਰੀਕਾ ਹੈਗਾ ਜੋ ਡਾਕਟਰ ਨੇ ਕਿਹਾ, ਕਿਉਂਕਿ ਮਾਸਕ ਵਿੱਚ ਤੁਹਾਡੇ ਆ ਗਈ ਨਮੀ ਆ ਗਈ, ਜਾਂ ਤੁਹਾਡੇ ਕੋਈ ਇਨਫੈਕਸ਼ਨ ਆ ਗਈ, ਉਹ ਸਿੱਧਾ ਕਰਕੇ ਗਲ ਚ ਮਿਲਾਤਾ, ਉਹ ਗਲ ਚ ਸਿੱਧੀ ਇਨਫੈਕਸ਼ਨ ਚੱਲ ਗਈ। ਤੁਸੀਂ ਜਿਹੜਾ ਚੀਜ਼ ਰੋਕਣੀ ਸੀ ਉਹ ਤਾਂ ਤੁਸੀਂ ਕਰ ਲਈ, ਆਪ ਕਰ ਲਈ ਜੀ। ਅਸੀਂ ਕਹਿੰਦੇ ਨਹੀਂ ਜੀ, ਅਸੀਂ ਨੱਕ ਤੋਂ ਲਾ ਕੇ ਇੱਥੇ ਨਹੀਂ, ਇੱਥੇ ਕਈ ਮੂੰਹ ਤੇ ਕਰ ਲੈਂਦੇ ਆ, ਉਹ ਗੱਲ ਤੋਂ ਉਹੀ ਜੋ ਇਨਫੈਕਸ਼ਨ ਹੈ ਉਹ ਸਾਰੇ ਮੂੰਹ ਚਲ ਗਈ। ਜਾਂ ਕਿਹਾ ਵੀ ਨੋਜ਼ ਤੋਂ ਇੱਥੋਂ ਲੈ ਕੇ ਉਸ ਹਿਸਾਬ ਨਾਲ ਨਾ ਉਦਾਂ ਦੇ ਮਾਸਕ ਬਣਨੇ ਚਾਹੀਦੇ ਆ। ਹੁਣ ਘਰ ਮਾਸਕ ਬਣ ਰਹੇ ਆ। ਇੱਥੇ ਤਾਂ ਬੜਾ ਵੱਡਾ ਜੀ ਬਿਜ਼ਨਸ ਇਹੀ ਹੋ ਗਿਆ, ਮਾਸਕ ਜਾਂ ਫਿਰ ਸੈਨੀਟਾਈਜ਼ਰ, ਇੱਕ ਦੋ ਚੀਜ਼ਾਂ ਬਸ ਹਰ ਜਗ੍ਹਾ ਉਹੀ ਪਈਆਂ ਜੀ। ਕਿਸੇ ਦੁਕਾਨ ਤੋਂ ਸੈਨੀਟਾਈਜ਼ਰ ਜਿਹੜਾ ਨਾ ਉਹ ਪਿਓਰ ਕੇਵਲ ਨਹੀਂ ਮਿਲਦਾ, ਉਹ ਆਪਣੇ ਬਣਾਉਣਾ ਵੇਚੀ ਜਾਂਦੇ ਆ, ਠੀਕ ਹੈ ਨਾ। ਹੁਣ ਉਹ ਕਹਿੰਦੇ ਅਲਕੋਹਲ ਵਾਲਾ ਜਦੋਂ ਤੁਸੀਂ ਵਰਤੋ, ਕੋਈ ਕਹਿੰਦਾ ਸਾਬਣ ਵਾਲਾ ਵਰਤੋ, ਕੋਈ ਕਹਿੰਦਾ ਖੁਸ਼ਬੂ ਵਾਲਾ ਵਰਤੋ। ਮਤਲਬ
ਇਹ ਵੀ ਦੱਸਦੇ ਸੀਗੇ ਕਿ ਕਿਹੜਾ ਸੈਨੀਟਾਈਜ਼ਰ ਵਰਤਣਾ। ਮੈਂ ਨਹੀਂ ਕਹਿੰਦਾ ਕਿਸੇ ਕੰਪਨੀ ਦੇ ਨਾਲ ਲਓ, ਹਾਂਜੀ। ਮੈਂ ਨਹੀਂ ਕਹਿੰਦਾ ਕਿਸੇ ਦਾ ਜਿਹੜੀ ਕੋਈ ਚੀਜ਼ ਬਣਾਉਂਦੀ ਹੈ ਵਰਕਸ਼ਾਪ ਬਣਾਉਂਦਾ ਨਾ, ਨਹੀਂ, ਪਰ ਕਮ ਸੇ ਕਮ ਇਹ ਦੱਸੋ ਵੀ ਉਹਦੇ 'ਚ ਕਿਹੜੇ ਕਿਹੜੇ ਇੰਗਰੀਡੀਐਂਟਸ ਹੋਣੇ ਚਾਹੀਦੇ ਆ। ਬਿਲਕੁਲ ਜੀ। ਵਿਟਾਮਿਨ ਖਾਂਦੇ ਆ, ਵਿਟਾਮਿਨ 12 ਖਾਂਦੇ ਆ ਜੋ ਜਾਂ ਕੋਈ ਖਾਂਦੇ ਆ, ਉਹ 'ਚ ਲਿਖਿਆ ਹੁੰਦਾ ਵੀ ਕਿਹੜੀ ਕਿਹੜੀ ਚੀਜ਼ ਪਾਈ ਹੋਈ, ਕਿੰਨੀ ਪਾਈ, ਤੁਸੀਂ ਕਿਹੜਾ ਮਾਸਕ ਲੈਣਾ, ਤੁਸੀਂ ਕਿਹੜਾ ਸੈਨੀਟਾਈਜ਼ਰ ਯੂਜ਼ ਕਰਨਾ ਤੇ ਕਿੰਨੇ ਤਰੀਕੇ ਨਾਲ ਕਰਨਾ, ਕਿਵੇਂ ਕਰਨਾ। ਹਾਂਜੀ। ਇੱਕ ਵਾਰ ਤੁਹਾਨੂੰ ਛੋਟੀ ਐਗਜ਼ਾਮਪਲ ਦਿੰਦਾ, ਜਿਹੜਾ ਇਹ ਵਾਇਰਸ ਹੈਗਾ ਇਹ ਹੱਥਾਂ ਤੇ ਬਾਹਾਂ ਤੇ ਆਉਂਦਾ, ਹਾਂਜੀ। ਮੂੰਹ ਤੇ ਆਉਂਦਾ, ਕੋਈ ਮੈਟਲ ਹੈਗਾ ਜਿਹੜਾ ਉਹਦੇ ਤੇ ਇਹ ਕਈ ਵਾਰੀ 18 ਘੰਟੇ 20 ਘੰਟੇ ਤੱਕ ਰਹਿੰਦਾ ਇੱਕੋ ਜਗ੍ਹਾ ਅੱਛਾ। ਮੈਟਲ ਤੇ। ਹੱਥ ਸਾਫ਼ ਕਰ ਲੈ, ਸਾਬਣ ਨਾਲ ਜੇ ਤੋਂ ਤੋਲੇ ਨਾਲ ਹੀ ਨਿਕਲ ਗਿਆ, ਸੈਨੀਟਾਈਜ਼ਰ ਲਾ ਰਿਹਾ ਤੇ 15-20 ਘੰਟਾ ਜਾਂ 1 ਮਿੰਟ ਬਾਅਦ ਨਿਕਲ ਗਿਆ। ਹਾਂਜੀ। ਹੁਣ ਜਿਵੇਂ ਐਗਜ਼ਾਮਪਲ ਦੇਗਾ, ਮੈਂ ਪਾਇਆ ਹੋਇਆ ਕੜਾ, ਹਾਂਜੀ। ਤੁਸੀਂ ਪਾਈ ਘੜੀ, ਹਾਂਜੀ। ਇੱਥੇ ਇਨਫੈਕਸ਼ਨ ਜੇ ਆ ਗਈ, ਵਾਇਰਸ ਆ ਗਿਆ, ਇਹਨੇ ਤਾਂ 8-9 ਘੰਟੇ ਰਹਿਣਾ ਨਾ। ਅਸੀਂ ਕਰਦੇ ਇੱਥੋਂ ਹੱਥ ਧੋ ਲੈ, ਹਾਂਜੀ। ਇਹ ਤਾਂ ਨਹੀਂ ਧੋਤਾ ਨਾ, ਇਹ ਸਾਫ਼ ਨਹੀਂ ਕਿਤੇ, ਘੜੀ ਤਾਂ ਨਹੀਂ ਧੋ ਸਕਦੇ, ਇਹ ਤਾਂ ਧੋ ਸਕਦੇ ਹਾਂਜੀ, ਹਾਂਜੀ। ਨੇ। ਇਹਦੇ ਮੈਂ ਕਹਿੰਦਾ ਸਾਨੂੰ ਇਹ ਚੀਜ਼ਾਂ ਦੱਸੀਆਂ ਨਹੀਂ ਗਈਆਂ Awareness ਬਹੁਤ ਵੀ ਜ਼ਰੂਰੀ ਹੈ। ਕਿਹੜੀ ਚੀਜ਼ ਜਿਹੜੀ ਆ ਉਹ ਇਹਦੇ ਨਾਲ ਜਾਣੀ, ਕਿਹੜੀ ਚੀਜ਼ ਨਹੀਂ ਜਾਣੀ। ਹਾਂਜੀ। ਸੋ ਇਸ ਕਰਕੇ ਉੱਥੇ ਮੈਂ ਸਮਝ ਉੱਥੇ ਸਬਜ਼ੀਆਂ ਵੀ ਲੈ ਕੇ ਆਉਂਦੇ ਸੀ ਲੋਕੀ, ਸਾਬਣ ਨਾਲ ਧੋ ਕੇ ਬਾਹਰ ਰੱਖ ਦਿੰਦੇ ਸੀ, ਹਾਂਜੀ। ਡਿਫਰੈਂਟ ਹੱਥ ਲੱਗੇ ਹੋਏ ਆ। ਹਾਂਜੀ। ਉਦੋਂ ਅਗਲੇ ਦਿਨ ਸਬਜ਼ੀ ਵੀ ਕੱਟ ਕੇ ਖਾਣੀ ਆ। ਹਾਂਜੀ। ਇਹਦੇ ਸਭ ਤੋਂ ਜ਼ਿਆਦਾ ਵਾਇਰਸ ਹੈਗਾ ਉਹ ਨੋਟਾਂ 'ਚ, ਇੱਥੇ ਵੀ ਤੇ ਇੰਡੀਆ 'ਚ ਵੀ। ਵਾਓ। ਕਿਉਂਕਿ ਆਪਾਂ ਹੱਥ ਤਾਂ ਉਹੀ ਹੈ ਨਾ, ਹਾਂਜੀ। ਹਰ ਵਾਰ ਤੇ ਹੱਥ ਧੋ ਕੇ ਤੁਸੀਂ ਨੋਟ ਫੜਨੇ ਨਹੀਂ, ਦੁਕਾਨ ਤੇ ਉਹਨੇ ਪੈਸੇ ਦਿੱਤੇ, ਉੱਥੇ ਤਾਂ ਹੈ ਹੀ ਰੇਹੜੀ ਸਾਰੀਆਂ। ਹਾਂਜੀ। ਤੁਸੀਂ ਕੋਈ ਸਮਾਨ ਖਰੀਦਿਆ, ਉਹਨੇ ਹੋਰ ਪੈਸੇ ਦਿੱਤੇ, 99 ਰੁਪਏ 80 ਰੁਪਏ ਤੁਸੀਂ ਫੜੇ ਕਰਕੇ ਪਰਸ 'ਚ ਪਾ ਲਏ, ਉਹ ਸਾਰਾ ਪਰਸ ਕੰਟੈਮੀਨੇਸ਼ਨ ਹੋ ਗਿਆ। ਉਹਦੇ ਬਾਅਦ ਉਹੀ ਤੁਸੀਂ ਕੱਢ ਗਾ ਵਿੱਚ ਉਹੀ ਕੱਢ ਕੇ ਨੱਕ ਨੂੰ ਲਾ ਲਿਆ, ਉਹੀ ਮੂੰਹ ਨੂੰ ਲਾ ਹੱਥ ਲੱਗਦੇ ਆ ਜੀ। ਇਹੀ ਤਾਂ ਦੱਸਣਾ ਹੈਗਾ ਵੀ ਜਿਹੜੇ ਨੋਟ ਨੂੰ ਘੱਟ ਤੋਂ ਘੱਟ ਵਰਤੋ, ਮਸ਼ੀਨ ਨੂੰ ਜ਼ਿਆਦਾ ਵਰਤੋ। ਬਿਲਕੁਲ ਤੇ ਜੇ ਨੋਟ ਆ ਵੀ ਗਏ ਤੇ ਕੋਈ ਗੱਲ ਨਹੀਂ, ਨੋਟ ਜੇਬ 'ਚ ਪਾ ਕੇ ਹੱਥ ਧੋ ਤੇ ਪਰਸ ਵਿੱਚ ਸਪਰੇ ਮਾਰੋ, ਬਿਲਕੁਲ, ਤਾਂ ਕਿ ਕੁਝ ਤਾਂ ਉਹਨਾਂ ਜਾਵੇ ਨਾ। ਕੁਛ ਨਾ ਕੁਛ। ਸੋ ਇਹ ਚੀਜ਼ ਜਿਹੜੀ ਅਵੇਅਰਨੈਸ ਆ ਨਾ, ਇਹ ਅਸੀਂ ਬਹੁਤ ਘੱਟ ਦੱਸੀ ਆ, ਅਸੀਂ ਡੰਗ ਤੇ ਜ਼ਿਆਦਾ ਜ਼ੋਰ ਦਿੱਤਾ। ਹਾਂਜੀ। ਅਸੀਂ ਅਖਬਾਰਾਂ ਭਰਤੀਆਂ, ਟੀਵੀ ਭਰਤੇ, ਰੇਡੀਓ ਭਰਤੇ, ਮਾਸਕ ਲਾਓ, ਡਿਸਟੈਂਸ ਕਰੋ, ਕਿੰਨਾ ਕਰੋ, ਕੋਈ 2 ਮੀਟਰ ਕਹੀ ਜਾਂਦਾ, ਕੋਈ 1 ਮੀਟਰ ਕਹੀ ਜਾਂਦਾ। ਜਿਹੜੇ ਜਿੰਨਾ ਮੂੰਹ ਜੋ ਨਹੀਂ ਗੱਲਾਂ ਦੇਖੋ ਕਿੰਨੀ ਮੈਂ ਇੰਟਰਸਟਿੰਗ ਗੱਲ ਦੱਸਣ ਲੱਗਾ ਤੁਹਾਨੂੰ। ਜੇ ਲੈਕਚਰ ਇੱਕ ਛੋਟੀ ਜਿਹੀ ਬ੍ਰੇਕ ਦਾ ਟਾਈਮ ਹੈ ਆਪਣਾ। ਹਾਂ ਚਲੋ ਉਹਦੇ ਬਾਅਦ ਆਪਾਂ ਗੱਲ ਕਰਾਂਗੇ, ਬਹੁਤ ਵਧੀਆ ਬਾਅਦ ਇੱਥੋਂ ਹੀ ਦੁਬਾਰਾ ਸ਼ੁਰੂ ਕਰਾਂਗੇ ਦੋਸਤੋ। ਇੱਕ ਛੋਟੀ ਜਿਹੀ ਬ੍ਰੇਕ ਆ, ਤਾਂ ਬ੍ਰੇਕ ਤੋਂ ਬਾਅਦ ਇਸੇ ਤਰ੍ਹਾਂ ਡਾਕਟਰ ਲੱਜਰ ਸਾਹਿਬ ਦੇ ਨਾਲ ਗੱਲਬਾਤ ਦਾ ਸਿਲਸਿਲਾ ਜਿਹੜਾ ਜਾਰੀ ਰਹੇਗਾ। ਤੁਸੀਂ ਕਿਤੇ ਨਹੀਂ ਜਾਣਾ, ਵਿਜ਼ਨ ਪੰਜਾਬ ਟੀਵੀ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਇੱਕ ਛੋਟੀ ਜਿਹੀ ਬ੍ਰੇਕ ਹੋਣੀ ਗਏ ਤੇ ਹੁਣੀ ਵਾਪਸ ਆਏ। ਦੋਸਤੋ ਇੱਕ ਵਾਰੀ ਫਿਰ ਸਵਾਗਤ ਹੈ ਜੀ ਤੁਹਾਡਾ, ਤੁਸੀਂ ਜੁੜੇ ਹੋਏ ਹੋ ਵਿਜ਼ਨ ਪੰਜਾਬ ਟੀਵੀ ਦੇ ਨਾਲ। ਔਰ ਅਸੀਂ ਬਹੁਤ ਹੀ ਵਧੀਆ ਗੱਲਾਂ ਬਾਤਾਂ ਅੱਜ ਤੁਹਾਡੇ ਨਾਲ ਕਰ ਰਹੇ ਹਾਂ ਡਾਕਟਰ ਦਵਿੰਦਰ ਉਹਨਾਂ ਦੇ ਨਾਲ, ਕੁਝ ਪੰਜਾਬ ਦੀਆਂ ਤੇ ਕੁਝ ਕੈਨੇਡਾ ਦੀਆਂ ਜਿਹੜੀਆਂ ਜੀ ਮਿਕਸਰ ਜਿਹੜਾ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ ਕਿ ਪੰਜਾਬ ਦੇ ਹਾਲਾਤ ਇਸ ਵਕਤ ਕਿਸ ਤਰ੍ਹਾਂ ਦੇ ਆ ਤੇ ਕੈਨੇਡਾ ਦੇ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਆ। ਡਾਕਟਰ ਸਾਹਿਬ ਆਪਾਂ ਜਿਹੜੀ ਗੱਲਬਾਤ ਜਿੱਥੋਂ ਸ਼ੁਰੂਆਤ ਕੀਤੀ ਸੀ ਉੱਥੋਂ ਹੀ ਦੁਬਾਰਾ ਹੁਣ ਜੀ ਬ੍ਰੇਕ ਤੋਂ ਬਾਅਦ ਸ਼ੁਰੂਆਤ ਕਰਦੇ ਹਾਂ ਕਿ ਜਿਹੜੇ ਪੰਜਾਬ ਦੇ ਹਾਲਾਤ ਸੀਗੇ, ਕੈਨੇਡਾ ਦੇ ਹਾਲਾਤ ਸੀ, ਕਿੰਨੀ ਕੁ ਸਮਾਨਤਾ ਸੀ ਇੱਕ ਦੂਜਿਆਂ ਦੇ ਵਿੱਚ, ਕਿਉਂਕਿ ਤੁਸੀਂ ਇੱਥੋਂ ਹੀ ਗਏ ਆ ਵਾਪਸ, ਉੱਥੇ 3-4 ਮਹੀਨੇ ਰਹਿ ਕੇ ਜਿਹੜੇ ਆਏ ਆ। ਤੇ ਦੂਸਰੀ ਚੀਜ਼ ਇਹ ਹੈ ਕਿ ਜਿਹੜਾ ਪੁਲਿਸ ਵਾਲੇ ਸੀਗੇ ਜਦੋਂ ਸ਼ੁਰੂ ਦੇ ਵਿੱਚ ਲੋਕਾਂ ਨੂੰ ਕੁੱਟਣ ਲੱਗ ਪਏ ਸੀਗੇ, ਉਹ ਕਿੰਨਾ ਕੁ ਜਾਇਜ਼ ਸੀਗਾ ਲੋਕਾਂ ਨੂੰ ਕੁੱਟਣਾ ਤਾਂ ਕਿਸੇ ਚੀਜ਼ ਦਾ ਮੇਰਾ ਖਿਆਲ ਹੱਲ ਨਹੀਂ ਵੈਸੇ। ਦੇਖੋ ਕੈਨੇਡਾ ਵਿੱਚ ਤਾਂ ਕੁੱਟਣਾ ਵੈਸੇ ਇਹ ਨਹੀਂਗਾ। ਹਾਂਜੀ। ਸੋ ਇਹ ਹੁਣ ਇੱਥੇ ਵੀ ਕੁੱਟ ਦਿੰਦੇ ਥੋੜਾ ਉਹ ਕੋਈ ਆਪਣੇ ਬੰਦੇ ਫਿਰ ਖਰਾਬ ਕਰਨ ਲੱਪੇ ਨਾ। ਤੇ ਦੂਜੀ ਗੱਲ ਹੈ ਵੀ ਚਲੋ ਆਪਾਂ ਇਹ ਨਹੀਂ ਕਰਕੇ ਕਿਸੇ ਨੂੰ ਮਾੜਾ ਕਹਿੰਦੇ, ਆਪਣੇ ਪੁਲਿਸ ਵੀ ਤਾਂ ਆਪਣੇ ਬੰਦੇ ਆ ਗਏ ਨਾ ਹੁਣ, ਉਹ ਥੋੜਾ ਜਿਹਾ ਦਿਮਾਗ ਵਿੱਚ ਤਾਂ ਹੁੰਦਾ ਵੀ ਯਾਰ ਇਹ ਬੰਦੇ ਤਾਂ ਬਹੁਤ ਬਣਦੇ ਨਹੀਂ ਪਏ ਸੀ ਗੱਲ। ਠੀਕ ਹੈ ਨਾ, ਇਹ ਇੰਗਲਿਸ਼ ਕਹਿੰਦੇ ਹੁੰਦੇ ਸਪੇਅਰ ਦਾ ਰੌਡ ਐਂਡ ਸਪਾਇਰ ਦਾ ਚਾਈਲਡ। ਹਾਂਜੀ। ਵੀ ਜੇ ਡੰਡਾ ਤੁਸੀਂ ਨਹੀਂ ਨਾ ਵਰਤਿਆ ਤੇ ਬੱਚੇ ਵਿਗੜ ਜਾਣੇ ਆ। ਬਿਲਕੁਲ ਜੀ। ਤੇ ਉਹ ਸਿਆਣਾ ਨੇ ਕਿਹਾ ਸੀ, ਮੈਂ ਤਾਂ ਗੱਲ ਬਣਾਈ ਨਹੀਂ ਉਹ। ਹਾਂਜੀ। ਸੋ ਹਾਲਾਤ ਪੰਜਾਬ ਦੇ ਜਿਹੜੇ ਪੁਲਿਸ ਨੇ ਜੋ ਕੀਤਾ ਜਾਂ ਐਡਮਿਨਿਸਟ੍ਰੇਸ਼ਨ ਨੇ ਕੀਤਾ, ਉਹ ਇੱਕ ਕਾਰਨ ਕਰਕੇ ਤਾਂ ਜ਼ਰੂਰੀ ਸੀਗਾ। ਹਾਂਜੀ। ਕਿਉਂਕਿ ਲੋਕੀ ਜਦ ਕਹਿਤਾ ਕਰਫਿਊ ਲੱਗਾ ਹੋਇਆ, ਹਾਂਜੀ, ਇੱਕ ਕਹਿਤਾ ਵੀ ਤੁਹਾਡੇ ਲੌਕਆਊਟ ਅਸੀਂ ਕਰ ਦਿੱਤਾ ਹੈਗਾ, ਤੇ ਘਰੋਂ ਬਾਹਰ ਨਹੀਂ ਜਾਣਾ, ਤੇ ਉਹ ਫਿਰ ਘਰੋਂ ਬਾਹਰ ਦੇਖਣ ਕੀ ਆਉਂਦੇ ਸੀ। ਹਾਂਜੀ। ਅੱਛਾ ਜਿਹੜੀ ਮੈਂ ਇੱਕ ਗੱਲ ਦੱਸਾਂ, ਮੈਂ ਉੱਥੇ ਕਾਫੀ ਫਿਰਦਾ ਰਿਹਾ, ਕੋਈ ਨਿਊਜ਼ ਇਕੱਠੀ ਕਰਦਾ ਹੁੰਦਾ ਸੀ। ਹਾਂਜੀ। ਜਿਹੜੇ ਬੰਦੇ ਸੀਗੇ ਨਾ ਕਾਰਾਂ ਤੇ ਆਉਂਦੇ ਸੀ, ਪੜ੍ਹੇ ਲਿਖੇ ਸੀਗੇ, ਉਹ ਆ ਕੇ ਆਪਣਾ ਜਾਂ ਪਾਸ ਵੀ ਉਹਨਾਂ ਨੂੰ ਹੁੰਦਾ ਸੀ, ਜਾਂ ਉਹ ਆ ਕੇ ਦੱਸਦੇ ਸੀ ਡਾਕਟਰ ਦੇ ਚੱਲੇ ਆ। ਅੱਛਾ ਜੀ। ਜਾਂ ਅਸੀਂ ਕਿਸੇ ਖਾਸ ਕੰਮ ਚੱਲੇ ਆ, ਹਸਪੀਟਲ ਚੱਲੇ ਆ, ਹਨਾ, ਤੇ ਜਾਂ ਸਾਡਾ ਕੋਈ ਫਲਾਣਾ ਮਰੀਜ਼ ਆ ਉਹਨੂੰ ਚੱਲੇ ਆ, ਉਹਨੂੰ ਕੁਝ ਨਹੀਂ ਸੀ ਕਹਿੰਦੇ ਉਹ। ਅੱਛਾ ਜੀ। ਇਹ ਕੋਟੋ ਪੈਂਦੀ ਸੀ ਮੰਡੀਰ ਜਿਹਨੂੰ ਸਮਝ ਨਾ ਪੰਜਾਬੀ ਚ, ਜਿਹੜੇ ਮੋਟਰਸਾਈਕਲ ਤੇ 3 ਬਹਿ ਕੇ ਦੇਖਣ ਜਾਂਦੇ ਵੀ ਯਾਰ ਕਰਫਿਊ ਚ ਕੋਈ ਬਾਹਰ ਨਿਕਲਿਆ ਤਾਂ ਨਹੀਂ, ਹੋ ਕੀ ਰਿਹਾ ਤੇ ਕੀ ਹੋ ਰਿਹਾ। ਤੇ ਉਹਨਾਂ ਵਾਸਤੇ ਕਰਫਿਊ ਇੱਕ ਨਾ ਨਵੀਂ ਚੀਜ਼ ਸੀ, ਨਵੀਂ ਪਿਕਚਰ ਆ ਗਈ ਸੀ ਉਹਨਾਂ ਵਾਸਤੇ। ਉਦੋਂ ਨਵਾਂ ਕਰੋਨਾ ਸੀ, ਜਿਹਨੂੰ ਡਰ ਨਹੀਂ ਸੀ ਵੀ ਕਰੋਨਾ ਕੀ ਹੈਗਾ। ਹਾਂਜੀ। ਉਹਨਾਂ ਵਾਸਤੇ ਇੱਕ ਮਜ਼ਾਕ ਬਣ ਗਿਆ ਸੀ। ਉਹ ਫਿਰ ਜਦੋਂ ਆਉਂਦੇ ਸੀ ਉਹਨੂੰ ਪਹਿਲਾਂ ਤਾਂ ਪਿਆਰ ਨਾਲ ਇਹਨਾਂ ਨੇ ਮਹੀਨਾ 15-20 ਦਿਨ ਸਮਝਾਇਆ। ਹਾਂਜੀ। ਪਰ ਜਦੋਂ ਫਿਰ ਨਹੀਂ ਸਮਝੇ, ਉਹ 3 ਚੜ੍ਹ ਕੇ ਆਉਣ ਲੱਗ ਪਏ, ਉਹ 5-6 ਮੋਟਰਸਾਈਕਲ ਇਕੱਠੇ ਹੋਣ ਲੱਗ ਪਏ, ਕਾਰਾਂ ਦੇ ਉੱਪਰ ਖੜੇ ਹੋ ਕੇ ਗਾਣੇ ਗਾਉਂਦੇ ਆ ਗਏ ਵੀ ਗਲਤੀ ਖਾ। ਉਹ ਫਿਰ ਪੁਲਿਸ ਨੂੰ ਥੋੜੀ ਸਖਤੀ ਕਰਨੀ ਪਈ। ਫਿਰ ਇਹ ਵੀ ਆਪਣੀ ਗਲਤੀ ਨਹੀਂ ਦੱਸੀ ਕਿਸੇ ਨੇ, ਉਹ ਵੀਡੀਓ ਬਣਾਈ ਹੈ ਜਿੱਥੇ ਪੁਲਿਸ ਵਾਲੇ ਡੰਡਾ ਫੇਰ ਕਰ ਰਹੇ ਆ। ਦੇਖੋ ਪੁਲਿਸ ਵਾਲੇ ਵੀ ਹਿਊਮਨ ਬੀਇੰਗ ਆ, ਅਸੀਂ ਤੁਸੀਂ ਵੀ ਪੁਲਿਸ ਵਾਲੇ ਹੋ ਸਕਦੇ, ਮੈਂ ਕਿਸੇ ਸਾਈਡ ਨਹੀਂ ਲੈ ਰਿਹਾ। ਪਰ ਉਹ ਫਿਰ ਜਦੋਂ ਨਹੀਂ ਸੀ ਉਹਨਾਂ ਉੱਪਰ ਡੰਡਾ ਚੜ੍ਹਦਾ ਸੀਗਾ,
ਕਿ ਤੁਹਾਡੀ ਏਰੀਆ 'ਚ ਆ ਦੇਖੋ ਉਹ ਵੀ ਫੋਟੋ ਖਿੱਚ ਕੇ ਉਹ ਭੇਜ ਡੀਸੀ ਨੂੰ ਭੇਜ ਦਿੰਦੇ ਸੀ, ਉਹ ਐਸਐਸਪੀ ਨੂੰ ਭੇਜ ਦਿੰਦਾ ਸੀ ਵੀ ਆਹ ਦੇਖੋ 4-4 ਬੰਦੇ ਚੜੇ ਜਾਂਦੇ ਆ, ਤੁਹਾਡੇ ਪੁਲਿਸ ਵਾਲੇ ਕਿੱਥੇ ਆ? ਪੁਲਿਸ ਵਾਲੇ ਕਿੱਥੇ? ਹਾਂਜੀ, ਠੀਕ ਹੈ ਨੀ। ਫਿਰ ਉੱਥੇ ਲੋਕਾਂ ਨੇ ਇਹ ਵੀ ਦੇਖੋ, ਮੈਂ ਬੜੀ ਵਾਰ ਦੇਖਿਆ ਲੋਕੀ ਕਾਰਾਂ ਜਾਂਦੇ, ਪੁਲਿਸ ਵਾਲਿਆਂ ਨੂੰ ਉਹਨਾਂ ਨੇ ਬਿਸਕੁਟ ਵੀ ਦਿੱਤੇ ਆ, ਉਹਨਾਂ ਨੇ ਕੋਕੋ ਕੋਲਾ ਪਿਲਾਏ ਆ, ਉਹਨਾਂ ਨੇ ਅੰਬ ਵੀ ਦਿੱਤੇ ਆ, ਉਹਨਾਂ ਨੇ ਕੇਲੇ ਵੀ ਦਿੱਤੇ ਆ, ਖਾਣ ਪੀਣ ਦਾ ਸਮਾਨ ਵੀ ਦਿੱਤਾ, ਇਹ ਵੀ ਕੰਮ ਹੋਇਆ ਉੱਥੇ। ਹਾਂਜੀ, ਪਰ ਇਹ ਵੀ ਇਹ ਡੰਡਾ ਪਰੇਡ ਜਿਹੜੀ ਆ ਉਹ ਰਹੀ ਥੋੜਾ ਜਿਹਾ ਹੀ ਆ। ਹਾਂਜੀ, ਪਰ ਉਹਨੂੰ ਜ਼ਿਆਦਾ ਪਬਲਿਕ ਜ਼ਿਆਦਾ ਕਰਤਾ, ਆਪਣੇ ਗਲਤੀ ਨਹੀਂ, ਮਾਰੇ ਕੰਮ ਦੀ ਪਬਲਿਸਿਟੀ ਉਦਾਂ ਹੀ ਜ਼ਿਆਦਾ ਹੁੰਦੀ ਹੈ, ਆਪਣੀ ਗਲਤੀ ਨਹੀਂ ਦੱਸੀ ਸਾਡੀ ਕੀ ਹੈਗੀ। ਹਾਂਜੀ, ਠੀਕ ਹੈ, ਇਹ ਗੱਲ ਗਲਤ ਹੈ ਵੀ ਉਹਨੂੰ ਮਾਰਨਾ ਕੁੱਟਣਾ ਨਹੀਂ ਚਾਹੀਦਾ ਸੀ, ਪਰ ਉਹ ਵੀ ਕਿਉਂ ਵੀ ਅੱਕ ਗਏ ਸੀਗੇ। ਹਾਂਜੀ, ਕੋ ਪਿਆਰ ਨਾਲ ਨਾ ਸਮਝੇ ਫਿਰ ਥੋੜਾ ਬਹੁਤਾ, ਮੈਂ ਜਸਟੀਫਾਈ ਨਹੀਂ ਕੁੱਟ ਕਰਦਾ, ਪਰ ਮੈਂ ਕਹਿੰਦਾ ਮਾੜਾ ਮੋਟਾ ਤਾਂ ਫਿਰ ਡੰਡਾ ਪੇੜ ਜਿਹੜੀ ਆ ਉਹ ਜ਼ਰੂਰੀ ਸੀ, ਪਰ ਇਹ ਆਪਣਾ ਸਭ ਹਟ ਗਿਆ ਇੱਕਦਮ। ਬਿਲਕੁਲ। ਬਹੁਤ ਇੱਕ ਗੱਲ ਹੋਰ ਹੈ, ਜਿਹੜੇ ਸਾਡੇ ਇੱਥੋਂ ਭੈਣ ਭਰਾ ਗਏ ਸੀਗੇ, ਕਈ ਸਟੂਡੈਂਟ ਜਾ ਕੇ ਸਟਕ ਹੋ ਗਏ ਸੀਗੇ, ਤੁਸੀਂ ਜਿਸ ਤਰ੍ਹਾਂ ਹੁਣ ਆਏ ਆ, ਪਹਿਲਾਂ ਤਾਂ ਇੱਕ ਬੜਾ ਲੋਕਾਂ ਨੂੰ ਹਰਟ ਹੋਇਆ ਜੀ ਕਿ ਮੈਂ ਇਸ ਤਰ੍ਹਾਂ ਦੇ ਭੈਣ ਭਰਾਵਾਂ ਨੂੰ ਵੀ ਜਾਣਦਾ ਜਿਹੜੇ 4000 ਅਮਰੀਕਨ ਦੀ ਵਨ ਵੇ ਟਿਕਟ ਲੈ ਕੇ ਆਏ। ਮੈਂ ਲੈ ਕੇ ਆਇਆ। ਅੱਛਾ, ਤੁਸੀਂ ਵੀ ਉਸ ਮੈਂ $3000 ਦੀ ਲੈ ਕੇ ਆਇਆ, ਕਿਉਂਕਿ ਮੈਂ ਕੈਨੇਡਾ ਦਾ ਸੀ ਨਾ, ਉਹ ਅਮਰੀਕਾ ਦੇ ਥੋੜੀ ਮਹਿੰਗੀ ਹੈ, ਉਹ ਡਾਲਰ ਮਹਿੰਗਾ ਉਹਦਾ। ਹਾਂਜੀ, ਉਹ ਸਿੰਗਲ ਟਿਕਟ, ਔਰ ਜਿਹੜੀ ਮੈਂ ਲੈ ਕੇ ਗਿਆ ਸੀ ਤੋਂ ਇਹ ਕੈਨੇਡਾ ਉਹ ਅਜੇ ਤੱਕ ਨਹੀਂ ਚੱਲਿਆ। ਅੱਛਾ ਜੀ, ਉਹਦੀ ਟਿਕਟ ਮੇਰੀ ਵਿਅਰਥ ਗਈ। ਉਹ ਇਹ ਕੈਨੇਡਾ ਨੂੰ ਮੈਂ ਰਿਕੁਐਸਟ ਬਣੀ ਭੇਜੀ, ਮੈਂ ਕਿਹਾ ਮੇਰੇ ਪੈਸੇ ਵਾਪਸ ਕਰੋ। ਕਹਿੰਦੇ ਜੀ ਪੈਸੇ ਕਾਹਦੇ, ਸਾਡਾ ਜਹਾਜ਼ ਤਾਂ ਤਿਆਰ ਖੜਾ ਹੈਗਾ, ਤੁਸੀਂ ਨਾ ਅਸੀਂ ਜਦੋਂ ਤੁਹਾਡੇ ਇੰਡੀਆ ਕਹੂਗਾ ਅਸੀਂ ਜਹਾਜ਼ ਲੈ ਕੇ ਜਾਵਾਂਗੇ, ਪਹਿਲਾਂ ਤੁਹਾਨੂੰ ਲੈ ਕੇ ਆਵਾਂਗੇ। ਅੱਛਾ ਜੀ, ਅਸੀਂ ਕੈਂਸਲ ਹੀ ਨਹੀਂ ਕੀਤਾ। ਤੇ ਉਹ ਜਹਾਜ਼ ਕਿੱਥੇ ਸੀ? ਜਹਾਜ਼ ਕਿਤੇ ਵੀ ਜਹਾਜ਼ ਹੋਗਾ ਤਾਂ ਸਾਨੂੰ ਉੱਡਣ ਦਾ ਇਜਾਜ਼ਤ ਨਹੀਂ ਹੈਗੀ, ਅਸੀਂ ਤਾਂ ਨਹੀਂ ਬੰਦ ਕੀਤਾ ਨਾ। ਕਹਿੰਦੇ ਦੇਖੋ ਆਪਣੀ ਸਾਈਡ ਨੂੰ ਸੇਵ ਕਰ ਲਈ ਜੀ, ਸਿੰਪਲ ਇਜ਼ ਦੈਟ ਕਿ 3-3000 4-4000 ਦੀ ਸਿੰਗਲ ਵੇ, ਇਕੱਲਾ ਬੰਦਾ ਟਿਕਟ ਲੈ ਕੇ ਆਇਆ, ਉਹ ਗੱਲ ਕਹਿੰਦਾ ਭੱਜੋ ਚਲੀਏ। ਬਹੁਤ ਜ਼ਿਆਦਾ ਇੱਕ ਗੱਲ ਹੋਰ ਵੀ ਜਿਹੜੀ ਮੈਂ ਸਾਂਝੀ ਕਰਨੀ ਚਾਹੁੰਦਾ ਸੀ ਕਿ ਮੇਰੇ ਮਤਲਬ ਸਾਡੇ ਵਿੱਚ ਸਟਕ ਹੋਏ ਸੀਗੇ, ਮੇਰੇ ਇੱਕ ਦੋ ਦੋਸਤ ਜਿਹੜੇ ਉੱਥੇ ਸਟਕ ਹੋਏ ਸੀ, ਤਾਂ ਮੈਂ ਉਹਨਾਂ ਕੋਲੋਂ ਜਦੋਂ ਉਹ ਆਏ ਆ ਤੇ ਉਹ ਕਹਿੰਦੇ ਜੀ ਜਦੋਂ ਅਸੀਂ ਦਿੱਲੀ ਆਏ ਆ ਨਾ, ਤੇ ਜਦੋਂ ਅਸੀਂ ਲਾਈਨ ਦੇ ਵਿੱਚ ਖੜੇ ਸੀ ਤਾਂ ਕੋਈ ਡਿਸਟੈਂਸ ਨਹੀਂ ਸੀਗਾ, ਬੰਦੇ 'ਚ ਬੰਦਾ ਵੱਜ ਰਿਹਾ ਸੀਗਾ। ਕਹਿੰਦੇ ਅਸੀਂ ਵੀ ਸਿਰਫ ਇੰਨੀ ਗਲਤੀ ਕਰ ਲਈ ਕਿ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਥੋੜ੍ਹਾ ਜਿਹਾ ਡਿਸਟੈਂਸ ਰੱਖੋ, ਵੀ ਲੋਕ ਇੱਕ ਦੂਜੇ ਵਿੱਚ ਵੱਜ ਰਹੇ ਆ, ਥੋੜ੍ਹਾ ਜਿਹਾ ਡਿਸਟੈਂਸ। ਕਹਿੰਦੇ ਉਹਨਾਂ ਦਾ ਜਵਾਬ ਮੋਰੋਂ ਇਹ ਸੀਗਾ ਜੀ ਕਿ ਤੁਸੀਂ ਏਦਾਂ ਕਰੋ, ਲਾਈਨ 'ਚੋਂ ਬਾਹਰ ਆ ਜਾਓ, ਜਿਹੜੀ ਨੈਕਸਟ ਫਲਾਈਟ ਜਾਣੀ ਆ ਉਹਦੇ ਚੱਲੋ, ਤੁਸੀਂ ਜਾਓ ਘਰ ਨੂੰ। ਬਿਲਕੁਲ, ਖਤਮ। ਉਹ ਲੋਕੀ ਅੱਕੇ ਸੀ ਬਹੁਤ ਜ਼ਿਆਦਾ। ਹਾਂਜੀ, ਮੈਂ ਇਹੀ ਗੱਲ ਤੁਹਾਨੂੰ ਜਦੋਂ ਆਪਾਂ ਤੁਸੀਂ ਕਿਹਾ ਵੀ ਕੋਈ ਬ੍ਰੇਕ ਲੈਣੀ, ਮੈਂ ਇਹ ਦੱਸਣ ਲੱਗਾ ਸੀ ਵੀ ਦਿੱਲੀ ਦੇ 에ਅਰਪੋਰਟ ਉੱਤੇ ਬੜੀ ਸਖਤਾਈ ਆ। ਹਾਂਜੀ, ਕੱਲਾ ਜਾ ਰਿਹਾ, ਸੈਨੀਟਾਈਜ਼ ਕਰ ਰਿਹਾ, ਤੁਹਾਡਾ ਅਟੈਚ ਕੇਸ ਉਹ ਸੈਨੀਟਾਈਜ਼ ਕਰ ਰਹੇ ਆ। ਜਿਵੇਂ ਜਿਹੜੇ ਉੱਥੇ ਇਮੀਗ੍ਰੇਸ਼ਨ ਵਾਲੇ ਉਹ ਵੀ ਦੂਰੋਂ ਹੀ ਡੰਡੇ ਲੈ ਤੋਂ ਲੈ ਕੇ ਤੁਹਾਡੇ ਪਾਸਪੋਰਟ ਤੱਕ ਵੀ ਉਹ ਚੁੱਕੀ ਤੇ ਕਰੋਨਾ ਨਹੀਂ ਬੜਿਆ, ਉਹ ਤੇ ਸਟੈਂਪ ਲਾਲਾ ਦੇਈ ਜਾਂਦੇ, ਠੀਕ ਹੈ। ਪਰ ਉਹਦੇ ਜਿੱਥੇ ਅਸੀਂ ਬੈਠੇ ਆ ਜਹਾਜ਼ ਦੀ ਬੋਰਡਿੰਗ ਤੋਂ ਪਹਿਲਾਂ 2-2 ਕੁਰਸੀਆਂ ਛੱਡ ਕੇ ਸਾਨੂੰ ਬਿਠਾਇਆ ਗਿਆ। ਅੱਛਾ ਜੀ, ਸਾਨੂੰ ਬਕਾਇਦਾ ਉਹ ਕੋਟ ਪਵਾਇਆ ਗਿਆ, ਚਿੱਟੇ ਕੋਟ ਪਵਾਇਆ ਗਿਆ, ਮਾਸਕ ਪਵਾਇਆ ਗਿਆ, ਉੱਥੇ ਗਾਰਡ ਪਵਾਇਆ ਗਿਆ। ਪਰ ਅੱਗੋਂ ਹੈਰਾਨੀ ਦੀ ਗੱਲ ਹੈ, ਜਦੋਂ ਬੋਰਡਿੰਗ ਹੋ ਗਈ 450 ਬੰਦੇ ਜਹਾਜ਼ ਵਿੱਚ ਸੀ, 450 ਸੀਟਾਂ ਬੁੱਕ ਸੀਗੀਆਂ ਪੂਰੀ। ਮੇਰੇ ਇਹਦਾ 3 ਸੀਟਾਂ, ਇੱਧਰ ਬੈਠਾ ਬੰਦਾ, ਇੱਧਰ ਬੈਠਾ, ਮੈਂ ਵਿੱਚ ਬੈਠਾ। ਉੱਥੇ ਡਿਸਟੈਂਸ ਕਿੱਥੇ ਗਿਆ? 15 ਘੰਟੇ ਅਸੀਂ ਨਾਲ ਬੈਠ ਕੇ ਆਏ। ਉਦੋਂ ਕਰੋਨਾ ਨਹੀਂ ਆ ਸਕਦਾ ਸੀ ਕਿ ਜਹਾਜ਼ ਵਿੱਚ ਕਰੋਨਾ ਚੜ੍ਹਨਾ ਮਨਾ, ਉਹਦੇ ਕੋਲ ਵੀਜ਼ਾ ਨਹੀਂ ਸੀਗਾ। ਉਹ ਮੈਂ ਸੋਚਦਾ ਤੇ ਉੱਥੇ ਕਰੋਨਾ ਕਿੱਥੇ ਗਿਆ? ਇਹੀ ਗੱਲ ਹੈ ਵੀ ਇਹ ਜਦੋਂ ਪਹਿਲਾਂ ਜਹਾਜ਼ ਚੱਲਿਆ ਉਦੋਂ ਸੀਟਾਂ ਛੱਡ ਕੇ ਚੱਲੇ। ਜਦੋਂ ਪੁੱਛਿਆ ਕਿ ਤੁਸੀਂ ਇੰਨਾ ਕਿਰਾਇਆ ਕਿਉਂ ਲੈ ਰਹੇ ਹੋ, ਕਹਿੰਦੇ ਜੀ ਅਸੀਂ 3 ਸੀਟਾਂ 'ਚ ਇੱਕ ਬੰਦਾ ਬਿਠਾ ਕੇ ਲੈ ਕੇ ਜਾ ਰਹੇ ਹਾਂ, ਅਸੀਂ ਤਾਂ ਜਹਾਜ਼ ਦਾ ਕਿਰਾਇਆ ਲੈਣਾ ਹੀ ਹੈ। ਪਰ ਜਦੋਂ ਅੰਦਰ ਬਹਿ ਗਏ, ਅੰਦਰ ਸਾਰੇ ਫੁੱਲ, ਕੋਈ ਗੱਲਬਾਤ। ਬਿਲਕੁਲ, ਮੈਂ ਕਹਿੰਦਾ ਵੀ ਉੱਥੇ ਇਹ ਹਿਸਾਬ ਸੀਗਾ ਵੀ ਹੋ ਸਕਦਾ ਵੀ ਜੇ ਉਹਨੂੰ ਕਹਿੰਦੇ ਵੀ ਤੁਸੀਂ ਖੜੇ ਕੋਈ ਚੱਲ ਜਾਓ, ਜਿਹਦਾ ਰੋਡਵੇਜ਼ ਦੀ ਬੱਸ ਡੰਡਾ ਫੜਿਆ ਹੁੰਦਾ ਤਾਂ ਲੋਕਾਂ ਨੇ ਖੜੇ ਹੋ ਕੇ ਵੀ ਆ ਜਾਣਾ ਸੀਗਾ। ਇੰਨੇ ਬੰਦੇ ਵਾਪਸ ਮੁੜੇ ਆ, ਓਵਰ ਬੁਕਿੰਗ ਕੀਤੀ ਉਹਨਾਂ ਨੇ। ਸੋ ਮੇਰਾ ਮਤਲਬ ਇਹ ਸਭ ਗੱਲਾਂ ਹੀ ਹੁੰਦੀਆਂ। ਇਹਦਾ ਫਿਰ ਇੱਥੇ ਆ ਕੇ 14 ਦਿਨ ਕਰੋ, ਚਲੋ ਅਸੀਂ ਕਰ ਲਿਆ। ਪਰ ਇਹ ਦੱਸੋ, ਸਾਨੂੰ ਇਹ ਡਰ ਲੱਗਦਾ ਵੀ ਇੰਡੀਆ ਤੋਂ ਬਚ ਕੇ ਆ ਗਏ ਆ। ਉਹਨਾਂ ਦੇ ਜਹਾਜ਼ ਵਿੱਚ 15 ਘੰਟੇ, ਕਿਉਂਕਿ ਨੌਨ ਸਟਾਪ ਫਲਾਈਟ ਸੀਗੀ ਉਹ, ਵੀ ਇਹ ਫਲਾਈਟ ਜਿਹੜੀ ਆ ਰਹੀ ਹੈ ਹੁਣ, ਇਹਦੇ ਸਾਨੂੰ ਕੁਝ ਵੀ ਹੋ ਸਕਦਾ। ਔਰ ਤੁਸੀਂ ਬਿਲੀਵ ਕਰੋਗੇ, ਸਾਰੇ ਬੰਦੇ ਸਹਿਮੇ, ਡਰੇ। ਤੇ ਮੈਂ ਜੇ ਵਰਡ ਯੂਜ਼ ਕਰਾਂ, ਮੈਨੂੰ ਕੋਈ ਹੈ ਨਹੀਂ ਗਾ। ਤਾਂ ਕਹਿੰਦੇ ਵੀ ਅੱਧੇ ਕੁ ਮਰੇ ਸਾਰੇ ਸੀਗੇ, ਕੋਈ ਵਾਸ਼ਰੂਮ ਨਹੀਂ ਸੀ ਜਾਂਦਾ ਪਲੇਨ ਦੇ ਵਿੱਚ। ਹਾਂ, ਅੰਦਰ ਪਾਣੀ ਮਿਲਦਾ ਸੀਗਾ, ਪਾਣੀ ਹੋਰ ਕੁਛ ਨਹੀਂ ਸੀ ਮਿਲਦਾ, ਜਾਂ ਛੋਟੇ ਛੋਟੇ ਪੈਕਟ ਦਿੱਤੇ ਉਹਨਾਂ ਨੇ, ਉਹਨਾਂ 'ਚ ਕੋਈ ਬੰਦਾ ਵਿੱਚ ਨਹੀਂ ਆਇਆ। ਜਾਂਦੇ ਤੁਹਾਡੀ ਸੀਟ ਉੱਤੇ ਪੈਕਟ ਪਿਆ ਹੁੰਦਾ, ਉਹ ਜਿਵੇਂ 2-3 ਚਿਪਸ ਉਹਦਾ ਖਾਣ ਨੂੰ ਜੀ ਨਹੀਂ ਕਰਦਾ ਵੀ ਆਹ ਲਿਫਾਫਾ ਤਾਂ ਪਿੱਛੋਂ ਹੀ ਆ ਗਿਆ, ਲਿਫਾਫੇ ਹੱਥ ਲੱਗਾ ਫਿਰ ਹੱਥ ਹੋਈ ਜਾਵਾਂਗੇ। ਅੱਛਾ, ਪਾਣੀ ਸਿਰਫ ਮਿਲਦਾ ਸੀ ਅੰਦਰ, ਤੇ ਉਹ ਵੀ ਅੰਦਰ ਬੋਤਲਾਂ ਪਈਆਂ ਸੀ, ਲੈ ਕੇ ਨਹੀਂ ਕੋਈ ਆਉਂਦਾ ਸੀਗਾ, ਆਪੇ ਜਾ ਕੇ ਪੀ ਕੇ ਆ ਜਾਓ। ਕੋਈ ਪਾਣੀ ਪੀਣ ਨਹੀਂ ਗਿਆ। ਇੱਕ ਦੋ ਬੰਦੇ ਸੀਗੇ, ਮੈਂ ਕਿਹਾ ਯਾਰ ਗੱਲ ਸੁਣੋ, ਪਾਣੀ ਵੀ ਕੋਈ ਨਹੀਂ ਪੀਂਦਾ ਪਿਆ। ਕਹਿੰਦੇ ਭਾਜੀ ਜੇ ਪਾਣੀ ਪੀਤਾ ਤਾਂ ਫਿਰ ਬਾਥਰੂਮ ਜਾਣਾ ਪੈਣਾ, ਬਾਥਰੂਮ ਤਾਂ ਕੋਈ ਸਾਫ਼ ਹੀ ਨਹੀਂ ਕਰਦਾ ਪਿਆ, ਉੱਥੇ ਜਗ੍ਹਾ ਹੱਥ ਲੱਗਣੇ, ਅੱਜ ਤਾਂ ਰਹਿਣ ਦਿਓ, ਅਸੀਂ ਐਂ ਚੱਲਾਂਗੇ। ਸੋਚਦਾ ਕਿ ਇਹਦਾ ਜਿਹੜਾ ਪਿਸ਼ਾਬ ਵਿੱਚੇ ਨਿਕਲ ਗਿਆ ਹੋਵੇ। ਕਿੰਨੇ ਘੰਟੇ ਦੀ ਫਲਾਈਟ ਜਿਸ ਤੁਸੀਂ ਆਏ? ਇਹ ਜਿਹੜੀ ਇਹ 900 ਫਲਾਈਟ ਹੈ, ਇਹ 15 ਘੰਟੇ ਦੀ ਲਗਾਤਾਰ ਹੈ ਜੀ। ਕਿਹੜੀ 에ਅਰਲਾਈਨਸ ਤੁਸੀਂ? 에ਅਰ ਇੰਡੀਆ ਜੀ। 에ਅਰ ਇੰਡੀਆ ਜੀ। ਇੰਡੀਆ ਜਿਹੜਾ ਆ ਰਿਹਾ, 에ਅਰ ਇੰਡੀਆ ਆ ਰਿਹਾ।
ਠੀਕ ਹੈ ਜੀ। ਇੱਥੇ ਮੈਂ ਇੱਕ ਗੱਲ ਬਹੁਤ ਜ਼ਰੂਰੀ ਦੱਸਣਾ ਚਾਹੁੰਦਾ ਔਰ ਸਰਕਾਰ ਦੇ ਕੰਨਾਂ 'ਚ ਵੀ ਲਿਆਉਣਾ ਚਾਹੁੰਦਾ ਕਿ ਇਹਨਾਂ ਨੇ ਜਹਾਜ਼ 3-4 ਚਲਾਏ ਕੈਨੇਡਾ ਤੋਂ। ਠੀਕ ਹੈ ਜੀ। ਟੂਡੋ ਗਵਰਨਮੈਂਟ ਹਾਂਜੀ। ਨੇ ਆਪਣੇ MP ਸਾਰੇ ਜਾਣਦੇ ਆ। ਮੈਂ ਬੜੀਆਂ ਇਹਨਾਂ ਨੂੰ ਸ਼ਿਕਾਇਤਾਂ ਕੀਤੀਆਂ, ਬੜਿਆਂ ਨੂੰ ਫੋਨ ਕੀਤਾ, ਮੇਰੇ ਨੇ ਫੋਨ ਤੱਕ ਨਹੀਂ ਚੱਕਿਆ। ਜੋ ਪਤਾ ਲੱਗਾ ਮੈਂ ਕੀ ਕਹਿ ਰਿਹਾ, ਹਾਂਜੀ। ਉੱਥੇ ਰੇਡੀਓ 'ਤੇ ਬੋਲਿਆ, ਮੈਂ ਇੱਥੇ ਵੀ ਸਭ ਰੇਡੀਓ TV 'ਤੇ ਬੋਲਿਆ। ਇਹਨਾਂ ਨੇ ਕੀ ਕੀਤਾ, ਇੱਥੋਂ ਸਿਸ ਜਾ ਰਿਹਾ ਸੀ, KLM ਜਾ ਰਿਹਾ ਸੀਗਾ, ਲਫਾਂਸਾ ਜਾ ਰਿਹਾ ਸੀਗਾ, ਤਿੰਨ ਜਾ ਰਹੇ ਸੀਗੇ। ਉਹਦੀ ਸ਼ਰਤ ਕੀ ਰੱਖੀ, ਓਨਲੀ ਸਿਟੀਜ਼ਨਸ। ਹੁਣ ਮੈਂ ਸਿਟੀਜ਼ਨ ਨਹੀਂ ਹੈਗਾ ਹੈ, ਤੇ ਉੱਥੋਂ ਜਿਹੜੇ ਬੰਦੇ ਗਏ ਆ ਉਹਨਾਂ ਤੋਂ ਅੱਧੇ ਬੰਦੇ ਸਿਟੀਜ਼ਨ ਨਹੀਂ ਸੀਗੇ, ਉਹ ਫਸੇ। 55,000 ਬੰਦਾ ਫਸਿਆ ਜਦੋਂ ਮੈਂ ਆਇਆ, ਉਦੋਂ ਦੀ ਫਿਗਰ ਹੈ 55,000। ਉਹ ਸਾਰੇ PR ਸੀਗੇ। ਉੱਥੋਂ 에ਅਰ ਇੰਡੀਆ ਚਲਾਤਾ ਉਹਨਾਂ ਨੇ। ਹਾਂਜੀ। ਇੱਥੋਂ ਵੀ ਟਿਕਟ ਮਹਿੰਗੀ, ਉੱਥੋਂ ਚਾਹੇ 2 ਲੱਖ ਦੀ ਟਿਕਟ ਦੇਣ, ਚਾਹੇ 3 ਲੱਖ ਦੀ ਟਿਕਟ ਦੇਣ। ਉਹ ਮੰਗੇ ਰਹਿੰਦੇ ਜੀ, ਨਹੀਂ ਲੈਣਾ ਪੈਣਾ, ਕਿਉਂਕਿ PR ਵਾਸਤੇ ਜਹਾਜ਼ ਹੀ ਇੱਕ ਆ ਤੇ ਸਿਟੀਜ਼ਨ ਵਾਸਤੇ 3। ਮੈਂ ਇਹਨਾਂ ਨੂੰ ਪੁੱਛਿਆ, ਇੱਕ ਸੈਕਿੰਡ, ਮੈਂ ਪੁੱਛਿਆ ਉਹਨਾਂ ਨੂੰ ਕਿ ਅਸੀਂ ਸਿਟੀਜ਼ਨ ਨਹੀਂ ਹੈਗੇ, ਤੁਸੀਂ ਸਾਨੂੰ ਲੈ ਕੇ ਨਹੀਂ ਆਉਣਾ, ਤੁਹਾਡੀ ਜ਼ਿੰਮੇਵਾਰੀ ਨਹੀਂ ਹੈਗੀ। ਉਹ ਤੁਹਾਡੀ ਇਸ ਕਰਕੇ ਜ਼ਿੰਮੇਵਾਰੀ ਨਹੀਂ ਬਣਦੀ ਕਿ ਅਸੀਂ ਟੈਕਸ ਤਾਂ ਦਿੰਦੇ ਆ, ਸਭ ਕੁਝ ਅਸੀਂ ਤੁਹਾਡਾ ਮੰਨਦੇ ਆ, ਪਰ ਅਸੀਂ ਤੁਹਾਡੀ ਵੋਟ ਨਹੀਂ ਹੈਗੇ। ਇਟ ਮੀਨਸ ਇੱਥੇ ਵੋਟ ਚੱਲੀ, ਜੇ ਸਿਰਫ ਸਿਟੀਜ਼ਨ ਦੀ ਵੋਟ ਹੈ, ਸਾਡੀ ਵੋਟ ਹੈ ਨਹੀਂ। ਤੇ ਆਪਣੀ ਵੋਟਾਂ ਲੈ ਕੇ ਆਏ, ਸਾਨੂੰ ਤਾਂ ਲੈ ਕੇ ਨਹੀਂ ਆਏ, ਸਾਨੂੰ ਤਾਂ ਬੰਦੇ ਨਹੀਂ ਜਾਣੇ ਇਹਨਾਂ ਨੇ, ਸਾਨੂੰ ਤਾਂ ਇਨਸਾਨ ਹੀ ਨਹੀਂ ਜਾਣਿਆ। ਸਾਰੇ PR ਵਾਲੇ ਉੱਥੇ ਪਿੱਟਦੇ ਆ, ਰੋਂਦੇ ਆ। ਦੇਖੋ ਬਹੁਤ ਜਲਦੀ ਇੱਥੇ ਇੱਕ ਅੰਦੋਲਨ ਵੀ ਹੋਏਗਾ, ਮੈਂ ਇਹ ਤੁਹਾਨੂੰ ਗਰੰਟੀ ਨਾ ਕਹਿੰਦਾ। ਜਿੰਨੇ ਸਾਰੇ PR ਵਾਲੇ ਬੰਦੇ ਆ ਜਾਂ ਜਿਹੜੇ ਉਹ ਉੱਥੋਂ ਵਿਜ਼ਟਰ ਆਉਣੇ ਸੀ ਜਾਂ ਸਟੂਡੈਂਟ ਆਉਣੇ ਸੀ, ਉਹ ਆ ਕੇ ਇੱਥੇ ਅੰਦੋਲਨ ਕਰਨਗੇ। ਇਹ ਸਰਕਾਰ ਨੂੰ ਪੁੱਛਣਗੇ ਵੀ ਜਦ ਅਸੀਂ ਟੈਕਸ ਜਾਂ ਸਾਡਾ ਟੈਕਸ ਮਾਫ ਕਰੋ ਸਾਰਾ, ਅਸੀਂ ਉਹ ਲੈਣੇ, ਸਾਡਾ ਟੈਕਸ ਨਾ ਲਿਆ ਜਾਵੇ। 12, 13, 14% ਟੈਕਸ ਦਿੰਦੇ ਅਸੀਂ, ਤੇ ਸਾਨੂੰ ਲਿਆਉਣ ਵੇਲੇ ਤੁਹਾਡਾ ਕੀ ਢਿੱਡ ਦੁਖਣ ਲੱਗ ਪਿਆ ਸੀਗਾ। ਮੈਂ ਤਾਂ ਓਪਨਲੀ ਕਹਿੰਦਾ ਬਹੁਤ ਮਾੜਾ ਕੀਤਾ ਇਸ ਸਰਕਾਰ ਨੇ। ਕੈਨੇਡਾ ਦੀ ਸਰਕਾਰ ਇੰਡੀਆ ਤੋਂ ਵੀ ਮਾੜੀ ਸਰਕਾਰ ਆ, ਮੈਂ TV ਤੇ ਬੈਠਾ ਕਹਿ ਰਿਹਾ। ਇੱਕ ਗੱਲ ਲਿੱਤਰ ਸਾਹਿਬ ਇਹ ਪੱਲੇ ਨਹੀਂ ਪੈ ਰਹੀ ਕਿ ਦੇਖੋ, ਇੱਕ ਜਦੋਂ ਨਾ ਜਿਹੜੇ ਕੰਟਰੀ 'ਚ ਆਪਾਂ ਬੈਠੇ ਆ, ਕਹਿੰਦੇ ਕਿ ਇੱਥੇ ਸਾਰੇ ਇੱਕੋ ਸਮਾਨ ਆ, ਕੋਈ ਅਮੀਰ ਨਹੀਂ ਗਾ। ਪਰ ਜਦੋਂ ਕਿਤੇ ਐਦਾਂ ਦੀ ਗੱਲਬਾਤ ਹੁੰਦੀ ਆ ਤੇ ਦੇਖੋ ਇਹ ਕਿੱਡੀ ਵੱਡੀ ਗੱਲਬਾਤ ਤੁਸੀਂ ਕਹਿਤੀ ਹੈ ਕਿ ਸਿਰਫ ਵੋਟ ਇਨਸਾਨ ਦੀ ਕੀਮਤ ਹੀ ਖਤਮ ਕਰ ਦਿੰਦੇ। ਤੇ ਜੇ ਹੁਣ ਮੈਂ ਇੱਕ ਗੱਲ ਇਹਦੇ ਨਾਲ ਹੀ ਹੋਰ ਜੋੜ ਦਿੰਦਾ ਜੀ ਕਿ ਜੇ ਤਾਂ ਅਸੀਂ ਅਮਰੀਕਾ ਨੂੰ ਜਾਣਾ ਤੇ ਅਸੀਂ ਅਮਰੀਕਾ ਤੋਂ ਆਉਣਾ, 14 ਦਿਨ ਘਰ ਬੈਠੋ ਜੀ, ਠੀਕ ਹੈ। ਤੇ ਜਿਹੜੇ ਸਾਡੇ ਟਰੱਕ ਡਰਾਈਵਰ ਵੀਰ ਆ, ਉਹ ਸਵੇਰੇ ਜਾ ਕੇ ਭਾਵੇਂ ਸ਼ਾਮ ਨੂੰ ਮੁੜਿਆ, ਉਹਨਾਂ ਦੀ 14 ਦਿਨ ਹੈ ਨਹੀਂ ਜੀ। ਤਾਂ ਉਹ ਫਿਰ ਉੱਥੇ ਜਿਹੜੀ ਉਹਨਾਂ ਦੀ 14 ਦਿਨ ਵਾਲੀ ਉਹ ਵੀ ਗੱਲਬਾਤ ਕੋਈ ਨਹੀਂ ਸਰ। ਨਹੀਂ, ਇਹਨਾਂ ਨੇ ਲੋਕਾਂ ਨੂੰ, ਮੈਂ ਨਹੀਂ ਤਾਂ ਮੈਨੂੰ, ਇਹਨਾਂ ਨੇ ਲੋਕਾਂ ਨੂੰ PR ਕਿਉਂ ਦਿੱਤੀ ਆ? ਜੇ ਉਹਨਾਂ ਨੂੰ ਇਨਸਾਨ ਹੀ ਨਹੀਂ ਗਿਣਦੇ, ਜੇ ਆਪਣਾ ਹਿੱਸਾ ਹੀ ਨਹੀਂ ਗਿਣਦੇ, ਜੇ ਉਹਨਾਂ ਨੂੰ ਕੈਨੇਡੀਅਨ ਹੀ ਨਹੀਂ ਗਿਣਦੇ, ਤਾਂ ਪਹਿਲੀ ਗੱਲ ਉਹਨਾਂ ਨੂੰ PR ਕਿਉਂ ਦਿੱਤੀ ਆ? ਦੂਜੀ ਗੱਲ ਆ ਉਹਨਾਂ ਸਾਰਿਆਂ ਦਾ, ਮੈਂ ਤਾਂ ਸਰਕਾਰ ਨੂੰ ਟੈਕਸ ਮਾਫ ਕਰੋ, 2-2000 ਦੇ ਰਹੇ ਹੋ, ਉਹ ਸਾਨੂੰ ਕੀ ਸੁੱਖ ਉਹਦਾ? ਸਾਨੂੰ ਕੋਈ ਫਾਇਦਾ ਨਹੀਂ। ਉਹ ਕਿਸੇ ਨੇ ਗਲਤ ਲੈ ਲਿਆ, ਕਿਸੇ ਨੇ ਠੀਕ ਲੈ ਲਿਆ, ਉਹ ਮੈਂ ਉਸ ਗੱਲ 'ਚ ਨਹੀਂ ਜਾਂਦਾ। ਪਰ ਤੁਸੀਂ ਜਿਹੜੇ PR ਬੰਦੇ ਗਏ ਆ ਉੱਥੇ, ਜਾਂ ਜਿਹੜੇ ਬੰਦੇ ਵਿਜ਼ਟਰ ਉੱਥੋਂ ਆ ਰਹੇ ਆ, ਜਿਹੜੇ ਬੱਚੇ ਇੱਥੇ ਹੈਗੇ ਆ, ਜਾਂ ਜਿਨ੍ਹਾਂ ਦੇ ਮਾਂ-ਬਾਪ ਬਿਮਾਰ ਆ ਉਹ ਇੱਥੇ ਆ ਰਹੇ, ਉਹਨਾਂ ਬੰਦਿਆਂ ਵਾਸਤੇ ਤੁਸੀਂ ਕੀ ਕੀਤਾ? ਤੁਸੀਂ ਮੇਰਾ ਡਿਬੇਟ ਜਾਓ ਤਾਂ ਮੈਂ ਦੱਸਾਂ ਤੁਹਾਨੂੰ। ਸਾਰੇ MPs ਨੂੰ ਮੈਂ ਚਿੱਠੀਆਂ ਲਿਖੀਆਂ, ਸਾਰਿਆਂ ਨੂੰ ਮੈਂ ਟੈਲੀਫੋਨ ਕੀਤੇ ਆ। ਪਹਿਲਾਂ ਕੀਤਾ, ਮੁੜ ਕੇ ਪਤਾ ਲੱਗਾ ਮੇਰਾ ਫੋਨ ਆ ਰਿਹਾ, ਫੋਨ ਹੀ ਬੰਦ ਕਰ ਦਿੰਦੇ ਸੀ। ਤੇ ਇਹ ਸਰਕਾਰ ਨੇ ਸਾਡੇ ਲਈ ਇਹ ਕੁਝ ਕੀਤਾ, ਮਤਰੇ ਆ ਮਾਂ ਵਾਲਾ ਸਾਡੇ ਨਾਲ ਸਲੂਕ ਕੀਤਾ, ਜਿੰਨੇ ਵੀ PR ਆ ਰਹੇ ਆ। ਹਾਂਜੀ, ਇੱਕ ਸੈਕਿੰਡ ਪਹਿਲਾਂ ਕਾਲ ਤੇ ਜਾਈਏ। ਸਵਾਗਤ ਹੈ ਜੀ ਤੁਹਾਡਾ ਵਿਜ਼ਨ ਪੰਜਾਬ TV ਤੇ। ਹੈਲੋ, ਆਪ ਤੁਸੀਂ ਕਾਲ ਲੈ ਰਹੇ ਹੈ? ਬਿਲਕੁਲ ਜੀ, ਲੈ ਰਹੇ ਹਾਂ। ਤੁਸੀਂ ਔਨ 에ਅਰ ਹੋ ਇਸ ਵੇਲੇ ਸਰ। ਹਾਂ, ਤੇਰਾ ਐਸਾ ਕੋਈ ਕਾਲ ਰਿਸੀਵ ਕਰ ਰਹੇ ਹੈ? ਹਾਂਜੀ, ਮੈਂ ਟੋਨੀ ਜੋਲ ਬੋਲਦਾ ਸਰ। ਤੁਸੀਂ TV ਤੇ ਆ ਸਰ ਇਸ ਵੇਲੇ, ਵਿਜ਼ਨ ਪੰਜਾਬ TV ਤੇ। ਹਾਂਜੀ, ਮੈਂ ਸਮਝ ਰਿਹਾ ਭਾਈ ਸਾਹਿਬ। ਹਾਂਜੀ ਸਰ, ਕੋਈ ਕੁਐਸਚਨ ਕਰਨਾ ਤੁਸੀਂ? ਇਹ ਭਾਈ ਸਾਹਿਬ ਨੂੰ ਪੁੱਛੋ ਕਿਹੜੀ ਗਵਰਨਮੈਂਟ ਚੰਗੀ ਹੈ ਇਸ ਦੁਨੀਆ ਵਿੱਚ, ਉੱਥੇ ਚਲ ਜਾਓ। ਕੋਈ ਨਹੀਂ ਜੀ, ਇੱਕ ਸੈਕਿੰਡ ਸਰ, ਗਵਰਨਮੈਂਟ ਚੰਗੀ ਮਾੜੀ ਸਰ, ਜਾਂ ਤੁਹਾਨੂੰ ਇਹ ਭਾਈ ਸਾਹਿਬ ਹੁਣੇ ਕਹਿ ਕੇ ਹਟੇ ਹੈ ਕਿ ਕੈਨੇਡਾ ਦੀ ਗਵਰਨਮੈਂਟ ਚੰਗੀ। ਸਵਾਗਤ ਹੈ ਜੀ ਤੁਹਾਡਾ ਵਿਜ਼ਨ ਪੰਜਾਬ TV ਤੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਮੈਂ ਬੋਲ ਰਿਹਾ। ਹਾਂਜੀ ਸਰ। 4 ਹਫ਼ਤੇ ਹੋਏ ਆਪ ਮੇਰਾ ਰਿਸ਼ਤੇਦਾਰ ਇੰਡੀਆ ਤੋਂ 에ਅਰ ਇੰਡੀਆ ਦੇ ਵਿੱਚ ਅਮਰੀਕਾ ਗਏ, ਕੈਲੀਫੋਰਨੀਆ। ਅੱਛਾ ਜੀ। ਉਹ ਕਹਿੰਦੇ ਵੀ 6 ਘੰਟੇ ਜਹਾਜ਼ ਲੈਂਡ ਹੋਣ ਤੋਂ ਪਹਿਲਾਂ ਟਾਕਸਾਂ ਬੰਦ ਕਰਤੀਆਂ ਗਈਆਂ। ਲਓ ਜੀ। ਅੱਛਾ ਜੀ। ਕਿੰਨੀ ਸ਼ਰਮ ਦੀ ਗੱਲ ਹੈ ਦੱਸੋ, 에ਅਰ ਇੰਡੀਆ ਦੇ ਵਾਸਤੇ ਕਿੰਨੀ। ਦੇਖੋ ਜੀ, ਜਿਹਦੇ ਤੇ ਪੈਂਦੀ ਆ ਉਹਨੂੰ ਹੀ ਪਤਾ ਜੀ। ਹਾਂਜੀ, ਜਿਹਦੇ ਤੇ ਪੈਂਦੀ ਆ ਉਹਨੂੰ ਹੀ ਪਤਾ ਆ। ਮਾਫ ਕਰਨਾ ਭਾਈ ਸਾਹਿਬ, ਉਹਨਾਂ ਦੀ ਕਾਲ ਆਈ ਸੀ ਕਿ ਕਿਹੜੀ ਗਵਰਨਮੈਂਟ ਚੰਗੀ ਆ। ਅਸੀਂ ਜੀ ਗਵਰਨਮੈਂਟ ਚੰਗੀ ਮਾੜੀ ਨਹੀਂ ਕਿਸੇ ਨੂੰ ਵੀ ਕਿਹਾ, ਗਵਰਨਮੈਂਟ ਚੰਗੀ ਮਾੜਾ ਤਾਂ ਅਸੀਂ ਕਿਸੇ ਨੂੰ ਨਹੀਂ ਕਿਹਾ। ਅਸੀਂ ਸਿਰਫ ਇਹ ਕਿਹਾ ਕਿ ਜਿਹੜੇ ਬੰਦਿਆਂ ਨੇ ਦੁੱਖ ਤਕਲੀਫਾਂ ਆਈਆਂ, ਜਿਹੜੇ ਭਾਈ ਸਾਹਿਬ ਇੰਡੀਆ ਦੇ ਵਿੱਚ ਬੱਚੇ ਫਸੇ ਹੋਏ ਆ, ਜਿਨ੍ਹਾਂ ਦੇ ਇੱਥੋਂ ਜਿਹੜੇ ਕੈਨੇਡਾ ਤੋਂ ਇੰਡੀਆ ਨੂੰ ਗਏ ਸੀ, ਜਿਨ੍ਹਾਂ ਦੇ ਨਾਲ 2-2, 3-3 ਬੱਚੇ ਆ, ਜਿਹੜੇ ਸਟੂਡੈਂਟ ਉੱਥੇ ਸਟਕ ਹੋਏ ਹੋਆ। ਗੱਲ ਸਿਰਫ ਅਸੀਂ ਇਹ ਕਰ ਰਹੇ ਹਾਂ ਜੀ ਕਿ ਕਿਹੜਾ ਭਾਈ ਸਾਹਿਬ ਜਿਹੜਾ $3000 ਦੀ ਟਿਕਟ ਲੈ ਕੇ ਆ ਰਿਹਾ ਜਾਂ $4000 ਦੀ ਟਿਕਟ ਲੈ ਕੇ ਆ ਰਿਹਾ, ਅਸੀਂ ਉਹ ਗੱਲਬਾਤ ਕਰ ਰਹੇ ਹਾਂ ਸਰ।
ਨਹੀਂ ਜਿਹੜੇ ਬੱਚੇ ਉੱਥੇ ਫਸੇ ਹੋਏ ਨੇ ਜੀ, ਮੇਰਾ ਸਾਲਾ ਗਿਆ ਹਾਂਜੀ। ਅੱਛਾ ਜੀ। 2 ਲੱਖ ਰੁਪਏ ਲਾ ਕੇ ਫਿਰ ਮੈਂ ਤਾਂ ਇਹ ਤਾਂ ਜਵਾਬ ਜਿਹੜੇ ਭਾਈ ਸਾਹਿਬ ਬੋਲੇ ਨਾ ਮੈਂ ਨਹੀਂ ਦੇਵਾਂਗਾ, ਇਹ ਆਪੇ ਮਿਲ ਜਾਣਾ ਜੀ। ਥੈਂਕ ਯੂ ਕਾਲ ਦਾ, ਬਹੁਤ ਮਿਹਰਬਾਨੀ ਜੀ। ਮਿਹਰਬਾਨੀ ਸਰ। ਹਾਂ, ਸੋ ਮੇਰਾ ਜਿਹੜਾ ਕੁਐਸਚਨ ਦਾ ਆਨਸਰ ਸੀਗਾ ਵੀ ਮੈਂ ਇਹ ਨਹੀਂ ਕਹਿੰਦਾ ਕਿ ਸਰਕਾਰ ਕਿਹੜੀ ਮਾੜੀ ਕਿਹੜੀ ਚੰਗੀ ਆ। ਹਾਂਜੀ। ਅਸੀਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਇਹਦਾ ਫੈਸਲਾ ਉਹ ਭਾਈ ਸਾਹਿਬ ਤੁਸੀਂ ਨਹੀਂ ਕਰਨਾ, ਅਸੀਂ ਆਪ ਕਰਨਾ। ਬਿਲਕੁਲ। ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਸਾਨੂੰ ਯਾਦ ਕਰਾਤਾ ਕਿ ਫੈਸਲਾ ਅਸੀਂ ਆਪ ਕਰਨਾ। ਹਾਂਜੀ। ਪਰ ਜਦ ਅਸੀਂ ਟੈਕਸ ਦਿੰਦੇ ਆ, ਸਾਡੇ ਵਿਦਿਆਰਥੀ ਇੱਥੇ ਕਿ ਫੀਸਾਂ ਦਿੰਦੇ ਆ, ਸਾਡੇ ਬਜ਼ੁਰਗ ਮਾਪੇ ਜਾਂ ਜਿਹੜੇ ਇੱਥੇ ਬੱਚੇ ਉੱਥੇ ਫਸੇ ਹੋਏ ਆ ਇੱਥੇ ਆਉਣਾ ਚਾਹੁੰਦੇ ਆ ਤੇ ਤੁਹਾਡੇ ਜਹਾਜ਼ ਕੋਈ ਕਰੇ ਨਹੀਂ ਜੀ ਓਨਲੀ ਸਿਟੀਜ਼ਨਸ, ਭਾਈ ਸਾਹਿਬ ਉਸ ਦਾ ਤੁਹਾਨੂੰ ਸਿਟੀਜ਼ਨਸ਼ਿਪ ਮਿਲ ਗਈ ਹੋਵੇ, ਸਾਨੂੰ ਵੀ ਕੱਲ ਨੂੰ ਮਿਲ ਜੂਗੀ। ਇਹਦੀ ਕੋਈ ਤੁਸੀਂ ਪਹਿਲਾਂ ਪੀਆਰ ਹੀ ਸੀਗੇ, ਅੱਜ ਤੋਂ ਕੁਝ ਸਾਲ ਪਹਿਲਾਂ ਜੇ ਇਹੀ ਕੁਐਸਚਨ ਮੈਂ ਕਰਦਾ ਤੇ ਤੁਸੀਂ ਬੜਾ ਹੱਸ ਕੇ ਜਵਾਬ ਦੇਣਾ ਸੀ ਵੀ ਜੋ ਮੈਂ ਕਹਿ ਰਿਹਾ ਬਿਲਕੁਲ ਠੀਕ ਕਹਿ ਰਿਹਾ। ਸੋ ਮੈਂ ਕੋਈ ਰਿਐਕਟ ਨਹੀਂ ਕਰ ਰਿਹਾ ਭਾਈ ਸਾਹਿਬ, ਅਸੀਂ ਸਰਕਾਰ ਬਾਰੇ ਗੱਲ ਹੀ ਨਹੀਂ ਕਰ ਰਹੇ, ਅਸੀਂ ਇਹ ਕਰ ਰਹੇ ਵੀ ਸਰਕਾਰ ਨੂੰ ਉਹ ਸਾਰਿਆਂ ਨੂੰ ਇੱਕੋ ਅੱਖ ਨਾਲ ਦੇਖਣਾ ਚਾਹੀਦਾ, ਸਾਰਿਆਂ ਦਾ ਇੱਕੋ ਜਿਹਾ ਸਤਿਕਾਰ ਤੇ ਮਾਣ ਕਰਨਾ ਚਾਹੀਦਾ। ਮੈਂ ਕਿਸੇ ਦੇਸ਼ ਦਾ ਨਾਂ ਨਹੀਂ ਲਿਆ, ਕਿਸੇ ਸਰਕਾਰ ਦਾ ਨਾਂ ਨਹੀਂ ਲਿਆ। ਬਿਲਕੁਲ ਜੀ। ਇੱਕ ਗੱਲ ਹੋਰ ਡਾਕਟਰ ਸਾਹਿਬ ਮੈਂ ਜਿਹੜੀ ਸਾਂਝੀ ਕਰਨੀ ਚਾਹੁੰਦਾ ਸੀਗਾ ਕਿ ਦੇਖੋ ਜਿਹੜਾ ਭੈਣ ਭਰਾ ਪੰਜਾਬ ਤੋਂ ਦਿੱਲੀ ਆਇਆ, ਪਹਿਲਾਂ ਤਾਂ ਜੀ 8-9 ਘੰਟੇ ਉਹ ਖਰਾਬ ਹੋ ਕੇ ਆਇਆ, ਪਤਾ ਨਹੀਂ ਉਹਨੂੰ ਕਿੱਥੇ ਕਿੱਥੇ ਰੁਕਣਾ ਪਿਆ, ਤੇ ਦਿੱਲੀੋਂ ਆ ਕੇ ਉਹ ਕਹਿੰਦੇ ਜੀ ਤੁਹਾਡੀ ਸੀਟ ਹੈ ਨਹੀਂ ਗੀ, ਦਿਸ ਇਜ਼ ਨਾਟ ਕਨਫਰਮ। ਉਹ ਬੰਦਾ ਕਿੱਥੇ ਜਾਊਗਾ ਜੀ? ਉਹਦਾ ਇੱਕ ਰੀਜ਼ਨ ਹੈ ਜੀ, ਉੱਥੇ ਕਹਿੰਦੇ ਨਹੀਂ ਉਹ ਤਾਂ ਰੀਜ਼ਨ ਦਿੰਦੇ ਸੀ ਇਹ ਕੋਈ ਸੀਟ ਤਾਂ ਕਨਫਰਮ ਸੀਗੀ, ਨਹੀਂ ਭਾਈ ਸਾਹਿਬ ਤੁਸੀਂ ਪੀਆਰ ਹੋ। ਮੈਂ ਇਹ ਗੱਲ ਨੂੰ ਕਲੀਅਰ ਕਰ ਦਿੰਦਾ ਨਾ ਉਹਨਾਂ ਨੂੰ, ਉਹ ਕਹਿੰਦੇ ਤੁਸੀਂ ਪੀਆਰ ਹੋ ਤੁਸੀਂ ਜਾ ਹੀ ਨਹੀਂ ਸਕਦੇ। ਉਹ ਦਿੱਲੀ ਤੋਂ ਮੈਂ 4 ਬੰਦੇ ਜਾਣਦਾ, 4 ਬੰਦੇ ਮੈਂ ਜਾਣਦਾ ਜਿਹੜੇ 4 ਵਾਰੀ ਵਾਪਸ ਗਏ ਆ। ਉਹ ਜਦ ਟਿਕਟ ਬੁੱਕ ਕਰਨ ਲੱਗੇ ਤੁਸੀਂ ਲਿਖ ਦਿਓ ਅਸੀਂ ਨਹੀਂ ਲੈਣਾ, ਅਸੀਂ ਪੜ੍ਹੇ ਲਿਖੇ ਸੀ, ਅਸੀਂ ਸਾਰਾ ਗੂਗਲ ਦੇ ਦੂਜਾ ਤੀਜਾ ਸਾਰਾ ਵੈਬਸਾਈਟ ਜਾ ਕੇ ਦੇਖਦੇ ਸੀ ਵੀ ਇੱਥੇ ਕਿਹੜੇ ਜਹਾਜ਼ ਜਾ ਸਕਦੇ ਆ। ਜਿਵੇਂ ਇੱਥੋਂ 4 ਜਹਾਜ਼ ਜਾ ਰਹੇ ਸੀ ਕੈਨੇਡਾ ਤੋਂ ਓਨਲੀ ਸਿਟੀਜ਼ਨ, ਉੱਥੋਂ ਇੱਕ ਇੰਡੀਅਨ ਜਹਾਜ਼ ਆ ਰਿਹਾ ਸੀਗਾ ਪੀਆਰ, ਤੇ ਸਾਡੇ ਕੋਲ ਚੁਆਇਸ ਕੋਈ ਨਹੀਂ ਸੀ, ਉਹ ਚਾਹੇ 1.5 ਲੱਖ ਲੈਣ 3 ਲੱਖ ਲੈਣ 5 ਲੱਖ ਲੈਣ। ਤੇ ਮੈਂ ਤਾਂ ਮੇਰਾ ਕੁਐਸਚਨ ਤਾਂ ਇਹ ਸੀਗਾ ਵੀ ਜੇ ਕਿਤੇ ਸਾਰੇ ਜਹਾਜ਼ਾਂ ਵਿੱਚ ਹੀ ਪੀਆਰ ਤੇ ਜਿਹੜੇ ਵਿਜ਼ਟਰ ਜਾਂ ਜਿਹੜੇ ਸਟੂਡੈਂਟ ਖਾਸ ਤੌਰ ਤੇ ਉਹ ਬੱਚੇ ਵਿਚਾਰੇ ਫੀਸਾਂ ਦੇ ਕੇ ਆਏ ਲੱਖਾਂ ਕਰੋੜਾਂ ਚ, ਅੱਜ ਜਿਹੜੀ ਕੈਨੇਡਾ ਦੀ ਹੈ ਨਾ ਸਾਰੀ ਇਕਨੋਮੀ ਜਿਹੜੀ ਆ ਆਸਟ੍ਰੇਲੀਆ ਦੀ, ਨਿਊਜ਼ੀਲੈਂਡ ਦੀ, ਆਪਣੀ ਅਮਰੀਕਾ ਦੀ, ਉਹ ਸਟੂਡੈਂਟਸ ਉੱਤੇ 20 ਨਿਰਭਰ ਕਰਦੀ ਹੈ। ਐਵੇਂ ਨਹੀਂ ਵਿਚਾਰੇ ਆਏ ਹੋਏ ਇੱਥੇ ਉਹ, ਅਤੇ ਉਹ ਪਰ ਉਹਨਾਂ ਨੂੰ ਵੀ ਆਉਣ ਦੀ ਇਜਾਜ਼ਤ ਨਹੀਂ, ਫਿਰ ਉਹਦਾ ਫਾਇਦਾ ਕੀ ਹੋਇਆ? ਮਾਫ ਕਰਨਾ ਜੀ, ਇੱਕ ਕਾਲ ਜਿਹੜੀ ਹੈ ਮੇਰੇ ਕੋਲ ਡ੍ਰੌਪ ਹੋ ਗਈ, ਤੁਸੀਂ ਪਲੀਜ਼ ਦੁਬਾਰਾ ਕਾਲ ਕਰ ਲਿਓ। ਨੰਬਰ ਤੁਹਾਡੀ ਸਕਰੀਨ ਤੇ ਜਿਹੜਾ ਜੀ ਫਲੈਸ਼ ਹੋ ਰਿਹਾ 905 790 9099। ਤੁਹਾਡਾ ਕੋਈ ਵੀ ਕੁਐਸਚਨ ਹੈ ਤਾਂ ਤੁਸੀਂ ਕਰ ਸਕਦੇ ਆ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਦੋਨੋਂ ਵੀਰ ਕਿ ਵੱਧ ਤੋਂ ਵੱਧ ਜਿੰਨਾ ਵੀ ਅਸੀਂ ਤੁਹਾਡਾ ਜਵਾਬ ਦੇ ਸਕੇ ਜ਼ਰੂਰ ਦਿਆਂਗੇ ਜੀ। ਸਵਾਗਤ ਹੈ ਜੀ ਤੁਹਾਡਾ ਵਿਜ਼ਨ ਪੰਜਾਬ ਟੀਵੀ ਤੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਆਹ ਟੀਵੀ 'ਚ ਪ੍ਰੋਗਰਾਮ ਚੱਲਦਾ ਆ ਇੰਡੀਆ ਤੇ ਟਿਕਟਾਂ ਲੋਕੀ ਮਹਿੰਗੀਆਂ ਲੈ ਕੇ ਆਏ ਜੀ। ਹਾਂਜੀ, ਉਹਦੇ ਤੇ ਗੱਲਬਾਤ ਕਰ ਰਹੇ ਹਾਂ ਜੀ। ਹਾਂਜੀ ਦੇਖੋ ਮੇਰਾ ਮੁੰਡਾ ਇੰਨਾ ਸਿੱਖ ਹੋਇਆ, ਉਹਦਾ ਪਾਸਾ ਵਿਚਾਰੇ ਦਾ ਖੜਾ, ਇੰਨੇ ਅਸੀਂ ਔਖੇ ਆਏ, $9,000 ਦੀਆਂ ਟਿਕਟਾਂ ਲੈ ਕੇ ਅਸੀਂ। ਭਾਈ ਸਾਹਿਬ ਨੂੰ ਮੇਰਾ ਖਿਆਲ ਜਵਾਬ ਮਿਲ ਗਿਆ ਹੋਣਾ ਜੀ ਹੁਣ। ਬਿਲਕੁਲ ਭੈਣ ਜੀ, ਬਿਲਕੁਲ ਠੀਕ ਕਹਿ ਰਹੇ, ਮੇਰੇ ਨਾਲ ਵੀ ਇਹੀ ਹੋਈ ਆ। ਬਿਲਕੁਲ ਦਿੱਲੀ ਤੋਂ ਆਏ ਸੀਗੇ ਜੀ ਜਾਂ ਕਿਹੜੀ ਜਗ੍ਹਾ ਤੋਂ? ਅੰਮ੍ਰਿਤਸਰ ਤੋਂ ਆਏ ਮਾਤਾ ਜੀ? ਨਹੀਂ, ਅਸੀਂ ਨਵਾਂ ਸ਼ਹਿਰ ਤੋਂ ਆਏ ਸੀਗੇ। ਅੱਛਾ ਜੀ, ਸਾਡੇ ਗੁਆਂਢੀ ਹੋ ਗਏ ਤਾਂ। ਹਾਂ, ਤੁਸੀਂ ਤੁਹਾਡਾ ਕਹਿੰਦੇ ਪਹਿਲਾਂ ਕਹਿੰਦੇ ਜੀ ਮੇਰਾ ਮੈਂ ਤਾਂ ਵੈਸੇ ਜਲੰਧਰ ਤੋਂ ਆ, ਪਰ ਜੀ ਆਪਾਂ ਲਾਗੇ ਜਾ ਕੇ ਦਈਆਂ। ਮੈਂ ਹੁਸ਼ਿਆਰਪੁਰ ਦਾ ਜੀ। ਅਸੀਂ ਆਪਾਂ ਲਾਗੇ ਜਾ ਕੇ ਦਈਆਂ ਜੀ। ਪਰ ਦੇਖੋ ਜੀ ਜਿਹਦੇ ਸਿਰ ਪਈ ਆ ਉਹਨੂੰ ਹੀ ਪਤਾ ਜੀ। ਦੇਖੋ ਜੀ ਇੱਕ ਫੈਮਿਲੀ ਨੂੰ $9,000 ਖਰਚਣਾ ਪਿਆ ਤੇ ਫਿਰ ਖੱਜਲ ਖਰਾਬੀ ਜਿਹੜੀ ਵਾਧੇ ਦੀ ਆ। ਦੇਖੋ ਇਹਨਾਂ ਦਾ ਬੇਟਾ ਜਿਹੜਾ ਬਿਮਾਰ ਸੀਗਾ, ਕੁਛ ਤਾਂ ਗਵਰਨਮੈਂਟ ਨੂੰ ਜੀ ਜ਼ਰੂਰ ਦੇਖਣਾ ਚਾਹੀਦਾ। ਉਹ ਬੇਟਾ ਵਿਚਾਰਾ ਵਿੱਚ ਕਿਤੇ ਸਾਨੂੰ ਟਿਕਟਾਂ ਕਿਹੜੀਆਂ ਲੈਤੀਆਂ ਕੈਂਸਲ ਕੀਤੀਆਂ, ਮੇਰਾ ਬੇਟਾ ਕਿਤੇ, ਮੇਰਾ ਘਰ ਵਾਲਾ ਕਿਤੇ, ਮੈਂ ਕਿਤੇ, ਮੇਰਾ ਮੁੰਡਾ ਵਿਚਾਰਾ ਇੰਨਾ ਔਖਾ ਆਇਆ। $9,000 ਦੀਆਂ ਟਿਕਟਾਂ ਲੈ ਕੇ ਮੁੰਡਾ ਵਿਚਾਰਾ ਮੈਨੂੰ 90 ਸਾਲ ਵਿੱਚ ਅਸੀਂ ਕਿਤੇ, ਮੁੰਡਾ ਕਿਤੇ, ਜਿੱਦਾਂ ਕਿਸੇ ਨੇ ਕੈਂਸਲ ਕਰਾਈਆਂ ਉੱਤੇ ਗੱਲ ਕਰਨਿਆਂ ਨੂੰ ਕਰਾਤੀਆਂ। ਮੇਰਾ ਮੁੰਡਾ ਬੇਟਾ ਇੰਨਾ ਸਿੱਖ ਹੈ, ਬਹੁਤ ਔਖੇ, ਬਹੁਤ ਮੁਸ਼ਕਲ ਆਈ। ਸਾਡਾ ਸਮਾਨ 3 ਕੇਜੀ 15 ਦਿਨ ਹੀ ਆਏ ਘਰ। ਦੇਖੋ ਵਾਹ ਜੀ ਵਾਹ। ਹੁਣ ਤੁਸੀਂ ਕਿੱਦਾਂ ਜੀ, ਸਾਰੇ ਠੀਕ ਠਾਕ ਹੋ? ਹਾਂਜੀ ਠੀਕ ਹੈ, ਪਰ ਆ ਕੇ ਅਸੀਂ ਆਪਣੇ ਜਿੱਦਾਂ ਘਰੇ ਸੀਗਾ ਅਸੀਂ ਆ ਸਕਦੇ, ਸਾਡੇ ਘਰ ਉੱਤੇ ਕੋਈ ਹੋ ਰਿਹਾ ਨਾ, ਪਰ ਏਦਾਂ ਦੇ ਬਹੁਤ ਮੁਸ਼ਕਲ ਹੈ। ਅਸੀਂ ਤਾਂ ਬਹੁਤ ਜ਼ਿਆਦਾ ਹੁਣ ਤਾਂ ਅਸੀਂ ਕਹਿੰਦੇ ਇੰਡੀਆ ਨੂੰ ਜਾਈਏ ਨਾ, ਜਿੰਨਾ ਅਸੀਂ ਔਖੇ ਹੋ ਕੇ ਆਏ। ਚਲੋ ਜੀ, ਆਉਣ ਵਾਲੇ ਦਿਨਾਂ 'ਚ ਜੇ ਰੱਬ ਨੇ ਚਾਹਿਆ ਦਿਨ ਦੁਬਾਰਾ ਚੰਗੇ ਹੋਣਗੇ। ਦੇਖੋ ਆਪਣੀ ਜਨਮ ਭੂਮੀ ਹੈ ਜੀ, ਉਹ ਸਾਡੇ ਰੂਟਸ ਜਿਹੜੇ ਉੱਥੇ ਨਾਲ ਜੁੜੇ ਹੋਏ ਆ, ਉਹ ਕਿੱਥੇ ਸਾਡੇ ਦਿਲ 'ਚੋਂ ਨਿਕਲਣਾ। ਪਰ ਐਨੀਵੇ ਜੀ ਅਸੀਂ ਰੱਬ ਅੱਗੇ ਅਰਦਾਸ ਕਰਾਂਗੇ ਕਿ ਤੁਹਾਡਾ ਬੇਟਾ ਉਹ ਜਲਦੀ ਤੋਂ ਜਲਦੀ ਠੀਕ ਹੋਵੇ ਤੇ ਤੁਹਾਡੇ ਤੇ ਵੀ ਰੱਬ ਜਿਹੜਾ ਮੇਰੇ ਭਰਿਆ ਹੱਥ ਰੱਖੇ। ਤੁਹਾਡੀ ਕਾਲ ਦੇ ਲਈ ਬਹੁਤ ਬਹੁਤ ਮਿਹਰਬਾਨੀ। ਅਸੀਂ ਇੱਥੋਂ ਟਿਕਟਾਂ ਲੈ ਕੇ ਗਏ, ਹੁਣ ਅਸੀਂ ਉਹਨਾਂ ਨੂੰ ਫੋਨ ਕਰਦੇ ਵੀ ਸਾਨੂੰ ਹੈਲਪ ਕਰੋ, ਸਾਡੀਆਂ ਟਿਕਟਾਂ ਖਰਾਬ ਹੋ ਗਈਆਂ। ਹਾਂਜੀ, ਉਹ ਹੁਣ ਹੈਲਪ ਵੀ ਨਹੀਂ ਕਰਦੇ, ਸੁਣਦੇ ਹੀ ਨਹੀਂ ਸਾਡੀ। ਹਾਂਜੀ, ਇਦਾਂ ਹੀ ਕਰਦੇ ਆ ਜੀ। ਐਨੀਵੇ ਜੀ ਬਹੁਤ ਮਿਹਰਬਾਨੀ ਤੁਹਾਡੀ ਕਾਲ ਦੀ। ਥੈਂਕ ਯੂ ਜੀ, ਬਹੁਤ ਵਧੀਆ ਲੱਗਾ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਜੀ। ਓਕੇ ਸਰ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।
ਦੇਖੋ ਜੀ, ਜਿਹੜੀਆਂ ਗੱਲਾਂ ਮੈਂ ਤੁਹਾਨੂੰ ਕਹੀਆਂ ਨਾ, ਉਹ ਤੁਹਾਡੇ ਕਾਲਰ ਉਹੀ ਗੱਲਾਂ ਤੁਹਾਨੂੰ ਕਰਨਗੇ। ਹਾਂਜੀ, ਉਹ ਵੀ ਗੱਲਾਂ ਰਿਪੀਟ ਹੋਣੀਆਂ। ਹਾਂਜੀ, ਹੈਲੋ, ਮੇਰਾ ਕਾਲ ਜਿਹੜੀ ਡ੍ਰੌਪ ਹੋ ਗਿਆ। ਬਿਲਕੁਲ ਜੀ, ਦੇਖੋ ਜਿਨ੍ਹਾਂ ਦੇ ਸਿਰ ਪਈ ਆ ਕਾਲ ਇੱਕ ਹੋਰ ਉਹਦੇ ਤੇ ਚੱਲਦੇ ਇੱਕ ਸੈਕਿੰਡ। ਸਵਾਗਤ ਹੈ ਜੀ ਤੁਹਾਡਾ ਵਿਜ਼ਨ ਪੰਜਾਬ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇੱਕ ਸਿਟੀਜ਼ਨ ਹੈ ਜੀ। ਅੱਛਾ ਜੀ, ਸਿਟੀਜ਼ਨ ਜਿਹੜਾ ਹੈ 2000 ਲੱਗਿਆ ਜੀ 630 ਸਮਥਿੰਗ। ਅੱਛਾ ਜੀ, ਜਿਹੜਾ ਤਜਰਬਾ ਜੀ 4 ਜਾਣੇ ਸੀਗੇ 16000 15 ਤੋਂ 16000 4 ਜਣੇ ਦੀਆਂ ਟਿਕਟਾਂ 16000 ਦੀਆਂ ਜੀ। 15 ਤੋਂ 16000 ਲੱਗ ਜਾਏ। ਲਓ ਜੀ, ਕਰੋ। $15-16,000 ਹੈ ਜੀ। 15-16,000 ਹਾਂਜੀ। ਅਲਮ ਸੈਕਟਰ ਘਾਟ ਵੀ ਹੋਇਆ ਸੀਗਾ ਕਿੰਨਾ ਕਾਊਂਟਰ ਨੂੰ ਆਪਕੋ ਕਰਕੇ ਆਉਣਾ ਪਿਆ। ਓ ਮਾਈ ਗॉड ਜੀ, ਬਹੁਤ ਹਾਰ ਜੀ, ਬਹੁਤ ਬੜਾ ਔਖਾ। ਥੈਂਕ ਯੂ ਭਾਜੀ ਤੁਹਾਡੀ ਕਾਲ ਦਾ, ਥੈਂਕ ਯੂ ਜੀ। ਔਰ ਬਿਲਕੁਲ ਜੀ, ਦੇਖੋ 4 ਜਾਣੇ ਅਗਰ ਆਏ ਆ ਤਾਂ $16,000 ਜਾਂ $15,000 ਖਰਚ ਕੇ ਆਏ ਆ। ਫਿਰ ਜਿਹੜੀ ਖੱਜਲ ਖਰਾਬੀ ਆ ਦੋਸਤੋ, ਉਹ ਬਾਰੇ ਦੀ ਆ। ਔਰ ਸਿਟੀਜ਼ਨ ਦੀ ਟਿਕਟਾਂ ਘੱਟ ਦੱਸੀਆਂ ਨੇ। ਉਹ ਦੇਖੋ ਜੀ, ਉਹ ਫਿਰ ਜਿੱਦਾਂ ਤੁਸੀਂ ਕਿਹਾ ਜੀ, ਦੇਖੋ ਕਿੰਨਾ ਇਹ ਫਾਸਲਾ। ਦੇਖੋ ਜੀ, ਮੈਂ ਇੱਕ ਅਸੀਂ ਇੱਥੇ ਇੱਕ ਬੜਾ ਕਹਿੰਦੇ ਆ ਜੀ ਕਿ ਇੱਥੇ ਸਾਰੇ ਸਮਾਨ ਆ, ਗੋਰਾ ਕੀ ਕਾਲਾ ਕੀ ਅਸੀਂ ਕੀ ਸਾਰੇ ਇੱਕੋ ਜਿਹੇ ਆ। ਪਰ ਆਹ ਗੱਲਾਂ ਜਿਹੜੀਆਂ ਨਾ, ਇਹ ਗੱਲਾਂ 'ਚ ਪਤਾ ਨਹੀਂ ਕਿੱਥੋਂ ਭੇਦਭਾਵ ਜਿਹੜਾ ਜੀ ਬਣਿਆ ਹੋਇਆ। ਸਿਟੀਜ਼ਨ ਆ ਸਕਦੇ ਆ ਤਾਂ ਪੀਆਰ ਨਹੀਂ ਆ ਸਕਦੇ। ਸਟੂਡੈਂਟ ਜਾ ਕੇ ਉੱਥੇ ਸਟਕ ਹੋਏ ਨੇ। ਦੇਖੋ ਜਿਹੜੇ ਉੱਥੇ 4-4 5-5 ਮਹੀਨਿਆਂ ਤੋਂ ਸਟਕ ਨੇ। ਕਈ ਭੈਣ ਭਰਾ ਇੱਥੇ ਬੇਸਮੈਂਟਾਂ 'ਚ ਰਹਿੰਦੇ ਗਏ ਸੀਗੇ, ਉਹਨਾਂ ਨੂੰ ਪਤਾ ਹੀ ਨਹੀਂ ਜੀ ਕਿ ਆ ਕੇ ਬੇਸਮੈਂਟ ਕਿੱਥੇ ਆ, ਅਸੀਂ ਕਿੱਥੇ ਰਹਿਣਾ, ਕੀ ਕਰਨਾ। ਡਾਕਟਰ ਸਾਹਿਬ ਬਹੁਤ ਜਿਹੜਾ ਹਾਰਡ ਟਾਈਮ ਜਿਹੜਾ ਸੀਗਾ, ਪਰ ਚਲੋ ਅਸੀਂ ਜਿੱਦਾਂ ਹੁਣ ਹੌਲੀ ਹੌਲੀ ਗੱਡੀ ਦੁਆਰਾ ਨਹੀਂ ਤੇ ਆ ਰਹੀ ਆ। ਡਾਕਟਰ ਸਾਹਿਬ ਇੱਕ ਗੱਲ ਜਿਹੜੀ ਆ ਕਿ ਕਰੋਨਾ ਨੂੰ ਇੱਕ ਹਊਆ ਬਣਾ ਦਿੱਤਾ ਹੈ ਲੋਕਾਂ ਨੇ। ਤੇ ਜਿਹੜਾ ਕੱਲ ਦਾ ਪ੍ਰੋਗਰਾਮ ਹੋਵੇਗਾ ਦੋਸਤੋ, ਅਸੀਂ ਡਾਕਟਰ ਸਾਹਿਬ ਦੇ ਨਾਲ ਹੀ ਦੁਆਰਾ ਜਿਹੜਾ ਪ੍ਰੋਗਰਾਮ 'ਚ ਜੁੜਾਂਗੇ ਤੇ ਕੱਲ ਨੂੰ ਅਸੀਂ ਖਾਸ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਣਾ। ਤੁਹਾਡੇ ਕੋਈ ਵੀ ਕੁਐਸਚਨ ਹੋਵੇ, ਕੋਈ ਵੀ ਤੁਸੀਂ ਇਨਪੁਟ ਜਿਹੜੀ ਪਾਉਣੀ ਆ, ਨੰਬਰ ਤੁਹਾਡੀ ਸਕਰੀਨ ਤੇ ਆ ਜੀ 905-790-9099 ਤੇ ਗੱਲਾਂ ਬਾਤਾਂ ਕੱਲ ਨੂੰ ਦੁਆਰਾ ਅਸੀਂ ਡਾਕਟਰ ਸਾਹਿਬ ਨਾਲ ਜੁੜਾਂਗੇ। ਕਿਹੜੀਆਂ ਦੁੱਖ ਤਕਲੀਫਾਂ ਦੇ ਵਿੱਚ ਗੁਜ਼ਰਦੇ ਆ ਜਿਹੜੇ ਭੈਣ ਭਰਾ ਉੱਥੋਂ ਆਉਂਦੇ ਆ, ਕੁਝ ਇਹਨਾਂ ਤੇ ਕੁਝ ਜਿਹੜੇ ਇੱਥੋਂ ਜਾਣ ਵਾਲੇ ਸਟਕ ਹੋਏ ਆ। ਡਾਕਟਰ ਸਾਹਿਬ ਇੱਕ ਗੱਲ ਹੋਰ ਜਿਹੜੀ ਆ ਆਉਂਦੀ ਸੀ ਕਿ ਕਈ ਵਾਰੀ ਜਿਹੜੇ ਭੈਣ ਭਰਾ ਉੱਥੋਂ ਆਉਂਦੇ ਆ, ਉਹ ਕਈ ਵਾਰੀ ਕਈਆਂ ਨੂੰ ਜੀ ਇਹ ਕਹਿੰਦੇ ਵੀ ਤੁਸੀਂ 15 ਦਿਨ ਜਾਂ 1 ਮਹੀਨਾ ਰਹਿ ਸਕਦੇ ਆ। ਤੇ ਉਹ ਜਿਹੜੇ ਹੁਣ 4-4 ਦਿਨ 5-5 ਮਹੀਨੇ ਇੱਥੇ ਬੈਠੇ ਆ, ਉਹ ਤਾਂ ਖੁਸ਼ ਹੋਣੇ ਜੀ ਚਲੋ ਹੁਣ ਅਸੀਂ ਜਾਣਾ ਨੀਗਾ, ਜੋ ਮਰਜ਼ੀ ਕਰੋ। ਦੇਖੋ ਇਹ ਤਾਂ ਹੁੰਦਾ ਹੀ ਆ। ਤੁਹਾਨੂੰ ਜਿਹੜਾ ਉੱਥੋਂ ਆ ਗਿਆ ਉਹ ਕਹਿੰਦਾ ਮੈਂ ਮਸੀਂ ਤੋਂ ਬਚ ਕੇ ਆਇਆ ਉੱਥੋਂ। ਔਰ ਤੁਸੀਂ ਸਾਰੇ ਕਲਰ ਵੀ ਦੱਸ ਰਹੇ, ਮੈਂ ਵੀ ਦੱਸ ਰਿਹਾ। ਕੱਲ ਫੇਰ ਡਿਸਕਸ ਕਰਾਂਗੇ ਵੀ ਕਿੰਨੀਆਂ ਮੁਸ਼ਕਲਾਂ ਨਾਲ ਉੱਥੋਂ ਅਸੀਂ ਆ ਰਹੇ ਹਾਂ ਤੇ ਕਿੰਨੇ ਮਤਲਬ ਪੈਸੇ ਵਾਈਜ਼ ਵੀ, ਸਿਹਤ ਵਾਈਜ਼ ਵੀ ਤੇ ਅੰਦਰ ਟੈਨਸ਼ਨ। ਜਿਵੇਂ ਦੱਸਾਂ ਮੈਂ ਬੰਦਾ ਸਾਈਕੋਲੋਜੀ ਹੈਗਾ, ਮੈਂ ਲੋਕਾਂ ਦੇ ਮਨ ਪੜ੍ਹਦਾ। ਮੈਂ ਲੋਕਾਂ ਦੀ ਜਿਹੜੀ ਕੋਈ ਡਿਪਰੈਸ਼ਨ ਆ, ਕੋਈ ਐਂਗਜ਼ਾਇਟੀ ਆ, ਕੋਈ ਵੈਸੇ ਜਿਹੜੀ ਸੋਚ ਹੈਗੀ ਆ, ਉਹ ਕਿਵੇਂ ਬਦਲ ਸਕਦੀ ਹੈ, ਕਿਵੇਂ ਕੀ ਉਹਦਾ ਉਪਾਅ ਹੈਗਾ, ਮੈਂ ਉਹਦੀ PhD ਕੀਤੀ ਹੋਈ ਹੈ। ਡਾਕਟਰ ਸਾਹਿਬ ਇੱਕ ਗੱਲ ਹੋ ਰਿਹਾ, ਕਈ ਭੈਣ ਭਰਾਵਾਂ ਨੇ ਬਾਅਦ ਦੇ ਵਿੱਚ ਜਿਹੜਾ ਪੁੱਛਣਾ, ਤੁਸੀਂ ਕਿਸੇ ਭੈਣ ਭਰਾ ਨੂੰ ਅਗਰ ਕੋਈ ਹੈਲਪ ਚਾਹੀਦੀ ਹੋਵੇ ਤੁਹਾਡੇ ਕੋਲੋਂ ਤੇ ਆਪਣਾ ਨੰਬਰ ਜ਼ਰੂਰ ਇੱਕ ਵਾਰੀ। ਬਿਲਕੁਲ ਜੀ, ਬਿਲਕੁਲ। ਨੰਬਰ ਆਪਣਾ ਅੱਜ ਵੀ ਅੱਜ ਆਪਣਾ ਨੰਬਰ ਦੱਸਾਂਗਾ। ਕੱਲ ਨੂੰ ਅਸੀਂ ਮੇਨ ਗੱਲ ਹੀ ਕਰਨੀ ਇਹ ਹੈ ਵੀ ਜਿਹੜੇ ਕੋਈ ਭੈਣ ਭਰਾ ਨੂੰ, ਕੋਈ ਬੱਚੇ ਨੂੰ, ਬਜ਼ੁਰਗ ਨੂੰ ਤੇ ਕਿਸੇ ਨੂੰ, ਛੋਟੇ ਵੱਡੇ ਨੂੰ ਮਾਨਸਿਕ ਤਣਾਅ ਹੈਗਾ, ਤਣਾਅ ਮੀਨਸ ਕੋਈ ਉਹਦਾ ਦਿਲ ਨਹੀਂ ਲੱਗਦਾ, ਉਹਨੂੰ ਲੱਗਦਾ ਕਿ ਮੈਨੂੰ ਡਿਪਰੈਸ਼ਨ ਆਇਆ ਹੋਇਆ, ਉਹਨੂੰ ਲੱਗਦਾ ਕਿ ਮੈਨੂੰ ਕੋਈ ਨਾ ਕੋਈ ਭੂਤ ਚਿੰਬੜ ਗਿਆ, ਜਾਂ ਉਹਨੂੰ ਲੱਗਦਾ ਕਿ ਮੇਰਾ ਕੋਈ ਕੰਮ ਠੀਕ ਨਹੀਂ ਹੋ ਰਿਹਾ, ਜਾਂ ਵਹਿਮਾਂ ਦੇ ਵਿੱਚ ਭਰਮਾਂ 'ਚੋਂ ਪਿਆ ਹੋਇਆ। ਤਾਂ ਉਹ ਕੱਲ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਵੀ ਉਹ ਕਿਉਂ ਪੈਂਦੇ ਆ ਤੇ ਉਹਦਾ ਕੀ ਸੰਵਿਧਾਨ ਕੀ ਹੈਗਾ, ਉਹਨੂੰ ਕਿੱਦਾਂ ਆਪਾਂ ਠੀਕ ਕਰ ਸਕਦੇ ਹਾਂ, ਉਹਦਾ ਕੀ ਉਪਾਅ ਹੈਗਾ। ਮੇਰਾ ਨੰਬਰ ਮੈਂ ਇੱਥੇ ਬਰਮਟਨ ਦੇ ਵਿੱਚ ਹੀ ਹੈਗਾ। ਮੇਰਾ ਨੰਬਰ ਹੈਗਾ ਜੀ 647 704 7007। ਡਾਕਟਰ ਦਵਿੰਦਰ ਲੱਦੜ। 647 704 7007 ਦੋਸਤੋ, ਇਹ ਹੈ ਡਾਕਟਰ ਸਾਹਿਬ ਦਾ ਨੰਬਰ ਜੀ, ਡਾਕਟਰ ਦਵਿੰਦਰ ਲੱਦੜ। 647 704 7007 ਤੇ ਤੁਹਾਨੂੰ ਅਗਰ ਕੋਈ ਵੀ ਦੁੱਖ ਤਕਲੀਫ ਹੈ ਤਾਂ ਤੁਸੀਂ ਕਦੀ ਵੀ ਆधी ਰਾਤ ਚਾਹੇ ਮੈਨੂੰ ਜਗਾਓ, ਕੋਈ ਜੇ ਤੁਹਾਨੂੰ ਪ੍ਰੋਬਲਮ ਆ ਰਹੀ ਹੈ, ਕੋਈ ਇਦਾਂ ਦੀ ਕੋਈ ਹੈਗੀ ਆ ਤੇ ਹਾਂ ਠੀਕ ਹੈ, ਡਾਕਟਰ ਸਾਹਿਬਾਨ ਨੂੰ ਜਰੂਰ ਮਿਲੋ, ਸਾਈਕਾਟ੍ਰਿਕ ਨੂੰ ਜਰੂਰ ਮਿਲੋ, ਮਨੋਵਿਗਿਆਨਕ ਨੂੰ ਜਰੂਰ ਮਿਲੋ। ਪਰ ਥੋੜੀ ਜੀ ਮੇਰੀ ਇਹ ਇੱਕ ਬੇਨਤੀ ਹੈ ਕਿ ਜਿੰਨੀ ਕਿ ਮੈਂ ਤੁਹਾਡੀ ਮਦਦ ਕਰ ਸਕਾਂ, ਉਹਦਾ ਕਿੰਨਾ ਕੁ ਮੈਂ ਉਪਾਅ ਕਰ ਸਕਾਂ, ਉਹ ਮੈਨੂੰ ਬੜੀ ਖੁਸ਼ੀ ਪ੍ਰਾਪਤ ਹੋਏਗੀ। ਇਹ ਨਹੀਂ ਦੇਖਣਾ ਤੁਸੀਂ ਅੱਜ ਐਤਵਾਰ ਆ ਜਾਂ ਰਾਤ ਦੇ 10 ਵਜੇ, ਐਨੀ ਟਾਈਮ ਤੁਸੀਂ ਮੈਨੂੰ ਜਮਾ ਕੇ ਦੇਖੋ। ਮੇਰੇ ਕੋਈ, ਮੈਂ ਵੀ ਦੱਸਦਾ ਗੱਲ ਤੁਹਾਨੂੰ ਕਿ ਨਾ ਮੇਰੀ ਕੋਈ ਦੁਕਾਨ ਆ, ਨਾ ਮੇਰੀ ਕੋਈ ਫੀਸ ਆ, ਨਾ ਮੈਂ ਇਹ ਕੰਮ ਕਰਦਾ। ਮੈਂ ਤਾਂ ਉੱਥੋਂ ਰਿਟਾਇਰ ਹੋ ਕੇ ਆਇਆ, ਯੂਨੀਵਰਸਿਟੀ ਦਾ ਪ੍ਰੋਫੈਸਰ ਆ। ਉੱਥੇ ਮੈਂ 30 ਸਾਲ ਯੂਨੀਵਰਸਿਟੀ ਵਿੱਚ ਪੜ੍ਹਾ ਕੇ ਆਇਆ। ਇਹ ਨਹੀਂ ਕਿ ਸਕੂਲ ਨਹੀਂ, ਕਾਲਜ ਵਿੱਚ ਕੁਛ ਨਹੀਂ। ਰਿਟਾਇਰ ਹੋ ਕੇ ਇੱਥੇ ਆਇਆ ਹੋਇਆ, ਆਪਣਾ ਵਧੀਆ ਮੌਜ ਮਸਤੀ ਦੀ ਜ਼ਿੰਦਗੀ ਜੀ ਰਿਹਾ। ਪਰ ਮੇਰੇ ਮਨ ਨੂੰ ਸਕੂਨ ਉਦੋਂ ਹੋਊਗਾ, ਉਦੋਂ ਮੈਨੂੰ ਖੁਸ਼ੀ ਮਿਲੂਗੀ ਜਦੋਂ ਮੈਂ ਕਿਸੇ ਭੈਣ ਭਰਾ ਦਾ, ਕਿਸੇ ਬੱਚੇ ਦਾ, ਬਜ਼ੁਰਗ ਦਾ ਕੋਈ ਛੋਟਾ ਮੋਟਾ ਉਪਰਾਲਾ ਕਰਕੇ ਉਹਦਾ ਭਲਾ ਕਰ ਸਕਾਂ। ਨਾ ਮੈਂ ਕੋਈ ਦਵਾਈ ਦੇਣਾ, ਨਾ ਮੈਂ ਕੋਈ ਕੈਪਸੂਲ ਦੇਣਾ, ਨਾ ਮੈਂ ਕੋਈ ਪੁੜੀ ਦੇਣਾ। ਇਹ ਮੈਂ ਤੁਹਾਨੂੰ ਪਹਿਲਾਂ ਦੱਸਣਾ, ਮੇਰੀ ਕੋਈ ਦੁਕਾਨਦਾਰੀ ਨਹੀਂ। ਡਾਕਟਰ ਸਾਹਿਬ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਵਧੀਆ ਲੱਗਾ। ਔਰ ਆਪਾਂ ਦੁਬਾਰਾ ਜਿਹੜਾ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਜੁੜਾਂਗੇ। ਆਪਣਾ ਸਮਾਂ ਜਿਹੜਾ ਬਿਲਕੁਲ ਸਮਾਪਤੀ ਵਾਲਾ ਦੋਸਤੋ, ਅੱਜ ਦਾ ਪ੍ਰੋਗਰਾਮ ਤੁਹਾਡੇ ਕੋਲੋਂ ਇੱਥੇ ਹੀ ਜਿਹੜਾ ਜੀ ਸਮਾਪਤ ਕਰਨ ਦੀ ਆਗਿਆ ਚਾਹੁੰਦੇ ਆ।
ਤੇ ਇਸੇ ਤਰ੍ਹਾਂ ਵਿਜ਼ਨ ਪੰਜਾਬ ਟੀਵੀ ਨੂੰ ਵੇਖਦੇ ਰਹੋ, ਇਸੇ ਤਰ੍ਹਾਂ ਪਿਆਰ ਬਖਸ਼ਦੇ ਰਹੋ ਤੇ ਕੱਲ ਦਾ ਪ੍ਰੋਗਰਾਮ ਦੁਬਾਰਾ ਤੁਹਾਡੇ ਰੂਬਰੂ ਲੈ ਕੇ ਆਵਾਂਗੇ। ਕੀਪ ਵਾਚਿੰਗ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਧੰਨਵਾਦ।